हेलो जी प्यारे दर्शकों, मैं नवदीप सिंह ਅਤੇ ਮੇਰੇ ਸਾਥੀ ਬਲਵੀਰ ਰੱਤੂ ਜੀ। जय गुरुदेव, जय भीम। ਅਸੀਂ ਆਪਣਾ ਹਫ਼ਤਾਵਾਰੀ ਪ੍ਰੋਗਰਾਮ ਪਤੇ ਦੀ ਗੱਲ ਲੈ ਕੇ ਇੱਕ ਵਾਰ ਫਿਰ ਤੁਹਾਡੇ ਨਾਲ ਸਾਂਝ ਪਾਉਣ ਹਾਜ਼ਰ ਹੋਏ ਹਾਂ। ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ। ਅੱਜ ਅਸੀਂ ਇੱਕ ਅਜਿਹਾ ਵਿਸ਼ਾ ਛੂਹਣ ਜਾ ਰਹੇ ਹਾਂ ਜਿਹਨੂੰ ਆਮ ਤੌਰ 'ਤੇ ਬੜਾ ਨਾਂਹ ਪੱਖੀ ਮੰਨਿਆ ਜਾਂਦਾ, ਜਿਵੇਂ ਕਿ ਸ਼ਿਕਾਇਤ ਕਰਨਾ। ਜਦੋਂ ਵੀ ਤੁਸੀਂ ਸ਼ਿਕਾਇਤ ਦੀ ਗੱਲ ਕਰਦੇ ਆ ਤੇ ਸਾਰਿਆਂ ਦੇ ਮਨ ਦੇ ਵਿੱਚ ਇਹ ਆਉਂਦਾ ਕਿ ਤੁਸੀਂ ਕੋਈ ਨਾ ਕੋਈ ਪੰਗਾ ਹੀ ਪਾਉਣਾ ਹੈਗਾ। ਪਰ ਸ਼ਿਕਾਇਤ ਕਰਨ ਦਾ ਇੱਕ ਬਹੁਤ ਹਾਂ ਪੱਖੀ ਪੱਖ ਵੀ ਹੈਗਾ, ਜਿਹਦੇ ਬਾਰੇ ਅੱਜ ਅਸੀਂ ਗੱਲ ਕਰਾਂਗੇ। ਖਾਸ ਕਰਕੇ ਅਸੀਂ ਸ਼ਿਕਾਇਤ ਕਿਸ ਢੰਗ ਨਾਲ ਕਰਦੇ ਹਾਂ, ਕਦੋਂ ਕਰਦੇ ਹਾਂ, ਕਿੱਥੇ ਕਰਦੇ ਹਾਂ, ਇਹ ਬਹੁਤ ਮਾਇਨੇ ਰੱਖਦਾ। ਜਿਵੇਂ ਕਿ ਅਗਰ ਅਸੀਂ ਘਰ ਦੀ ਗੱਲ ਲੈ ਲਈਏ, ਇਹ ਕਹੀਏ ਕਿ ਦਾਲ ਸਬਜ਼ੀ ਦੇ ਵਿੱਚ ਕਿਤੇ ਲੂਣ ਘੱਟ ਰਹਿ ਗਿਆ, ਅਤੇ ਅਸੀਂ ਜੇ ਸ਼ਿਕਾਇਤ ਇਸ ਢੰਗ ਨਾਲ ਕਰੀਏ ਵੀ ਦਾਲ ਸਬਜ਼ੀ ਬਣਾਇਆ ਕਰੋ, ਇਹਦੇ 'ਚ ਥੋੜ੍ਹਾ ਜਿਹਾ ਲੂਣ ਚੰਗੀ ਤਰ੍ਹਾਂ ਝੁਲਸ ਦਿਆ ਕਰੋ, ਤਾਂ ਸ਼ਾਇਦ ਜਿਹੜਾ ਸਾਡਾ ਜਵਾਬ ਆ ਉਹ ਵੀ ਮੂਹਰਿਓਂ ਕੁਛ ਇੱਦਾਂ ਦਾ ਹੀ ਹੋਊਗਾ ਕਿ ਤੁਸੀਂ ਵੀ ਸਾਰਾ ਦਿਨ ਸੋਫਾ ਹੀ ਭੰਨਦੇ ਆ, ਕਦੇ ਕਦੇ ਉੱਠ ਕੇ ਆਪਣੇ ਵੀ ਹੱਡ ਗੋਡੇ ਜਿਹੜੇ ਹੈਗੇ ਉਹ ਸਿੱਧੇ ਕਰ ਲਿਆ ਕਰੋ, ਤਾਂ ਲੂਣ ਤੁਸੀਂ ਆਪ ਲੈ ਲਓ। ਹਾਂਜੀ, ਅਗਰ ਅਸੀਂ ਇਸੇ ਗੱਲ ਨੂੰ ਥੋੜ੍ਹਾ ਜਿਹਾ ਬਦਲ ਕੇ ਕਹੀਏ ਕਿ ਅੱਜ ਦਾਲ ਸਬਜ਼ੀ ਤਾਂ ਬਹੁਤ ਵਧੀਆ ਬਣੀ ਆ, ਪਰ ਇਹਦੇ 'ਚ ਥੋੜ੍ਹਾ ਜਿਹਾ ਲੂਣ ਦੀ ਕਮੀ ਰਹਿ ਗਈ, ਕਿ ਜੇ ਤੁਸੀਂ ਇਹਦੇ 'ਚ ਥੋੜ੍ਹਾ ਜਿਹਾ ਲੂਣ ਹੋਰ ਪਾ ਦਿਓ, ਤਾਂ ਉਹਦਾ ਜਿਹੜਾ ਅਸਰ ਹੋਊਗਾ, ਉਹਦਾ ਜੋ ਜਵਾਬ ਹੋਊਗਾ ਉਹ ਬਿਲਕੁਲ ਅਲੱਗ ਤਰ੍ਹਾਂ ਦਾ ਹੋਊਗਾ, ਕਿਉਂਕਿ ਉਹ ਤੁਸੀਂ ਬੰਦੇ ਦੀ ਮਿਹਨਤ ਵੀ ਨੂੰ ਵੀ ਅਸੈਪਟ ਕੀਤਾ ਕਿ ਹਾਂ ਉਹਨਾਂ ਨੇ ਸਮਾਂ ਲਾ ਕੇ ਮਿਹਨਤ ਕਰਕੇ ਦਾਲ ਸਬਜ਼ੀ ਬਣਾਈ ਆ, ਪਰ ਇਹਦੇ ਵਿੱਚ ਇੱਕ ਘਾਟ ਰਹਿ ਗਈ। ਸੋ ਤੁਸੀਂ ਘਾਟ ਨੂੰ ਜਿਹੜਾ ਹੈਗਾ ਉਹਨਾਂ ਦੇ ਸਾਹਮਣੇ ਲਿਆਂਦਾ, ਨਾ ਕਿ ਉਹਨਾਂ ਦਾ ਤੁਸੀਂ ਕਿੰਤੂ ਪਰੰਤੂ ਕੀਤਾ ਹੈਗਾ। ਸੋ ਇਸੇ ਤਰ੍ਹਾਂ ਸਾਡੇ ਜ਼ਿੰਦਗੀ ਦੇ ਵਿੱਚ ਰੋਜ਼ਮਰਾ ਹੀ ਕੋਈ ਨਾ ਕੋਈ ਗੱਲ ਘਟਨਾ ਇੱਦਾਂ ਦੀ ਹੁੰਦੀ ਰਹਿੰਦੀ ਆ, ਜਿਹਦੇ ਬਾਰੇ ਸਾਨੂੰ ਕਦੇ ਨਾ ਕਦੇ ਕੋਈ ਸ਼ਿਕਾਇਤ ਕਰਨਾ ਪੈਂਦੀ ਆ। ਸੋ ਇਸੇ ਕਰਕੇ ਅੱਜ ਜਿਹੜਾ ਅਸੀਂ ਇਹ ਵਿਸ਼ਾ ਵੀ ਛੋਹਿਆ ਕਿ ਅਸੀਂ ਕਿਵੇਂ ਸ਼ਿਕਾਇਤ ਕਰੀਏ ਤਾਂ ਕਿ ਅਸੀਂ ਜਿਹੜਾ ਸ਼ਿਕਾਇਤ ਆ ਉਹ ਨਾ ਪੱਖੀ ਨਾ ਹੋ ਕੇ ਉਹ ਹਾਂ ਪੱਖੀ ਜਿਹੜੀ ਗੱਲ ਆ ਉਹ ਬਣ ਜਾਵੇ, ਜਿਹਦੇ ਨਾਲ ਅਸੀਂ ਆਪਣੀ ਜਿਹੜੀ ਜ਼ਿੰਦਗੀ ਆ ਜਾਂ ਜਿਹੜੀਆਂ ਸਾਡੀਆਂ ਹੋਰ ਗੱਲਾਂ ਹੈਗੀਆਂ ਅਸੀਂ ਉਹਨਾਂ ਦਾ ਕੋਈ ਢੁਕਵਾਂ ਹੱਲ ਲੱਭ ਸਕੀਏ। ਜੀ। ਸੋ ਬਲਵੀਰ ਜੀ, ਕਦੇ ਕਦੇ ਤੁਸੀਂ ਵੀ ਕੋਈ ਸ਼ਿਕਾਇਤ ਕਰ ਲੈਂਦੇ ਆ ਜੀ, ਜਾਂ ਤੁਹਾਨੂੰ ਵੀ ਕਦੇ ਸ਼ਿਕਾਇਤ ਹੁੰਦੀ ਆ ਕਿ ਤੁਹਾਡਾ ਸਾਰਾ ਕੁਝ ਸਹੀ ਚੱਲੀ ਜਾਂਦਾ? ਇਹ ਨਵਦੀਪ ਜੀ, ਇਹ ਆਪਣਾ ਜਿਹੜਾ ਹੈਗਾ ਆ ਟੌਪਿਕ ਦੇ ਉੱਤੇ ਗੱਲਬਾਤ ਕਰਨ ਤੋਂ ਪਹਿਲਾਂ ਹਾਂਜੀ, ਤੇ ਮੈਂ ਇੱਕ ਤੁਹਾਡੇ ਨਾਲ ਹੋਰ ਗੱਲ ਸਾਂਝੀ ਕਰਨੀ ਚਾਹੂੰਗਾ ਜੀ, ਕਿ ਇੱਕ ਵਾਰੀ ਇੱਕ ਪਤਨੀ ਆਪਣੇ ਪਤੀ ਨੂੰ ਕਹਿੰਦੀ ਹਾਂਜੀ ਕਿ ਦੇਖੋ ਕਿੱਡਾ ਸਾਰਾ ਦਿਨ ਚੜ੍ਹ ਗਿਆ ਕਿ ਤੁਸੀਂ ਸੁੱਤੇ ਪਏ ਆ, ਤਾਂ ਤੁਸੀਂ ਉੱਠ ਖੜੇ ਹੋਵੋ, ਮੈਂ ਰੋਟੀ ਪਕਾਉਣੀ ਆ। ਹਾਂਜੀ, ਤੇ ਉਹ ਕਹਿੰਦਾ ਮੇਰੀ ਕਿਹੜੀ ਚੁੱਲ੍ਹੇ 'ਚ ਲੱਤਾਂ ਤੇ ਮੈਂ ਕਿਹੜਾ ਤਵੇ 'ਤੇ ਸੁੱਤਾ ਪਿਆ ਤੇ ਰੋਟੀ ਪਕਾਈ ਆ। ਹਾਂਜੀ, ਸੋ ਉਹਦੇ ਜਿਹੜਾ ਸ਼ਿਕਾਇਤ ਕਰਨ ਦਾ ਢੰਗ ਵੀ ਸੀ ਜੀ, ਤੇ ਉਹ ਵੀ ਸਹੀ ਨਹੀਂ ਸੀ। ਹਾਂਜੀ, ਤੇ ਉਹਦਾ ਜਿਹੜਾ ਸ਼ਿਕਾਇਤ ਸਮਝਣ ਦਾ ਢੰਗ ਸੀ ਜੀ, ਉਹ ਵੀ ਸਹੀ ਨਹੀਂ ਸੀ। ਤਾਂ ਇਸ ਕਰਕੇ ਜਿਹੜੀ ਉਹਨਾਂ ਦੀ ਸਮੱਸਿਆ ਸੀਗੀ ਉਹ ਕਿਸੇ ਦੀ ਵੀ ਹੱਲ ਨਹੀਂ ਹੋ ਸਕੀ। ਬਿਲਕੁਲ। ਤੇ ਉਹ ਪਤਨੀ ਨੇ ਰੋਟੀਆਂ ਪਕਾਉਣੀਆਂ ਸੀ, ਆਪਣੇ ਹੋਰ ਕੰਮਕਾਰ ਕਰਨੇ ਸੀ ਜੀ, ਤੇ ਉਹ ਵੀ ਨਹੀਂ ਕਰ ਸਕੀ, ਤੇ ਪਤੀ ਵੀ ਨਹੀਂ ਜਿਹੜਾ ਸੁੱਤਾ ਪਿਆ ਉੱਠ ਸਕਿਆ, ਨਹੀਂ ਉੱਠ ਸਕਿਆ, ਉਹ ਵੀ ਸੁੱਤਾ ਪਿਆ ਰਿਹਾ। ਸੋ ਇਸ ਕਰਕੇ ਜਿਹੜੀ ਸ਼ਿਕਾਇਤ ਨੂੰ ਸਹੀ ਤਰੀਕੇ ਦੇ ਨਾਲ ਕਰਨਾ ਤੇ ਉਹਨੂੰ ਸਮਝਣਾ ਇਹ ਵੀ ਅਤੀ ਜ਼ਰੂਰੀ ਆ। ਹਾਂਜੀ, ਬਹੁਤ ਜ਼ਿਆਦਾ ਜ਼ਰੂਰੀ ਆ। ਹਾਂਜੀ, ਮੈਨੂੰ ਬਲਵੀਰ ਜੀ ਯਾਦ ਆ ਜੀ, ਕਈ ਸਾਲਾਂ ਦੀ ਗੱਲ ਆ, ਹੁਣ ਤਾਂ ਹੋ ਗਈ। ਮੈਂ ਜਦੋਂ ਇੰਡੀਆ ਨੂੰ ਗਿਆ ਅਤੇ ਸਾਡੀ ਕਨੈਕਟਿੰਗ ਫਲਾਈਟ ਸੀਗੀ ਜੀ, ਅਤੇ ਉਹ ਜਦੋਂ ਅਸੀਂ ਦਿੱਲੀ ਏਅਰਪੋਰਟ 'ਤੇ ਪਹੁੰਚੇ ਅਤੇ ਸਾਡੇ ਬਹੁਤ ਸਾਰੇ ਜਿਹੜੇ ਸਾਥੀ ਸੀਗੇ, ਪੈਸੇਂਜਰ ਸੀਗੇ, ਉਹਨਾਂ ਦਾ ਜਿਹੜਾ ਸਮਾਨ ਸੀਗਾ ਉਹ ਪਿੱਛੇ ਰਹਿ ਗਿਆ ਜੀ, ਉਹ ਉੱਥੇ ਨਾ ਪਹੁੰਚਿਆ। ਉੱਥੇ ਮੇਰੇ ਨਾਲ ਇੱਕ ਸਾਥੀ ਸੀਗੇ ਜਿਨ੍ਹਾਂ ਦਾ ਸਮਾਨ ਰਹਿ ਗਿਆ ਸੀ। ਸਾਥੀ ਤੋਂ ਮਤਲਬ ਮੇਰਾ ਇਹ ਆ ਕਿ ਉਹ ਵੀ ਉਸੇ ਜਹਾਜ਼ ਦੇ ਵਿੱਚ ਜਿਹੜਾ ਸੀਗਾ ਉਹ ਸਫ਼ਰ ਕਰ ਰਹੇ ਸੀ, ਪੈਸੇਂਜਰ ਸੀਗੇ। ਉਹਨਾਂ ਦੀ ਕਾਫੀ ਜਿਹੜੀ ਸੀਗੀ ਉਹ ਸ਼ਰਾਬ ਪੀਤੀ ਹੋਈ ਸੀਗੀ। ਹਾਂਜੀ, ਅਤੇ ਨਾਲ ਉਹਨਾਂ ਦੀ ਯੰਗ ਫੈਮਿਲੀ ਸੀਗੀ। ਜਿੱਦਾਂ ਆਮ ਕਰਕੇ ਆਪਣੇ ਬਹੁਤੇ ਪੰਜਾਬੀ ਜਿਹੜੇ ਹੈਗੇ ਆ, ਹਾਂਜੀ, ਕਈ ਤਾਂ ਬਹੁਤ ਜ਼ਿਆਦਾ ਟੱਲੀ ਹੋਏ ਹੁੰਦੇ ਆ, ਫਿਰ ਉਹ ਥੋੜ੍ਹਾ ਜਿਹਾ ਫਾਇਦਾ ਵੀ ਲੈ ਲੈਂਦੇ ਆ। ਹਾਂਜੀ, ਵੀ ਇਸ ਗੱਲ ਦਾ ਹੋਵੇ। ਉਹ ਜਦੋਂ ਅਸੀਂ ਦਿੱਲੀ ਏਅਰਪੋਰਟ 'ਤੇ ਪਹੁੰਚੇ ਤਾਂ ਸਾਨੂੰ ਜਿਹੜਾ ਉਸ ਫਲਾਈਟ ਦਾ ਸਟਾਫ ਸੀਗਾ ਉਹਨਾਂ ਨੇ ਸਾਨੂੰ ਆਲਰੇਡੀ ਦੱਸ ਦਿੱਤਾ ਵੀ ਸਾਨੂੰ ਪਤਾ ਲੱਗ ਗਿਆ ਕਿ ਕੁਛ ਸਾਡਾ ਸਮਾਨ ਜਿਹੜਾ ਹੈਗਾ ਇਸ ਫਲਾਈਟ ਦਾ ਉਹ ਰਹਿ ਗਿਆ ਜੀ। ਸੋ ਅਸੀਂ ਜਿਹੜਾ ਸਾਨੂੰ ਤੁਸੀਂ ਆਪਣਾ ਨਾਮ ਪਤਾ
ਦੇ ਦਿਓ, ਜਿੱਥੇ ਤੁਸੀਂ ਜਾ ਕੇ ਰੁਕਣਾ ਸਾਨੂੰ ਉਹ ਥਾਂ ਪਤੇ ਦਾ ਦੱਸ ਦਿਓ ਤੇ ਅਸੀਂ ਜਿਹੜਾ ਸਮਾਨ ਆ ਉਹ ਕੱਲ੍ਹ ਤੱਕ ਅਸੀਂ ਤੁਹਾਡਾ ਪਹੁੰਚਦਾ ਕਰ ਦੇਵਾਂਗੇ। ਔਰ ਜਿਹੜਾ ਸਟਾਫ ਸੀਗਾ ਉਹ ਕਾਫੀ ਹੱਦ ਤੱਕ ਤੁਹਾਡੀ ਮਦਦ ਕਰਨ ਲਈ ਉਹ ਤਤਪਰ ਸੀ ਜੀ। ਪਰ ਇਹ ਜਿਹੜੇ ਸੱਜਣ ਸੀਗੇ ਜਿਨ੍ਹਾਂ ਨੇ ਚੰਗੀ ਤਰ੍ਹਾਂ ਐਨ ਟੱਲੀ ਹੋਏ ਸੀ, ਹਾਂਜੀ, ਇਹਨਾਂ ਦੇ ਇੱਕੋ ਹੀ ਗੱਲ ਉਹ ਸਟਾਫ ਨੂੰ ਕਹੀ ਜਾਂਦੇ ਸੀ ਵੀ ਤੁਸੀਂ ਜੀ ਮੇਰੀ ਫਲਾਈਟ ਕੈਂਸਲ ਕਰ ਦਿਓ। ਹਾਂਜੀ। ਉਹ ਜਿਹੜਾ ਉਹਨਾਂ ਦਾ ਸਟਾਫ ਮੈਂਬਰ ਸੀਗਾ ਜੈਂਟਲਮੈਨ, ਉਹ ਜਿਹੜਾ ਹੈਂਡਲ ਕਰ ਰਿਹਾ ਸੀਗਾ, ਉਹ ਕਹਿੰਦਾ ਭਾਜੀ ਮੈਂ ਹੁਣ ਤੁਹਾਡੀ ਫਲਾਈਟ ਕੀ ਕੈਂਸਲ ਕਰਾਂ, ਤੁਸੀਂ ਉੱਥੋਂ ਚੜ੍ਹ ਕੇ ਇੱਥੇ ਆ ਗਏ ਆ, ਹਾਂਜੀ, ਸਮਾਨ ਅਸੀਂ ਤੁਹਾਡਾ ਕੱਲ੍ਹ ਨੂੰ ਪਹੁੰਚਦਾ ਕਰ ਦੇਣਾ ਜੀ, ਵੀ ਫਲਾਈਟ ਕੈਂਸਲ ਕਰਨ ਦੀ ਤਾਂ ਕੋਈ ਗੱਲ ਨਹੀਂ ਹੈਗੀ, ਵੀ ਜੇ ਤੁਸੀਂ ਮੁੜ ਕੇ ਨਹੀਂ ਜਾਣਾ ਹਾਂਜੀ ਤਾਂ ਫਿਰ ਮੈਂ ਤੁਹਾਡੀ ਫਲਾਈਟ ਜਿਹੜੀ ਆ ਉਹ ਜਾਣ ਦੀ ਕੈਂਸਲ ਕਰ ਦੇਣਾ। ਹਾਂਜੀ। ਉਹ ਆਪਣੀ ਉਹਨਾਂ ਨੇ ਇੱਕ ਰਾਗ ਜਿਹੜਾ ਸੀਗਾ ਉਹ ਆਪਣਾ ਜਾਰੀ ਰੱਖਿਆ। ਹਾਂਜੀ। ਜਿਹੜਾ ਉਹਨਾਂ ਨੇ ਕਿਹਾ ਨਹੀਂ ਜੀ ਤੁਸੀਂ ਮੇਰੀ ਫਲਾਈਟ ਕੈਂਸਲ ਕਰ ਦਿਓ, ਮੈਂ ਨਹੀਂ ਜਾਣਾ, ਤੁਹਾਡੀ ਫਲਾਈਟ ਬਹੁਤ ਮਾੜੀ ਆ। ਹਾਂਜੀ। ਅੱਛਾ, ਉਹ ਅਖੀਰ ਉਹ ਬੰਦਾ ਜੀ ਖਿੱਚ ਗਿਆ ਤੇ ਉਹਨੇ ਕਿਹਾ ਵੀ ਭਾਜੀ ਤੁਸੀਂ ਇੱਧਰ ਆ ਜਾਓ, ਬਾਕੀਆਂ ਦਾ ਮੈਨੂੰ ਕੰਮ ਕਰ ਲੈਣ ਦਿਓ, ਤਾਂ ਤੁਸੀਂ 2 ਮਿੰਟ ਕਰੋ, ਮੈਂ ਤੁਹਾਡੀ ਫਲਾਈਟ ਕੈਂਸਲ ਕਰ ਦਿੰਦਾ। ਹਾਂਜੀ। ਤੇ ਨਾਲ ਇਸ ਜੈਂਟਲਮੈਨ ਦੀ ਪਤਨੀ ਸੀਗੀ, ਉਹਨਾਂ ਨੇ ਉਹਨੂੰ ਕਿਹਾ ਵੀ ਭੈਣ ਜੀ ਤੁਸੀਂ ਇਹਨਾਂ ਨੂੰ ਮਾੜਾ ਜਿਹਾ ਸਮਝਾਓ, ਜੇ ਇਹੀ ਗੱਲ ਤੇ ਅੜੀ ਕਰਦੇ ਰਹੇ, ਮੈਂ ਇਹਨਾਂ ਦੀ ਫਲਾਈਟ ਕੈਂਸਲ ਕਰ ਦਿੱਤੀ ਤਾਂ ਤੁਹਾਨੂੰ ਮੁੜ ਕੇ ਜਾਣ ਲਈ ਕਾਫੀ ਮੁਸ਼ਕਲ ਆਊਗੀ। ਹਾਂਜੀ। ਸੋ ਮੇਰੇ ਕਹਿਣ ਦਾ ਇਹ ਆ ਵੀ ਉਹ ਜਿਹੜਾ ਉਹਨਾਂ ਦਾ ਸ਼ਿਕਾਇਤ ਕਰਨ ਦਾ ਢੰਗ ਸੀਗਾ, ਹਾਂਜੀ, ਉਹ ਕੋਈ ਬਹੁਤਾ ਵਧੀਆ ਨਹੀਂ ਸੀਗਾ। ਬਿਲਕੁਲ, ਹੈ ਨਾ। ਸੋ ਅਗਰ ਉਹ ਜਿਹੜਾ ਸਟਾਫ ਆ ਉਹਨਾਂ ਨੂੰ ਪਤਾ ਲੱਗਿਆ ਕਿ ਸਾਡੇ ਕੋਲੋਂ ਗਲਤੀ ਹੋ ਗਈ ਆ ਔਰ ਉਹ ਗਲਤੀ ਦਾ ਤੁਹਾਨੂੰ ਜਿਹੜਾ ਆ ਉਹ ਹੱਲ ਸੁਝਾ ਰਹੇ ਆ ਕਿ ਅਸੀਂ ਤੁਹਾਡਾ ਸਮਾਨ ਜਿਹੜਾ ਪਹੁੰਚਦਾ ਕਰ ਦੇਣਾ। ਹਾਂਜੀ। ਫਿਰ ਵੀ ਤੁਸੀਂ ਇੱਕੋ ਹੀ ਚਾਲੇ ਤੁਸੀਂ ਚੱਲੀ ਜਾਓ ਤੇ ਉਹਦਾ ਜਿਹੜਾ ਨਤੀਜਾ ਆ ਉਹ ਕੋਈ ਬਹੁਤਾ ਵਧੀਆ ਨਹੀਂ ਨਿਕਲਣਾ। ਸੋ ਉਹ ਬੰਦੇ ਦੇ ਕੋਲ ਇੰਨੀ ਕਾਬਲੀਅਤ ਹੀ ਨਹੀਂ ਸੀਗੀ, ਹਾਂਜੀ, ਕਿ ਉਹ ਜਿਹੜੀ ਗੱਲ ਦੇ ਬਾਰੇ ਸ਼ਿਕਾਇਤ ਕਰਨੀ ਸੀ ਉਹ ਸਮਝ ਸਕੇ। ਬਿਲਕੁਲ, ਕਿ ਉਹਨੂੰ ਉਹ ਅੱਗਿਓਂ ਕੀ ਇਨਫੋਰਮੇਸ਼ਨ ਦੇ ਰਹੇ ਆ, ਹਾਂਜੀ, ਜਾਂ ਉਹਨੂੰ ਜਿਹੜੀ ਸ਼ਿਕਾਇਤ ਹੈਗੀ ਉਹ ਕਿਸ ਤਰ੍ਹਾਂ ਕਰਨੀ ਚਾਹੀਦੀ ਆ, ਤੇ ਜਾਂ ਉਹਦੇ ਕੋਲ ਜਿਹੜੀ ਉਹ ਜਾਣਕਾਰੀ ਉਹਨੂੰ ਦਿੰਦੇ ਸੀ ਉਹ ਗ੍ਰਹਿਣ ਕਰਨ ਦੀ ਵੀ ਉਹਦੇ ਵਿੱਚ ਹਿੰਮਤ ਇੰਨੀ ਹੈ ਨਾ ਸੀ। ਬਿਲਕੁਲ, ਹਾਂਜੀ, ਬਿਲਕੁਲ। ਇਹ ਕਰਕੇ ਸਾਡੇ ਲਈ ਸਮਝਣਾ ਬਹੁਤ ਜ਼ਰੂਰੀ ਆ, ਹਾਂਜੀ, ਕਿ ਜਦੋਂ ਅਸੀਂ ਸ਼ਿਕਾਇਤ ਕਰਦੇ ਹਾਂ ਤਾਂ ਸਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਜਾਂ ਕਿਵੇਂ ਕਰਨੀ ਚਾਹੀਦੀ ਆ। ਬਿਲਕੁਲ। ਜਿਹੜਾ ਮੋਰ ਜਿਸ ਕੋਲ ਤੁਸੀਂ ਸ਼ਿਕਾਇਤ ਕਰ ਰਹੇ ਆ ਉਹਦਾ ਤੁਹਾਡੇ ਪ੍ਰਤੀ ਨਜ਼ਰੀਆ ਕੀ ਹੈਗਾ, ਉਹਨਾਂ ਦੇ ਉਹ ਤੁਹਾਨੂੰ ਕਿੱਦਾਂ ਬਿਹੇਵ ਕਰ ਰਹੇ ਆ ਤੁਹਾਡੇ ਦੇ ਨਾਲ, ਤਾਂ ਕਿ ਤੁਹਾਡੀ ਜਿਹੜੀ ਹੈਗੀ ਆ ਉਹਦਾ ਵਧੀਆ ਨਿਕਲ ਸਕੇ। ਬਿਲਕੁਲ। ਅੱਛਾ, ਇੱਦਾਂ ਦੀ ਕੋਈ ਚੰਗੀ ਉਦਾਹਰਨ ਜਿਹੜੀ ਹੋਵੇ, ਹਾਂਜੀ, ਜੋ ਤੁਹਾਡੇ ਦਿਮਾਗ 'ਚ ਹੋਵੇ ਜਿਹੜੀ ਤੁਸੀਂ ਸਾਂਝੀ ਕਰਨੀ ਚਾਹੋ? ਇਹ ਤਾਂ ਚਲੋ ਬਹੁਤ ਵਧੀਆ ਉਦਾਹਰਨ ਨਹੀਂ ਸੀਗੀ, ਹਾਂਜੀ, ਕੋਈ ਇੱਦਾਂ ਦਾ ਵਾਕਿਆ ਹੋਇਆ ਹੋਵੇ ਜਿਹਦਾ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੋ, ਕਿ ਜਿੱਥੋਂ ਪਤਾ ਲੱਗੇ ਕਿ ਹਾਂ ਕਿ ਜਿਹੜੀ ਸਾਨੂੰ ਸ਼ਿਕਾਇਤ ਆ ਅਗਰ ਸਾਨੂੰ ਕਰਨ ਦੀ ਲੋੜ ਪੈਂਦੀ ਆ ਤਾਂ ਅਸੀਂ ਇਸ ਢੰਗ ਦੇ ਨਾਲ ਵੀ ਜਿਹੜੀ ਹੈਗੀ ਉਹ ਕਰ ਸਕਦੇ ਹਾਂ। ਬਿਲਕੁਲ। ਇਹ ਤਾਂ ਨਵਦੀਪ ਜੀ ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕਰਦੇ ਸੀ ਜੀ, ਕਿ ਪਹਿਲੇ ਤੇ ਇੱਕ ਸ਼ਿਕਾਇਤ ਕਰਨੇ ਦਾ ਸੁਲਝਿਆ ਹੋਇਆ ਤਰੀਕਾ ਹੋਣਾ ਚਾਹੀਦਾ। ਬਿਲਕੁਲ, ਕਿ ਤੁਹਾਨੂੰ ਆਪਣੇ ਆਪ ਪਹਿਲਾਂ ਤਾਂ ਸਮਝ ਹੋਣੀ ਚਾਹੀਦੀ, ਜਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਮੈਂ ਸ਼ਿਕਾਇਤ ਕਿਹੜੀ ਚੀਜ਼ ਦੇ ਬਾਰੇ ਕਰਨੀ ਆ ਜੀ, ਤੇ ਮੈਂ ਉਹ ਸ਼ਿਕਾਇਤ ਕਿੱਦਾਂ ਕਰਨੀ ਆ। ਹਾਂਜੀ। ਤਾਂ ਉਹ ਜਿਹੜਾ ਸ਼ਿਕਾਇਤ ਕਰਨੇ ਦਾ ਤਰੀਕਾ ਹੈਗਾ ਉਹ ਵੀ ਜਿਸ ਤਰ੍ਹਾਂ ਕਹਿੰਦੇ ਹੁੰਦੇ ਆ ਕਿ ਨਾ ਪੱਖੀ ਨਾ ਹੋਵੇ, ਤੇ ਉਹ ਅੱਛੇ ਵਧੀਆ ਤਰੀਕੇ ਦੇ ਨਾਲ ਜਿਹੜੀ ਸ਼ਿਕਾਇਤ ਹੈਗੀ ਉਹ ਕੀਤੀ ਜਾਵੇ ਜੀ। ਤੇ ਦੂਜੇ ਪਾਸੇ ਜਿਹੜਾ ਹੈਗਾ ਸ਼ਿਕਾਇਤ ਸੁਣਨੇ ਵਾਲਾ, ਤੇ ਇਹ ਵੀ ਹੋਣਾ ਚਾਹੀਦਾ ਕਿ ਉਹ ਵੀ ਸ਼ਿਕਾਇਤ ਸੁਣਨੇ ਦੇ ਕਾਬਿਲ ਹੋਵੇ ਜੀ। ਤੇ ਇਹ ਜ਼ਰੂਰੀ ਨਹੀਂ ਹੁੰਦਾ ਕਿ ਜਿਨ੍ਹਾਂ ਦੇ ਕੋਲ ਤੁਸੀਂ ਸ਼ਿਕਾਇਤ ਕਰਨੀ ਹੁੰਦੀ ਆ, ਹਾਂਜੀ, ਤੇ ਉਹ ਤੁਹਾਡੀ ਜਿਹੜੀ ਸ਼ਿਕਾਇਤ ਹੈਗੀ ਉਹ ਸਮਝ ਜਾਂਦੇ ਆ। ਬਿਲਕੁਲ। ਤੇ ਇਹ ਜਿਹੜੀ ਸ਼ਿਕਾਇਤ ਕਰਨੇ ਦੀ ਗੱਲ ਹੈ, ਇਹ ਸ਼ਿਕਾਇਤ ਬੱਚੇ ਵੀ ਆਪਣੇ ਮਾਂ-ਬਾਪ ਦੇ ਕੋਲ ਕਰਦੇ ਆ, ਹਾਂਜੀ, ਤੇ ਪਤੀ ਪਤਨੀ ਵੀ ਇੱਕ ਦੂਜੇ ਦੇ ਕੋਲ ਸ਼ਿਕਾਇਤ ਕਰਦੇ ਆ। ਬਿਲਕੁਲ। ਜਿੱਥੋਂ ਤੁਸੀਂ ਚੀਜ਼ਾਂ ਖਰੀਦਦੇ ਆ ਦੁਕਾਨਦਾਰਾਂ ਦੇ ਨਾਲ, ਹਾਂਜੀ, ਦੁਕਾਨਦਾਰ ਵੀ ਸ਼ਿਕਾਇਤ ਕਰਦੇ ਆ ਤੁਹਾਡੇ ਬਾਰੇ, ਹਾਂਜੀ, ਤੇ ਹਾਲਾਂਕਿ ਉਹ ਕਸਟਮਰ ਬਾਰੇ ਆਮ ਕਰਕੇ ਇੰਨੀਆਂ ਗੱਲਾਂ ਨਹੀਂ ਕਹਿੰਦੇ ਜਾਂ ਸ਼ਿਕਾਇਤਾਂ ਨਹੀਂ ਕਰਦੇ, ਹਾਂਜੀ, ਬਾਬਲ ਕੀ ਗੱਲ ਨਹੀਂ ਕਰਦੇ। ਬਿਲਕੁਲ। ਲੇਕਿਨ ਜਿਹੜੇ ਕਸਟਮਰ ਹੈਗੇ ਆ ਉਹਨਾਂ ਦੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਹੁੰਦੀਆਂ, ਹਾਂਜੀ, ਤੇ ਸੋ ਉਹਦੇ ਵਿੱਚ ਜਿਹੜੇ ਸ਼ਿਕਾਇਤਕਰਤਾ ਦਾ ਆਪਣਾ ਵਧੀਆ ਤਰੀਕਾ ਹੋਣਾ ਚਾਹੀਦਾ ਜੀ। ਤਾਂ ਜੇ ਤੁਹਾਨੂੰ ਲੱਗਦਾ ਹੈਗਾ ਕਿ ਜਿਹਦੇ ਕੋਲ ਮੈਂ ਸ਼ਿਕਾਇਤ ਕਰ ਰਿਹਾ ਮੇਰੀ ਉਹ ਸ਼ਿਕਾਇਤ ਕਿਤੇ ਜਾ ਹੀ ਨਹੀਂ ਰਹੀ ਜਾਂ ਉਹ ਸਮਝ ਨਹੀਂ ਰਹੇ, ਹਾਂਜੀ, ਤਾਂ ਤੁਹਾਨੂੰ ਫਿਰ ਹੋਰ ਕੋਈ ਤਰੀਕਾ ਅਪਣਾਉਣਾ ਪੈਣਾ। ਤੇ ਮੈਂ ਇੱਥੇ ਇੱਕ ਕੈਪੇਬਿਲਿਟੀ ਉਹਦਾ ਜ਼ਿਕਰ ਕਰੂੰਗਾ, ਹਾਂਜੀ, ਕਿ ਜਿਹੜੀ ਨਾ ਪਾਵਰ ਆਫ ਅੰਡਰਸਟੈਂਡਿੰਗ, ਹਾਂਜੀ, ਪਾਵਰ ਆਫ ਰੀਜ਼ਨਿੰਗ, ਹਾਂਜੀ, ਕਿ ਕੋਈ ਗੱਲ ਕਰਨੇ ਦੇ ਵਾਸਤੇ, ਕੋਈ ਗੱਲ ਸਮਝਣ ਦੇ ਵਾਸਤੇ ਜੀ, ਤਾਂ ਤੁਹਾਡੇ ਕੋਲ ਉਹ ਪਾਵਰ ਆਫ ਅੰਡਰਸਟੈਂਡਿੰਗ ਕੈਪੇਬਿਲਿਟੀ ਹੋਣੀ ਚਾਹੀਦੀ ਹੈ ਸਮਝਣ ਦੀ। ਬਿਲਕੁਲ। ਤਾਂ ਦੂਜੇ ਪਾਸੇ ਜਿਹੜੀ ਹੈਗੀ ਆ ਰੀਜ਼ਨਿੰਗ ਪਾਵਰ ਵੀ ਹੋਣੀ ਚਾਹੀਦੀ ਆ, ਹਾਂਜੀ, ਜਿਹੜੀ ਕਿ ਆਮ ਬਹੁਤ ਸਾਰੇ ਲੋਕਾਂ ਦੇ ਵਿੱਚ ਉਹ ਨਹੀਂ ਹੁੰਦੀ। ਅਸੀਂ ਅਕਸਰ ਹੀ ਇੱਦਾਂ ਕਹਿੰਦੇ ਹਾਂ ਕਿ ਦੂਜਿਆਂ ਨੂੰ ਅਸੀਂ
ਗਲਤ ਕਹਿਣ ਦੇ ਲਈ ਤਾਂ ਬਹੁਤ ਕਾਹਲੇ ਹੁੰਨੇ ਆ ਜੀ, ਲੇਕਿਨ ਜਦੋਂ ਸਾਨੂੰ ਕੋਈ ਗਲਤ ਕਹਿੰਦਾ ਤਾਂ ਅਸੀਂ ਮੋਹਰਿਓਂ ਲੜਨ ਨੂੰ ਪੈਂਦੇ ਆ। ਹਾਂਜੀ, ਤਾਂ ਉਹਦੇ ਨਾਲ ਕੋਈ ਚੀਜ਼ ਜਿਹੜੀ ਹੈਗੀ ਆ ਉਹ ਸੁਲਝ ਨਹੀਂ ਜਾਂਦੀ। ਸੋ ਮੰਨ ਲਓ ਜੇ ਅਸੀਂ ਹੁਣ ਜਿਸ ਤਰ੍ਹਾਂ ਕਿ ਤੁਸੀਂ ਕੋਈ ਚੀਜ਼ ਖਰੀਦੀ ਹੈਗੀ ਹੈ ਦੁਕਾਨ ਦੇ ਵਿੱਚੋਂ, ਉਹ ਨਹੀਂ ਨਿਕਲੀ ਜਿਹੜੀ ਚੀਜ਼ ਉਹ ਹੋਣੀ ਚਾਹੀਦੀ ਆ, ਹਾਂਜੀ, ਤਾਂ ਫਿਰ ਤੁਸੀਂ ਉਹਦੀ ਕੰਪਲੇਂਟ ਕਰਨੀ ਹੈਗੀ ਆ। ਤੇ ਫਿਰ ਤੁਸੀਂ ਤੁਹਾਡਾ ਜਿਹੜਾ ਸ਼ਾਪ ਦੇ ਅੰਦਰ ਜਾ ਕੇ ਜਿਹੜਾ ਵੀ ਉੱਥੇ ਕੋਈ ਕੰਮ ਕਰਦਾ ਹੈਗਾ ਜਾਂ ਟਿੱਲ ਦੇ ਉੱਤੇ, ਹਾਂਜੀ, ਤਾਂ ਜਾਂ ਤੁਸੀਂ ਉਹਦੇ ਕੋਲ ਸ਼ਿਕਾਇਤ ਕਰੋਗੇ, ਦੇਖੋ ਜੇ ਚੀਜ਼ ਟੁੱਟੀ ਹੋਈ ਨਿਕਲੀ ਜਾਂ ਖਰਾਬ ਨਿਕਲੀ ਆ, ਤੇ ਜਾਂ ਫਿਰ ਤੁਸੀਂ ਜਿਹੜਾ ਹੈਗਾ ਆ ਜੇ ਉਹ ਗੱਲ ਨਹੀਂ ਸੁਣਦੇ ਤਾਂ ਤੁਸੀਂ ਉਹਨੂੰ ਪੁੱਛੋ ਕਿ ਮੈਂ ਇਹਦੇ ਬਾਰੇ ਸ਼ਿਕਾਇਤ ਕਰਨੀ ਹੈ ਤੇ ਤੁਹਾਡੇ ਮੈਨੇਜਰ ਦਾ ਨਾਂ ਕੀ ਹੈ, ਜੇ ਮੈਨੂੰ ਕਿੱਦਾਂ ਮਿਲੂ, ਕਿੱਥੋਂ ਮਿਲੂ, ਕਦੋਂ ਮਿਲੂ ਜੀ, ਤਾਂ ਉਹ ਤੋਂ ਤੁਸੀਂ ਪਤਾ ਕਰਕੇ ਤਾਂ ਫਿਰ ਤੁਸੀਂ ਉਹਨਾਂ ਦੇ ਕੋਲ ਆਪਣੀ ਜਿਹੜੀ ਸ਼ਿਕਾਇਤ ਹੈਗੀ ਉਹ ਦਰਜ ਕਰਵਾ ਸਕਦੇ। ਹਾਂਜੀ, ਉਹਦਾ ਜਿਹੜਾ ਇੱਕ ਵਧੀਆ ਅੱਛਾ ਤਰੀਕਾ ਹੋਣਾ ਚਾਹੀਦਾ ਉਹ ਕਰਨੇ ਦਾ। ਕਈ ਵਾਰੀ ਅਸੀਂ ਆਪਣੀ ਗੱਲਬਾਤ ਕਰਨੇ ਦੇ ਲਹਿਜੇ ਦੇ ਨਾਲ ਹੀ ਅਸੀਂ ਦੂਸਰੇ ਬੰਦੇ ਨੂੰ ਜਿਹਦੇ ਕੋਲ ਸ਼ਿਕਾਇਤ ਕਰਨੀ ਹੈ ਖਾਮ-ਖਾ ਉਹਨੂੰ ਅਸੀਂ ਆਪਣੇ ਅਗੇਂਸਟ ਕਰ ਲੈਂਦੇ ਹਾਂ। ਬਿਲਕੁਲ, ਜੇ ਉਹਨੇ ਸਾਡੀ ਗੱਲ ਸੁਣਨੀ ਹੁੰਦੀ ਆ ਤਾਂ ਕਰਕੇ ਸਾਡਾ ਜਿਹੜਾ ਵਤੀਰਾ ਹੈ ਉਹ ਝਗੜਾਲੂ ਹੋ ਜਾਂਦਾ। ਹਾਂਜੀ, ਤਾਂ ਅਸੀਂ ਯਕਦਮ ਤੈਸ਼ ਦੇ ਵਿੱਚ ਆ ਜਾਂਦੇ ਹਾਂ। ਜੇ ਉਹਨੇ ਸਾਡੀ ਗੱਲ ਮੰਨਣੀ ਹੁੰਦੀ, ਸੁਣਨੀ ਹੁੰਦੀ ਤਾਂ ਫਿਰ ਵੀ ਨਹੀਂ ਮੰਨਦੇ। ਬਿਲਕੁਲ ਜੀ। ਹਾਂਜੀ, ਅੱਛਾ, ਜੇ ਅਸੀਂ ਇਸ ਸਵਾਲ ਨੂੰ ਥੋੜ੍ਹਾ ਜਿਹਾ ਹੋਰ ਤਰ੍ਹਾਂ ਆਪਾਂ ਕਰੀਏ, ਹਾਂਜੀ, ਕਿ ਸ਼ਿਕਾਇਤ ਕਰਨਾ ਕਿਉਂ ਜ਼ਰੂਰੀ ਆ? ਹਾਂਜੀ, ਜਿੱਦਾਂ ਮੈਂ ਪਹਿਲਾਂ ਸ਼ੁਰੂ 'ਚ ਗੱਲ ਕੀਤੀ ਸੀ ਕਿ ਆਮ ਤੌਰ 'ਤੇ ਜਿਹੜਾ ਸ਼ਿਕਾਇਤ ਕਰਨਾ ਉਹਨੂੰ ਨਾ ਪੱਖੀ ਮੰਨਿਆ ਜਾਂਦਾ। ਹਾਂਜੀ, ਪਰ ਸ਼ਿਕਾਇਤ ਕਰਨ ਦਾ ਕੋਈ ਫਾਇਦਾ ਵੀ ਹੈ ਤਾਂ ਕਿ ਅਸੀਂ ਸ਼ਿਕਾਇਤ ਕਰੀਏ ਜਾਂ ਸਾਨੂੰ ਜ਼ਰੂਰ ਕਰਨੀ ਚਾਹੀਦੀ ਹੈ, ਉਹ ਵੀ ਮੁਨਾਸਬ। ਹਰੇਕ ਸਾਡਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਹਰ ਪਲ ਹਰੇਕ ਥਾਂ 'ਤੇ ਤੁਸੀਂ ਸ਼ਿਕਾਇਤਾਂ ਹੀ ਕਰਨੀਆਂ, ਪਰ ਜਿੱਥੇ ਜ਼ਰੂਰੀ ਬਣਦਾ ਹੋਵੇ। ਜਿੱਦਾਂ ਮੇਰੇ ਦਿਮਾਗ ਦੇ ਵਿੱਚ ਇਹ ਗੱਲ ਆਉਂਦਾ ਵੀ ਸ਼ਿਕਾਇਤ ਤੁਹਾਡੀ ਉੱਥੇ ਵੀ ਕਰਨੀ ਜ਼ਰੂਰੀ ਬਣਦੀ ਆ, ਮੰਨ ਲਓ ਜਿੱਥੇ ਕਿਸੇ ਕੋਲੋਂ ਕੋਈ ਗਲਤੀ ਹੋ ਗਈ ਆ। ਜਿਵੇਂ ਮੈਂ ਹੁਣ ਆਪਾਂ ਪਹਿਲਾਂ ਕੀਤੀ ਸੀ ਕਿ ਉਹਨਾਂ ਨੂੰ ਪਤਾ ਲੱਗਾ ਕਿ ਸਾਡਾ ਸਮਾਨ ਅਸੀਂ ਇਸ ਜਹਾਜ਼ 'ਚ ਲੋਡ ਕਰਨਾ ਸੀ ਪਰ ਅਸੀਂ ਕਿਤੇ ਹੋਰ ਕਰ ਦਿੱਤਾ। ਔਰ ਕਈ ਵਾਰੀ ਇਹ ਵੀ ਹੁੰਦਾ ਕਿ ਉਹ ਜਿਹੜੀ ਗਲਤੀ ਆ ਉਹ ਉਹਨਾਂ ਦੇ ਨੋਟਿਸ ਵਿੱਚ ਨਹੀਂ ਹੁੰਦੀ। ਹਾਂਜੀ, ਸੋ ਤੁਸੀਂ ਸ਼ਿਕਾਇਤ ਕਰਕੇ ਉਹ ਜਿਹੜਾ ਉਹਨਾਂ ਦੇ ਧਿਆਨ ਦੇ ਵਿੱਚ ਵੀ ਲਿਆ ਸਕਦੇ ਹੈਗੇ ਆ। ਹਾਂਜੀ, ਇਸ ਗੱਲ ਨਾਲ। ਸੋ ਇੱਕ ਮੇਰਾ ਖਿਆਲ ਇਹ ਵੀ ਹੋ ਸਕਦਾ ਸ਼ਿਕਾਇਤ ਸਾਨੂੰ ਜ਼ਰੂਰੀ ਹੋ ਜਾਂਦੀ ਆ ਸਾਡੇ ਲਈ ਕਰਨੀ ਜੀ, ਕਿ ਬਹੁਤ ਸਾਰੇ ਲੋਕ ਇੱਦਾਂ ਦੇ ਵੀ ਹੈਗੇ ਆ ਜਿਨ੍ਹਾਂ ਦਾ ਮਕਸਦ ਹੀ ਲੋਕਾਂ ਨੂੰ ਲੁੱਟਣਾ ਜਾਂ ਉਹਨਾਂ ਨੂੰ ਧੋਖਾ ਦੇਣਾ। ਹਾਂਜੀ, ਉਹਦੇ ਵਿੱਚ ਖਾਸ ਕਰਕੇ ਆਪਣੀ ਸੂਈ ਫੇਰ ਉੱਥੇ ਮੁੜ ਕੇ ਆ ਜਾਣੀ ਆ। ਤੇ ਬਹੁਤ ਸਾਰੇ ਬਾਬੇ ਜਿਹੜੇ ਹੈਗੇ ਆ ਜਾਂ ਪੁੱਛਾਂ ਦੇਣ ਵਾਲੇ ਹੈਗੇ ਆ, ਹਾਂਜੀ, ਉਹਨਾਂ ਦਾ ਮਤਲਬ ਹੀ ਇਹ ਹੈਗਾ ਕਿ ਲੋਕਾਂ ਨੂੰ ਲੁੱਟਣਾ। ਬਿਲਕੁਲ। ਸੋ ਕਈ ਵਾਰੀ ਸਾਡਾ ਉਹਨਾਂ ਤੋਂ ਬਚਣ ਦੇ ਲਈ ਵੀ ਸ਼ਿਕਾਇਤ ਕਰਨਾ, ਜਿਹੜਾ ਖਾਸ ਕਰਕੇ ਜਿਹੜੀਆਂ ਅਥਾਰਟੀਜ਼ ਹੈਗੀਆਂ, ਜਿਹੜੀਆਂ ਸੰਸਥਾਵਾਂ ਹੈਗੀਆਂ ਗੌਰਮੈਂਟ ਦੀਆਂ, ਪੁਲਿਸ ਹੈਗੀ ਆ, ਕੌਂਸਲ ਹੈਗੀ ਆ, ਟ੍ਰੇਡਿੰਗ ਸਟੈਂਡਰਡ ਵਗੈਰਾ ਹੈਗੇ ਆ, ਜਿਵੇਂ ਕਿ ਉਹਨਾਂ ਨੂੰ ਕਰਨਾ। ਅਸੀਂ ਭਾਵੇਂ ਸਾਡਾ ਖੁਦ ਨੁਕਸਾਨ ਹੋ ਗਿਆ ਹੋਵੇ, ਪਰ ਜੇ ਅਸੀਂ ਸ਼ਿਕਾਇਤ ਕਰਦੇ ਹਾਂ ਜੀ ਤਾਂ ਹੋ ਸਕਦਾ ਕਿ ਅਸੀਂ ਆਪਣੇ ਦੂਸਰੇ ਜਿਹੜੇ ਭੈਣ ਭਰਾ ਆ ਉਹਨਾਂ ਨੂੰ ਉਸ ਸਮੱਸਿਆ ਤੋਂ ਬਚਾ ਸਕੀਏ। ਸੋ ਮੈਨੂੰ ਇਹ ਲੱਗਦਾ ਵੀ ਸ਼ਿਕਾਇਤ ਇਸ ਕਰਕੇ ਵੀ ਜਿਹੜੀ ਹੈਗੀ ਆ ਜੀ ਜਿੱਥੇ ਬਣਦੀ ਆ ਉਹ ਜ਼ਰੂਰ ਕਰਨੀ ਚਾਹੀਦੀ ਆ। ਇਹ ਨਵਦੀਪ ਜੀ, ਇਹ ਜਿਹੜਾ ਨਾ ਜਿੱਦਾਂ ਹੁਣ ਤੁਸੀਂ ਬਾਬਿਆਂ ਦਾ ਜ਼ਿਕਰ ਕੀਤਾ, ਹਾਂਜੀ, ਇਹ ਇੱਕ ਬਹੁਤ ਵੱਡਾ ਟੌਪਿਕ ਆ ਜੀ, ਜਿਹੜੀ ਕਿ ਭਾਰਤੀ ਸਮਾਜ ਦੇ ਵਿੱਚ ਇਹ ਇਕੱਲਾ ਪੰਜਾਬੀਆਂ ਦੇ ਵਿੱਚ ਨਹੀਂ, ਹਾਂਜੀ, ਤੇ ਜਿਹੜੇ ਸਾਡੇ ਬਾਕੀ ਦੇ ਹੋਰ ਵੀ ਲੋਕ ਹੈਗੇ ਆ ਜੀ ਪੰਜਾਬੀ ਤੋਂ ਇਲਾਵਾ, ਉਹ ਸਾਰਿਆਂ ਦੇ ਵਿੱਚ ਹੀ ਪ੍ਰਚਲਿਤ ਹੈਗੀ ਆ ਕਿ ਬਾਬਿਆਂ ਦੇ ਵੱਲੋਂ ਜਿਹੜੀਆਂ ਲੋਕਾਂ ਦੀਆਂ ਮਜਬੂਰੀਆਂ ਹੁੰਦੀਆਂ, ਹਾਂਜੀ, ਜਾਂ ਬਿਮਾਰੀਆਂ ਹੁੰਦੀਆਂ, ਹਾਂਜੀ, ਜਾਂ ਕੋਈ ਜਾਂ ਕੋਈ ਅਲਾਮਤਾਂ ਹੁੰਦੀਆਂ, ਤੇ ਉਹਨਾਂ ਦਾ ਅਸੀਂ ਹੱਲ ਲੱਭਦੇ ਤਾਂ ਅਸੀਂ ਬਾਬਿਆਂ ਦੇ ਵੱਲ ਨੂੰ ਹੋ ਤੁਰ ਪੈਂਦੇ ਹਾਂ। ਹਾਂਜੀ, ਤੇ ਉਹਨਾਂ ਦੇ ਵਿੱਚੋਂ ਕੋਈ ਫਾਇਦਾ ਨਿਕਲਣ ਵਾਲਾ ਨਹੀਂ ਹੁੰਦਾ। ਹਾਂਜੀ, ਤੇ ਬਹੁਤੀ ਵਾਰੀ ਤਾਂ ਜਿਸ ਵੇਲੇ ਜਿਹੜੇ ਬਾਬੇ ਹੈਗੇ ਆ ਉਹਨਾਂ ਦੇ ਕੋਲੋਂ ਆਪਣੀ ਲੁੱਟ ਖਸੁੱਟ ਕਰਾ ਕੇ ਤਾਂ ਬਹੁਤ ਸਾਰੇ ਜਿਹੜੇ ਪੈਸੇ ਹੈਗੇ ਆ ਗਵਾ ਕੇ ਤਾਂ ਅਸੀਂ ਨਮੋਸ਼ ਹੋ ਕੇ ਤਾਂ ਡਿਪਰੈਸ਼ਨ ਦੇ ਵਿੱਚ ਆ ਜਾਂਦੇ ਹਾਂ। ਬਿਲਕੁਲ। ਤਾਂ ਕਿਉਂਕਿ ਸਾਨੂੰ ਪਤਾ ਨਹੀਂ ਹੁੰਦਾ ਕਿ ਅਸੀਂ ਹੁਣ ਕਿਹਦੇ ਕੋਲ ਕੀ ਦੱਸੀਏ ਕਿ ਅਸੀਂ ਕਿੰਨਾ ਕੁ ਆਪਣਾ ਨੁਕਸਾਨ ਕਰਾ ਬੈਠੇ ਹਾਂ। ਬਿਲਕੁਲ। ਤੇ ਇਹ ਫਿਰ ਸਾਨੂੰ ਸ਼ਰਮ ਮਾਰਦੀ ਆ। ਹਾਂਜੀ, ਅਸੀਂ ਕਿਸੇ ਦੇ ਕੋਲ ਗੱਲ ਨਹੀਂ ਕਰਦੇ। ਬਿਲਕੁਲ। ਅਸੀਂ ਇਸੇ ਗੱਲ ਦੇ ਮਾਰੇ ਕਿ ਸਾਡਾ ਘਾਟਾ ਹੁੰਦਾ, ਬੇਇੱਜ਼ਤੀ ਹੁੰਦੀ ਹੈ, ਲੋਕੀ ਕੀ ਸੋਚੂਗੇ। ਹਾਂਜੀ, ਤਾਂ ਅਸੀਂ ਉਹਦੀ ਕੋਈ ਸ਼ਿਕਾਇਤ ਨਹੀਂ ਕਰਦੇ। ਬਿਲਕੁਲ। ਤੇ ਪਰ ਅਸੀਂ ਜੇ ਕਿਉਂਕਿ ਅੱਜ ਦਾ ਸਾਡਾ ਇਹ ਟੌਪਿਕ ਨਹੀਂ ਹੈਗਾ ਜੀ, ਤੇ ਅਸੀਂ ਇਹਨੂੰ ਥੋੜ੍ਹੇ ਜਿਹੇ ਸ਼ਬਦਾਂ ਦੇ ਵਿੱਚ ਤਾਂ ਇਹੀ ਕਹਿ ਸਕਦੇ ਹਾਂ ਕਿ ਜਿਨ੍ਹਾਂ ਲੋਕਾਂ ਦੀ ਵੀ ਲੁੱਟ ਖਸੁੱਟ ਹੁੰਦੀ ਆ ਤਾਂ ਜਿਸ ਵੇਲੇ ਉਹ ਆਪਣੀ ਅਗੇਨ ਪਾਵਰ ਆਫ ਰੀਜ਼ਨਿੰਗ, ਹਾਂਜੀ, ਕਿ ਅਸੀਂ ਕਾਹਤੇ
ਜੋ ਕੁਝ ਕੀਤਾ ਤੇ ਸਾਨੂੰ ਹੁਣ ਗਾਹਾਂ ਕੀ ਕਰਨਾ ਚਾਹੀਦਾ। ਜੇ ਸਾਡੇ ਭਲੇ ਲਈ ਨਹੀਂ ਤਾਂ ਹੋਰ ਕਿਸੇ ਦੇ ਭਲੇ ਲਈ, ਜੇ ਸਾਡਾ ਬਚਾਅ ਨਹੀਂ ਹੁੰਦਾ ਹੋਰ ਕਿਸੇ ਦਾ ਫਾਇਦਾ ਹੋਊ। ਤਾਂ ਉਹਨਾਂ ਨੂੰ ਜਿਸ ਤਰ੍ਹਾਂ ਮਿਸਾਲ ਦੇ ਤੌਰ ਤੇ ਜਿਹੜੇ ਟ੍ਰੇਡਿੰਗ ਸਟੈਂਡਰਡਸ ਹੈਗੇ ਆ, ਉਹਨਾਂ ਦੇ ਕੋਲ ਜਾ ਕੇ ਆਪਣੀ ਸ਼ਿਕਾਇਤ ਲਿਖਾਉਣੀ ਚਾਹੀਦੀ ਆ ਕਿ ਆਹ ਜਿਹੜਾ ਫਲਾਨਾ ਬੰਦਾ ਹੈਗਾ ਇਹਨੇ ਸਾਨੂੰ ਧੋਖੇ ਦੇ ਵਿੱਚ ਰੱਖ ਕੇ ਤੇ ਸਾਨੂੰ ਕਹਿੰਦੇ ਸੀਗੇ ਤੁਹਾਡੀ ਲੋਟਰੀ ਨਿਕਲ ਜਾਊਗੀ, ਤੁਹਾਡੇ ਘਰ ਦੇ ਵਿੱਚੋਂ ਬਿਮਾਰੀ ਚਲ ਜਾਊਗੀ, ਜਾਂ ਤੁਹਾਡਾ ਮੁੰਡਾ ਜਾਂ ਕੁੜੀ ਜਾਂ ਤੁਹਾਡੇ ਜਿਹੜੇ ਹੈਗੇ ਕਿਸੇ ਨੂੰ ਕੋਈ ਡਰਿੰਕਿੰਗ ਦੀ ਜਾਂ ਨਸ਼ੇ ਦੀ ਜਿਹੜੀ ਹੈਗੀ ਆਦਤ ਪਈ ਆ ਤਾਂ ਉਹ ਹਟ ਜਾਊਗੀਆਂ, ਜਾਂ ਤੁਹਾਡੇ ਘਰ ਦੇ ਵਿੱਚ ਸਰੱਗੀ ਆ ਜਾਊਗੀ। ਇਸ ਤਰ੍ਹਾਂ ਦੇ ਜਿਹੜੇ ਹੈਗੇ ਆ ਵਿਆਹ ਦੇ ਝਾਂਸੇ ਦੇ ਕੇ, ਮਤਲਬ ਉਹਨਾਂ ਨੂੰ ਜਿਸ ਤਰ੍ਹਾਂ ਕਹਿੰਦੇ ਹੁੰਦੇ ਆ ਕਿ ਸੁੰਦਰ ਬਾਗ ਗੱਲਾਂ ਬਾਤਾਂ ਦੇ ਵਿੱਚ ਦਿਖਾਉਣੇ ਦੇ ਵਿੱਚ ਉਹ ਮਾਹਰ ਹੁੰਦੇ ਤਾਂ ਉਹ ਆਪਣੇ ਪਿੱਛੇ ਲਾ ਕੇ ਤਾਂ ਉਹਨਾਂ ਦਾ ਉਹ ਨਜਾਇਜ਼ ਫਾਇਦਾ ਉਠਾਉਂਦੇ ਆ। ਤਾਂ ਇਸ ਜਿਹੜੀ ਲੁੱਟ ਖਸੁੱਟ ਬਚਣੇ ਤੋਂ ਅਸੀਂ ਫਿਰ ਟ੍ਰੇਡਿੰਗ ਸਟੈਂਡਰਡ ਦੇ ਕੋਲ ਜਾ ਕੇ ਸ਼ਿਕਾਇਤ ਕਰ ਸਕਦੇ ਹਾਂ। ਅਸੀਂ ਪੁਲਿਸ ਦੇ ਕੋਲ ਵੀ ਜਾ ਕੇ ਸ਼ਿਕਾਇਤ ਕਰ ਸਕਦੇ ਹਾਂ ਤੇ ਤਾਂ ਕਿ ਇੱਕ ਤਾਂ ਜਿਹੜਾ ਹੈਗਾ ਆ ਹੋ ਸਕਦਾ ਜਿਹੜੇ ਤੁਸੀਂ ਪੈਸੇ ਗਵਾਏ ਆ ਉਹ ਵੀ ਬਚ ਸਕਦੇ ਆ, ਸ਼ਾਇਦ ਤੁਹਾਨੂੰ ਉਹ ਵਾਪਸ ਮਿਲ ਜਾਣ ਤੇ ਨਾਲ ਜਿਹੜਾ ਹੈਗਾ ਆ ਉਹ ਦੂਸਰਿਆਂ ਨੂੰ ਵੀ ਫਾਇਦਾ ਹੋ ਜਾਵੇ। ਤੇ ਜਿੰਨੀ ਦੇਰ ਤੱਕ ਅਸੀਂ ਇਹ ਨਹੀਂ ਕਰਦੇ ਤਾਂ ਉਹਨਾਂ ਨੇ ਜਿਹੜੀ ਉਹ ਲੁੱਟ ਖਸੁੱਟ ਉਹ ਕਰੀ ਜਾਰੀ ਰੱਖਣੀ ਆ। ਇਹਦੇ ਨਾਲ ਹੀ ਨਵਦੀਪ ਜੀ ਮੈਂ ਤੁਹਾਨੂੰ ਇੱਕ ਹੋਰ ਜਿਸ ਤਰ੍ਹਾਂ ਜੇ ਇੱਕ ਇਨਸੀਡੈਂਟ ਦੱਸਣਾ ਚਾਹੁੰਦਾ ਕਿ ਇੱਕ ਕੇਸ ਦੇ ਵਿੱਚ 2 ਬੀਬੀਆਂ ਥਾਣੇ ਦੇ ਵਿੱਚ ਜਾਂਦੀਆਂ ਤੇ ਉਹਨਾਂ ਤੋਂ ਕਿਸੇ ਬਾਬੇ ਨੇ ਬਹੁਤ ਸਾਰੇ ਜਿਹੜੇ ਹਜ਼ਾਰਾਂ ਪਾਉਂਡ ਸੀਗੇ ਉਹ ਠੱਗ ਲਏ। ਹਜ਼ਾਰਾਂ ਪਾਉਂਡ ਉਹ ਬਾਬੇ ਨੇ ਠੱਗ ਲਏ। ਤਾਂ ਇਹ ਕਹਿ ਕੇ ਕਿ ਤੁਹਾਡੇ ਜਿਹੜੇ ਲੜਕੇ ਹੈਗੇ ਉਹ ਸ਼ਰਾਬ ਪੀਣੇ ਤੋਂ ਹਟ ਜਾਓਗੇ, ਉਹ ਮੁੜ ਕੇ ਕੰਮਕਾਰ ਕਰਨ ਲੱਗ ਪਊਗੇ। ਤੇ ਉਹ ਬੜੀਆਂ ਮਤਲਬ ਇਹ ਗੱਲ ਦੱਸਣ ਲਈ ਕਾਹਲੀਆਂ ਸੀਗੀਆਂ ਪੁਲਿਸ ਨੂੰ ਕਿ ਇਹਨਾਂ ਨੂੰ ਉਠਾਉਣਾ ਚਾਹੀਦਾ, ਇਹਨਾਂ ਨੂੰ ਰੋਕਣਾ ਚਾਹੀਦਾ। ਲੇਕਿਨ ਪੁਲਿਸ ਦੇ ਕੋਲ ਜਿੰਨੀ ਦੇਰ ਤੱਕ ਕੋਈ ਠੋਸ ਸਬੂਤ ਨਹੀਂ ਹੁੰਦਾ ਤਾਂ ਉਹ ਕੁਛ ਕਰ ਨਹੀਂ ਸਕਦੇ। ਕਿਉਂਕਿ ਇਹ ਜਿਹੜੀ ਗੱਲ ਹੈਗੀ ਆ ਜੇ ਅਦਾਲਤ ਦੇ ਵਿੱਚ ਜਾ ਕੇ ਤਾਂ ਫਿਰ ਇਹਦਾ ਜਿਹੜਾ ਨਿਪਟਾਰਾ ਹੈਗਾ ਸਬੂਤਾਂ ਦੇ ਆਧਾਰ ਦੇ ਉੱਤੇ ਕੀਤਾ ਜਾ ਸਕਦਾ। ਤੇ ਉਹ ਸਬੂਤ ਆਉਣੇ ਉਹਨਾਂ ਦੇ ਕੋਲੋਂ ਹੁੰਦੇ ਆ। ਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਤੁਸੀਂ ਸਬੂਤ ਦੇਣ ਦੇ ਵਾਸਤੇ ਕੋਰਟ ਦੇ ਵਿੱਚ ਜਾਓਗੇ, ਉਹ ਕਹਿੰਦੇ ਜੀ ਨਾ ਸਾਡਾ ਕਦੇ ਦਾਦਾ ਨਾ ਪੜਦਾਦਾ ਨਾ, ਅਸੀਂ ਤਾਂ ਕਦੇ ਕੋਰਟਾਂ ਦੇ ਵਿੱਚ ਨਹੀਂ ਜਾਂਦੇ, ਤਾਂ ਸਾਡੀ ਤਾਂ ਬੇਇੱਜ਼ਤੀ ਬਹੁਤ ਹੋਣੀ ਆ, ਅਸੀਂ ਤਾਂ ਨਹੀਂ ਕੋਰਟਾਂ ਦੇ ਵਿੱਚ ਜਾਣਾ। ਤਾਂ ਉਹਨਾਂ ਨੂੰ ਸਾਰਾ ਕੁਝ ਸਮਝਾਉਣ ਦੇ ਬਾਵਜੂਦ ਵੀ ਕਿ ਤੁਹਾਡਾ ਕੋਈ ਵਕੀਲਾਂ ਦਾ ਖਰਚ ਨਹੀਂ ਆਉਣਾ ਤੇ ਤੁਹਾਡੀ ਪੂਰੀ ਹਿਫਾਜ਼ਤ ਕੀਤੀ ਜਾਊਗੀ ਤੇ ਤੁਹਾਨੂੰ ਕਿਸ ਤਰ੍ਹਾਂ ਦਾ ਖਤਰਾ ਨਹੀਂ ਹੋ ਸਕਦਾ ਕਿ ਤੁਸੀਂ ਆਪਣੇ ਜਿਸ ਤਰ੍ਹਾਂ ਹੱਕ ਲਈ ਤੁਸੀਂ ਲੋਕਾਂ ਦੇ ਹੱਕ ਲਈ ਖੜੋ ਤਾਂ ਸਹੀ। ਉਹ ਬਿਲਕੁਲ ਹੀ ਉੱਥੋਂ ਮੁੱਕਰ ਗਏ, ਕਹਿੰਦੇ ਛੱਡੋ ਪਰੇ ਜੀ, ਕੋਈ ਗੱਲ ਨਹੀਂ, ਹੋ ਗਿਆ ਜੀ, ਇਹ ਜੀ ਉੱਪਰ ਵਾਲੇ ਨੇ ਦਿੱਤੇ ਹੋ ਸੀਗੇ, ਉੱਪਰ ਵਾਲੇ ਲੈ ਗਿਆ, ਤਾਂ ਜੋ ਕੁਝ ਹੈਗਾ ਠੀਕ ਆ। ਸੋ ਇਸ ਤਰ੍ਹਾਂ ਵੀ ਸਾਡੇ ਸਮਾਜ ਦੇ ਵਿੱਚ ਹੁੰਦੀ ਆ ਤੇ ਅਸੀਂ ਪਿੱਛੇ ਹਟ ਜਾਂਦੇ ਹਾਂ। ਦੂਸਰੀ ਗੱਲ ਜਿਹੜੀ ਹੈਗੀ ਆ ਸਾਡੇ ਧਿਆਨ 'ਚ ਸਾਨੂੰ ਯਾਦ ਰੱਖਣੀ ਚਾਹੀਦੀ ਉਹ ਇਹ ਆ ਕਿ ਹਰੇਕ ਸ਼ਿਕਾਇਤ ਜਿਹੜੀ ਆ ਉਹ ਕੋਰਟ ਦੇ ਵਿੱਚ ਐਂਡ ਨਹੀਂ ਹੁੰਦੀ। ਇਹ ਤਾਂ ਬਹੁਤ ਐਕਸਟ੍ਰੀਮ ਕੇਸਿਸ ਹੁੰਦੇ ਆ ਜਿੱਥੇ ਪੁਲਿਸ ਇਨਵੋਲਵ ਹੁੰਦੀ ਆ ਜਾਂ ਹੋਰ ਮਹਿਕਮੇ ਇਨਵੋਲਵ ਹੁੰਦੇ ਆ, ਤਾਂ ਫਿਰ ਉਹ ਅਗਰ ਮੁਨਾਸਬ ਸਮਝਣ ਤੇ ਉਹ ਫਿਰ ਉਹਨਾਂ ਨੂੰ ਕੋਰਟ ਦੇ ਵਿੱਚ ਉਸ ਦੋਸ਼ੀ ਬੰਦੇ ਨੂੰ ਲੈ ਕੇ ਜਾਂਦੇ ਆ ਤੇ ਫਿਰ ਸ਼ਾਇਦ ਉੱਥੇ ਤੁਹਾਡੀ ਲੋੜ ਪਵੇ। ਬਿਲਕੁਲ ਤੁਸੀਂ ਇਹ ਜਿਹੜੀ ਗੱਲ ਸਾਂਝੀ ਕੀਤੀ ਆ, 3-4 ਸਾਲ ਪਹਿਲਾਂ ਲੈਸਟਰ ਦੇ ਵਿੱਚ ਇੱਕ ਬਾਬੇ ਨੂੰ 9 ਸਾਲ ਦੀ ਸਜ਼ਾ ਜਿਹੜੀ ਸੀਗੀ ਉਹ ਹੋਈ ਸੀ, ਸ਼ਾਇਦ ਮੇਰਾ ਖਿਆਲ 3-4 ਸਾਲਾਂ ਤੋਂ ਵੀ ਜ਼ਿਆਦਾ ਹੋ ਗਿਆ ਹੋਵੇ। ਬਿਲਕੁਲ। ਸੋ ਉਹ ਜਿਹੜੇ ਪੀੜਤ ਲੋਕ ਸੀਗੇ ਜਿਨ੍ਹਾਂ ਤੋਂ ਬਾਬੇ ਨੇ ਪੈਸੇ ਠੱਗੇ ਸੀ, ਉਹਨਾਂ ਨੇ ਸ਼ਿਕਾਇਤ ਕੀਤੀ, ਆ ਕੇ ਕੋਰਟ ਦੇ ਵਿੱਚ ਐਵੀਡੈਂਸ ਦਿੱਤੀ, ਸਾਰਾ ਕੁਝ ਦਿੱਤਾ। ਮੇਰੇ ਖਿਆਲ ਉਸ ਕੇਸ ਦੇ ਵਿੱਚ ਤਾਂ ਕੁਝ ਬੰਦੇ ਬਾਹਰਲੇ ਮੁਲਕਾਂ ਚੋਂ ਵੀ ਆਏ ਸੀਗੇ, ਬਾਹਰਲੇ ਮੁਲਕਾਂ ਤੋਂ ਵੀ ਆਏ ਸੀਗੇ। ਸੋ ਉਹਨਾਂ ਦੇ ਹੌਸਲੇ ਕਰਕੇ ਔਰ ਸਹੀ ਢੰਗ ਨਾਲ ਸ਼ਿਕਾਇਤ ਕਰਨ ਕਰਕੇ ਅੱਜ ਮੇਰੇ ਖਿਆਲ ਬਹੁਤ ਸਾਰੇ ਭੈਣ ਭਰਾ ਜਿਹੜੇ ਸੀਗੇ ਉਹਦੀ ਲੁੱਟ ਤੋਂ ਜਿਹੜੇ ਉਹ ਬਚ ਗਏ ਆ। ਬਿਲਕੁਲ ਬਚੇ ਵੀ ਹੋਣਗੇ ਔਰ ਹੋਰ ਹੋ ਸਕਦਾ ਕਿ ਦੂਸਰਿਆਂ ਲੋਕਾਂ ਨੂੰ ਵੀ ਸਿੱਖਿਆ ਵੀ ਮਿਲੀ ਹੋਵੇ ਕਿ ਸਾਨੂੰ ਇਹਨਾਂ ਕੋਲ ਜਾਣ ਦਾ ਫਾਇਦਾ ਨਹੀਂ ਹੈਗਾ। ਸੋ ਜਿਹੜੀ ਆਪਾਂ ਗੱਲ ਕਰਦੇ ਸੀ ਵੀ ਸ਼ਿਕਾਇਤ ਕਰਨਾ ਜ਼ਰੂਰੀ ਕਿਉਂ ਆ, ਸੋ ਇਹਦਾ ਤਾਂ ਇੱਕ ਤਾਂ ਇਹ ਵੀ ਹੈਗਾ ਕਿ ਤੁਸੀਂ ਜਿਹੜੇ ਧੋਖੇਬਾਜ਼ ਲੋਕ ਹੈਗੇ ਆ, ਇਹ ਇਕੱਲੇ ਬਾਬਿਆਂ ਦੀ ਗੱਲ ਨਹੀਂ ਹੈਗੀ। ਬਹੁਤ ਸਾਰੇ ਬਲਵੀਰ ਜੀ ਅੱਜ ਕੱਲ੍ਹ ਸਕੈਮ ਵੀ ਇੱਦਾਂ ਦੇ ਚੱਲ ਰਹੇ ਆ ਜੀ। ਕੋਈ ਬੰਦਾ ਤੁਹਾਨੂੰ ਫੋਨ ਕਰਦਾ, ਫੋਨ ਕਰਕੇ ਕਹਿੰਦਾ ਜੀ ਤੁਹਾਡੇ ਟੀਕਾ ਲੱਗਣ ਵਾਲਾ ਆ ਜੀ, ਤੁਹਾਡਾ ਅਸੀਂ ਫੋਨ ਇੱਦਾਂ ਕਰ ਦੇਣਾ ਹੈ ਜੀ, ਤੁਹਾਡਾ ਸਕਾਈ ਦੀ ਸਾਡੇ ਕੋਲ ਜਿਹੜੀ ਹੈਗੀ ਉਹ ਸਬਸਕ੍ਰਿਪਸ਼ਨ ਲੈ ਲਓ, ਜਾਂ ਕੋਈ ਵੀ ਇੱਦਾਂ ਦੀ ਸਰਵਿਸ ਜਿਹੜੀ ਹੈਗੀ ਆ ਉਹ ਝੂਠੇ ਨਾਵਾਂ ਦੇ ਹੇਠ ਉਹ ਤੁਹਾਨੂੰ ਕਰਦੇ ਹੈਗੇ ਆ। ਸੋ ਉਹਨਾਂ ਦੀ ਸ਼ਿਕਾਇਤ ਕਰਨਾ ਵੀ ਜਿਹੜੀ ਹੈਗੀ ਆ ਉਹ ਓਨੀ ਜ਼ਰੂਰੀ ਆ ਤਾਂ ਕਿ ਪੁਲਿਸ ਨੂੰ ਜਾਂ ਟ੍ਰੇਡਿੰਗ ਸਟੈਂਡਰਡ ਵਗੈਰਾ ਜਿਹੜੀਆਂ ਅਥਾਰਟੀਜ਼ ਹੈਗੀਆਂ ਉਹਨਾਂ ਨੂੰ ਪਤਾ ਲੱਗ ਸਕੇ ਔਰ ਉਹ ਉਹਨਾਂ ਬਾਰੇ ਕੁਛ ਕਰ ਸਕਣ। ਬਿਲਕੁਲ। ਤਾਂ ਕਿ ਅਸੀਂ ਦੂਸਰਿਆਂ ਭੈਣਾਂ ਭਰਾਵਾਂ ਦਾ ਵੀ ਜਿਹੜਾ ਹੈਗਾ ਉਹ
ਕਰ ਸਕੀਏ। ਸੋ ਜਿੰਨੀ ਦੇਰ ਤੱਕ ਅਸੀਂ ਕੋਈ ਸ਼ਿਕਾਇਤ ਨਹੀਂ ਕਰਦੇ, ਹਾਂਜੀ, ਇਹ ਜਿਹੜੀ ਨਾ ਧੋਖਾਧੜੀ ਦੀ ਗੱਲਬਾਤ ਹੈਗੀ ਆ, ਹਾਂਜੀ, ਇਹਦੀਆਂ ਹੋਰ ਕਈ ਕਿਸਮਾਂ ਹੈਗੀਆਂ ਜੀ। ਆਮ ਕਰਕੇ ਅਸੀਂ ਬਹੁਤਾ ਇਹਦਾ ਅਸੀਂ ਜ਼ਿਕਰ ਨਹੀਂ ਕਰਦੇ, ਲੇਕਿਨ ਕਈ ਦਫਾ ਜਿਸ ਤਰ੍ਹਾਂ ਪੈਟਰੋਲ ਪੰਪ ਹੁੰਦੇ ਆ, ਹਾਂਜੀ, ਕਈ ਲੋਕੀ ਉੱਥੇ ਚੀਜ਼ਾਂ ਵੇਚਦੇ ਹੁੰਦੇ ਆ, ਹਾਂਜੀ, ਤੇ ਉਹ ਕੋਈ ਜਿਸ ਤਰ੍ਹਾਂ ਕੋਈ ਟੈਲੀਵਿਜ਼ਨ ਹੋਵੇ, ਹਾਂਜੀ, ਤੇ ਉਹ ਕਹਿ ਦਿੰਦੇ ਜੀ ਅਸੀਂ ਤੁਹਾਨੂੰ ਸਸਤਾ ਵੇਚ ਰਹੇ ਹਾਂ ਜੀ, ਤੇ ਜਾਂ ਅਸੀਂ ਤੁਹਾਨੂੰ ਕੈਮਰਾ ਕੋਈ ਸਸਤਾ ਵੇਚ ਰਹੇ ਹਾਂ, ਤੇ ਜਾਂ ਹੋਰ ਕੋਈ ਮਹਿੰਗੀ ਜਾਂ ਬੇਸ਼ੱਕ ਕਈ ਵਾਰੀ ਗਹਿਣੇ ਵੀ ਹੁੰਦੇ ਆ, ਹਾਂਜੀ, ਕਿ ਅਸੀਂ ਉਹ ਤੁਹਾਨੂੰ ਸਸਤੇ ਵੇਚ ਰਹੇ ਹਾਂ। ਹਾਂਜੀ, ਤੇ ਬਹੁਤੀ ਵਾਰ ਤਾਂ ਸਾਡੀ ਬੁੱਧੀ ਜਿਹੜੀ ਹੈਗੀ ਆ ਸਾਨੂੰ ਉਹ ਧੋਖਾ ਦੇ ਜਾਂਦੀ ਆ, ਬਿਲਕੁਲ, ਕਿ ਅਸੀਂ ਇਸ ਚੀਜ਼ ਦੇ ਉੱਤੇ ਗੌਰ ਨਹੀਂ ਕਰਦੇ ਕਿ ਕੀ ਚੀਜ਼ ਇਹ ਜਿਹੜੀ ਚੀਜ਼ ਉਹ ਕਹਿੰਦੇ ਆ ਕਿ ਇਹ ਹੈਗੀ ਆ ਕਿ ਉਹ ਸਹੀ ਮਾਇਨਿਆਂ ਦੇ ਵਿੱਚ ਉਹ ਹੈਗੀ ਆ। ਬਿਲਕੁਲ। ਤੇ ਫਿਰ ਅਸੀਂ ਉਹ ਦੇਖਦੇ ਹਾਂ ਜਿਸ ਵੇਲੇ ਜੇ ਉਹ ਘਰ ਲਿਜਾ ਕੇ ਬਾਕਸ ਨੂੰ ਖੋਲ੍ਹਿਆ ਜਾਂਦਾ ਤੇ ਜਾਂ ਤਾਂ ਉਹਦੇ ਵਿੱਚੋਂ ਇੱਟਾਂ ਨਿਕਲਦੀਆਂ ਜਾਂ ਉਹਦੇ ਵਿੱਚੋਂ ਟੁੱਟੀਆਂ ਚੀਜ਼ਾਂ ਨਿਕਲਣਗੀਆਂ, ਤੇ ਅਸੀਂ ਫਿਰ ਅਕਸਰ ਹੀ ਉਹਨਾਂ ਦੀ ਸ਼ਿਕਾਇਤ ਨਹੀਂ ਕਰਦੇ। ਬਿਲਕੁਲ। ਕਿ ਇਸ ਤਰ੍ਹਾਂ ਦਾ ਜਿਹੜਾ ਉਹ ਸਕੈਮ ਹੈਗਾ ਉਹ ਚੱਲ ਰਿਹਾ। ਬਿਲਕੁਲ। ਤੇ ਇੱਕ ਤਾਂ ਇਹ ਹੋ ਰਿਹਾ, ਤੇ ਦੂਜੇ ਪਾਸੇ ਬਹੁਤ ਸਾਰ ਵਾਰੀ ਇੱਦਾਂ ਹੁੰਦਾ ਕਿ ਤੁਹਾਡੇ ਘਰ ਦੇ ਫੋਨ ਦੇ ਉੱਤੇ ਜਾਂ ਮੋਬਾਈਲ ਫੋਨ ਦੇ ਉੱਤੇ ਉਹ ਤੁਹਾਨੂੰ ਕੋਲਾਂ ਆਉਂਦੀਆਂ ਕਿ ਜੀ ਅਸੀਂ ਤੁਹਾਨੂੰ ਜਿਹੜੇ ਮੋਬਾਈਲ ਫੋਨ 1200 ਦਾ ਮਿਲਦੇ ਆ, 1400 ਦੇ ਮਿਲਦੇ ਆ, ਤੁਹਾਨੂੰ ਇਹ 700 ਦੇ ਵਿੱਚ ਮਿਲ ਜਾਊਗਾ। ਜਿਹੜਾ ਕੰਟਰੈਕਟ ਹੈਗਾ ਉਹ 60 ਪਾਉਂਡ ਦਾ ਹੈਗਾ ਜਾਂ 40 ਪਾਉਂਡ ਦਾ ਹੈਗਾ, ਤਾਂ ਉਹਨੂੰ ਤੁਹਾਨੂੰ 20 ਪਾਉਂਡ ਦਾ ਦਿੰਦੇ ਆ, 25 ਪਾਉਂਡ ਦਾ ਦਿੰਦੇ ਆ। ਉਹ ਤੁਹਾਨੂੰ ਇਸ ਕਦਰ ਗੁੰਮਰਾਹ ਕਰ ਲੈਂਦੇ ਆ ਕਿ ਬੰਦਾ ਜਿਹੜਾ ਹੈਗਾ ਆ ਉਹ ਭੁੱਲ ਜਾਂਦਾ ਕਿ ਇਹ ਮੈਨੂੰ ਇਹ ਚੀਜ਼ ਇੰਨੀ ਸਸਤੀ ਮਿਲ ਰਹੀ ਆ। ਹਾਂਜੀ। ਪਰ ਜੇ ਇੱਦਾਂ ਦੀ ਗੱਲ ਹੋਵੇ ਉਹਦੇ ਬਾਰੇ ਇਹ ਤਾਂ ਸੋਚਣਾ ਚਾਹੀਦਾ ਕਿ ਜੇ ਤੁਹਾਨੂੰ ਸਹੀ ਤਰੀਕੇ ਦੇ ਨਾਲ ਜਾਂ ਹੋਰ ਬਾਕੀ ਦੇ ਜਿਹੜੇ ਹੈਗੇ ਆ ਉਹ ਚੀਜ਼ ਕੋਈ 50 ਪਾਉਂਡ ਦੀ ਵੇਚਦਾ, ਕੋਈ 48 ਦੀ ਦਿੰਦਾ, ਕੋਈ 52 ਦੀ ਦਿੰਦਾ ਤੇ ਕੋਈ 45 ਦੀ ਦਿੰਦਾ, ਉਹ ਕਿਉਂ ਇੰਨੀ ਮਹਿੰਗੀ ਵੇਚ ਰਹੇ ਆ? ਤੇ ਇਹ ਜਿਹੜਾ ਬੰਦਾ ਤੁਹਾਨੂੰ 25 ਪਾਉਂਡ ਦੀ ਦੇ ਰਿਹਾ ਜਾਂ 20 ਪਾਉਂਡ ਦੀ ਦੇ ਰਿਹਾ, ਤਾਂ ਇਹ ਕਿਉਂ ਦੇ ਰਹੇ ਆ? ਤਾਂ ਉੱਥੇ ਫਿਰ ਅਸੀਂ ਲੁੱਟੇ ਜਾਂਦੇ ਆ। ਤਾਂ ਕਈ ਦਫਾ ਤੇ ਉਹ ਜਿਹੜੇ ਹੈਗੇ ਆ ਉਹ ਬੈਂਕ ਦੇ ਵਿੱਚੋਂ ਤੁਹਾਡੇ ਪੈਸੇ ਵੀ ਕੱਢ ਲੈਂਦੇ ਆ। ਜਦੋਂ ਤੁਸੀਂ ਕੰਟਰੈਕਟ ਸਾਈਨ ਕਰ ਦਿੰਦੇ ਆ, ਆਪਣੇ ਬੈਂਕ ਦੇ ਡਿਟੇਲ ਦੇ ਦਿੰਦੇ ਆ ਉਹਨਾਂ ਨੂੰ, ਤਾਂ ਉਹ ਤੁਹਾਨੂੰ ਉਹ ਚੀਜ਼ ਵੀ ਨਹੀਂ ਆਉਂਦੀ, ਤਾਂ ਤੁਹਾਡੇ ਉਹ ਜਿਹੜੇ ਪੈਸੇ ਹੈਗੇ ਆ ਉਹ ਵੀ ਉੱਥੋਂ ਕਲੀਅਰ ਆਊਟ ਕਰ ਦਿੰਦੇ ਆ। ਸੋ ਸਾਨੂੰ ਇਹਦੀਆਂ ਵੀ ਜਿਹੜੀ ਸ਼ਿਕਾਇਤ ਹੈਗੀ ਆ ਉਹ ਕਰਨੀ ਚਾਹੀਦੀ ਆ, ਤਾਂ ਕਿ ਜਿਸ ਤਰ੍ਹਾਂ ਆਪਾਂ ਪਹਿਲਾਂ ਜ਼ਿਕਰ ਕੀਤਾ ਕਿ ਉਹ ਤੁਹਾਨੂੰ ਵੀ ਉਹਦਾ ਫਾਇਦਾ ਹੋ ਸਕੇ ਤੇ ਜਿਹੜੇ ਬਾਕੀ ਦੇ ਹੋਰ ਲੋਕੀ ਹੈਗੇ ਆ ਉਹਨਾਂ ਨੂੰ ਵੀ ਫਾਇਦਾ ਹੋ ਸਕੇ। ਹਾਂਜੀ ਜੀ। ਸੋ ਅਸੀਂ ਜਿਹੜਾ ਸੀਗਾ ਜਿਸ ਨੁਕਤਾ ਜਿਹੜਾ ਅਸੀਂ ਕਲੀਅਰ ਕਰਨਾ ਚਾਹੁੰਦੇ ਹਾਂ ਉਹ ਇਹ ਆ ਕਿ ਸ਼ਿਕਾਇਤ, ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਸ਼ਿਕਾਇਤ ਸਿਰਫ ਅਸੀਂ ਸ਼ਿਕਾਇਤ ਕਰਨ ਲਈ ਹੀ ਨਹੀਂ ਕਰਨੀ, ਪਰ ਸ਼ਿਕਾਇਤ ਕਰਨ ਦੇ ਨਾਲ ਅਸੀਂ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਅਚੀਵ ਕਰ ਸਕਦੇ ਹਾਂ। ਜਿਵੇਂ ਕਿ ਕਿਸੇ ਦੀ ਗਲਤੀ ਜਿਹੜੀ ਹੈਗੀ ਆ ਉਹਦੇ ਧਿਆਨ ਵਿੱਚ ਲਿਆ ਸਕਦੇ ਹਾਂ, ਧੋਖੇਬਾਜ਼ਾਂ ਦੀ ਅਸੀਂ ਜਿਹੜੀ ਲੁੱਟ ਆ ਉਹਨਾਂ ਤੋਂ ਕਰਦੇ ਆ ਅਸੀਂ ਉਹਨਾਂ ਤੋਂ ਬਚ ਸਕਦੇ ਹਾਂ। ਜੇ ਅਸੀਂ ਖੁਦਾ ਨਾ ਖਾਸਤਾ ਕਿ ਅਸੀਂ ਲੁੱਟ ਹੋ ਗਏ ਹਾਂ ਤਾਂ ਅਸੀਂ ਹੋਰਨਾਂ ਭੈਣਾਂ ਭਰਾਵਾਂ ਨੂੰ ਜਿਹੜਾ ਹੈਗਾ ਉਹ ਬਚਾ ਸਕਦੇ ਹਾਂ। ਜੀ। ਕਈ ਵਾਰੀ ਹੁੰਦਾ ਕਿ ਕਈ ਗੱਲਾਂ ਤੁਹਾਡੀ ਮਰਜ਼ੀ ਦੇ ਖਿਲਾਫ ਵੀ ਕੀਤੀਆਂ ਜਾਂਦੀਆਂ ਜਿਹੜੀਆਂ ਤੁਸੀਂ ਚਾਹੁੰਦੇ ਨਹੀਂ। ਹਾਂਜੀ। ਜਿਵੇਂ ਕਿ ਤੁਸੀਂ ਕੋਈ ਕੰਟਰੈਕਟ ਸਾਈਨ ਕਰਨਾ ਚਾਹੁੰਦੇ ਆ, ਹਾਂਜੀ, ਉਹ ਤੁਸੀਂ ਨਹੀਂ ਚਾਹੁੰਦੇ, ਤੁਹਾਡੇ ਕੋਲੋਂ ਮੱਲੋ ਮੱਲੀ ਉਹ ਕਰਵਾ ਲਿਆ ਜਾਂਦਾ। ਹਾਂਜੀ। ਤੁਹਾਡੇ ਤੇ ਜ਼ੋਰ ਪਾ ਕੇ ਕਰਵਾ ਲਿਆ ਜਾਂਦਾ, ਨਹੀਂ ਜੀ ਤੁਸੀਂ ਹੁਣੇ ਕਰੋ, ਨਹੀਂ ਜੀ ਇਹ ਡੀਲ ਮੁੱਕ ਜਾਣੀ, ਦਿਸ ਐਂਡ ਦੈਟ ਕਰਕੇ ਉਹ ਤੁਹਾਡੇ ਤੋਂ ਜਦੋਂ ਕਰਵਾਉਂਦੇ ਆ। ਹਾਂਜੀ। ਸੋ ਤੁਸੀਂ ਉਹਦੇ ਤੋਂ ਵੀ ਜਿਹੜਾ ਹੈਗਾ ਉਹ ਸ਼ਿਕਾਇਤ ਦੇ ਜ਼ਰੀਏ ਜਿਹੜਾ ਤੁਸੀਂ ਬਚ ਸਕਦੇ ਆ। ਹਾਂਜੀ। ਕਈ ਵਾਰੀ ਹੁੰਦਾ ਕਿ ਤੁਸੀਂ ਕੋਈ ਅੱਗੇ ਤੋਂ ਸੁਧਾਰ ਲਿਆਉਣਾ ਆ, ਉਹਦੇ ਲਈ ਵੀ ਤੁਹਾਡਾ ਸ਼ਿਕਾਇਤ ਕਰਨਾ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਜ਼ਰੂਰੀ ਹੈਗਾ। ਬਿਲਕੁਲ। ਪਰ ਅਸੀਂ ਇਹ ਗੱਲ ਜ਼ਰੂਰ ਆਪਣੇ ਧਿਆਨ ਦੇ ਵਿੱਚ ਰੱਖਣੀ ਆ ਕਿ ਅਸੀਂ ਸ਼ਿਕਾਇਤ ਨੂੰ ਸਹੀ ਢੰਗ ਦੇ ਨਾਲ, ਸਹੀ ਸਮੇਂ ਤੇ ਔਰ ਸਹੀ ਵਿਅਕਤੀ ਦੇ ਕੋਲ ਜਾਂ ਸਹੀ ਸੰਸਥਾ ਦੇ ਕੋਲ ਆਪਣੀ ਸ਼ਿਕਾਇਤ ਕਰਨੀ ਆ। ਹਾਂਜੀ। ਸੋ ਬਲਵੀਰ ਜੀ, ਕੋਈ ਇੱਦਾਂ ਦਾ ਕਾਨੂੰਨ ਵੀ ਹੈਗਾ ਜਾਂ ਸੰਸਥਾਵਾਂ ਵੀ ਹੈਗੀਆਂ ਜਿਹੜੀਆਂ ਇਸ ਗੱਲ ਨੂੰ ਦਾ ਅਧਿਕਾਰ ਤੁਹਾਨੂੰ ਦਿੰਦੀਆਂ ਕਿ ਤੁਸੀਂ ਜਿਹੜੀ ਸ਼ਿਕਾਇਤ ਆ ਉਹ ਕਰ ਸਕੋ? ਜਿੱਦਾਂ ਹੁਣ ਮੇਰੇ ਨੋਟਿਸ ਦੇ ਵਿੱਚ ਇੱਕ ਜਿਹੜਾ ਹੈਗਾ ਕੰਜ਼ਿਊਮਰ ਰਾਈਟਸ ਐਕਟ 2015 ਦਾ ਹੈਗਾ ਆ। ਹਾਂਜੀ। ਉਹਦੇ ਵਿੱਚ ਬਹੁਤ ਸਾਰੀਆਂ ਇੱਦਾਂ ਦੀਆਂ ਧਾਰਾਵਾਂ ਹੈਗੀਆਂ ਜਿਨ੍ਹਾਂ ਦੇ ਵਿੱਚ ਜਿਹੜੇ ਬੰਦੇ ਸਮਾਨ ਵੇਚਦੇ ਆ ਜਾਂ ਕਰਦੇ ਆ ਜਾਂ ਬਿਜ਼ਨਸ ਕਰਦੇ ਆ ਉਹਨਾਂ ਨੂੰ ਇਹ ਕਰਨਾ ਪੈਂਦਾ। ਸੋ ਤੁਹਾਡਾ ਇਹਦੇ ਬਾਰੇ ਕੀ ਤਜਰਬਾ ਹੈਗਾ, ਤੁਸੀਂ ਅਗਰ ਸਾਂਝਾ ਕਰਨਾ ਚਾਹੋ? ਜੀ, ਜਿਹੜਾ ਇਹ 2015 ਦਾ ਕੰਜ਼ਿਊਮਰ ਰਾਈਟਸ ਐਕਟ ਸੀਗਾ ਜੀ, ਸੋ ਉਹਨੂੰ ਇਹ ਜਿਹੜਾ ਸੀਗਾ ਇਹ ਰਿਪਲੇਸ ਕਰ ਦਿੱਤਾ ਗਿਆ। ਹਾਂਜੀ। ਕਿ ਉਹਦੇ ਵਿੱਚ ਜਿਹੜੀਆਂ 3 ਗੱਲਾਂ ਸੀਗੀਆਂ ਜੀ, ਕਿ ਇੱਕ ਤਾਂ ਸੀਗੀ ਕਿ ਸੇਲ ਆਫ ਗੁੱਡਸ ਐਕਟ 1979। ਹਾਂਜੀ। ਤੇ ਉਹਦੇ ਵਿੱਚ ਜਿਸ ਤਰ੍ਹਾਂ ਕੋਈ ਅਨਫੇਅਰ ਟਰਮਸ ਕਿ ਜਿਹੜੇ ਕੰਜ਼ਿਊਮਰ ਦੇ ਵਾਸਤੇ ਜਿਹੜੇ
ਵਰਤੋਂ ਕਰਨੇ ਹਾਂਜੀ ਵਾਲਿਆਂ ਦੇ ਲਈ, ਜਾਂ ਜਿੱਦਾਂ ਮੰਨ ਲਓ ਕੋਈ ਬੰਦਾ ਕਹਿ ਦੇਵੇ ਵੀ ਮੈਂ ਤਾਂ ਤੇ ਤੋਂ 100% ਵਿਆਜ ਲੈਣਾ, ਸੋ ਕਹਿੰਦੇ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਅਨਫੇਅਰ ਹੋਣਗੀਆਂ। ਹਾਂਜੀ, ਤੇ ਉਹ ਇਦਾਂ ਦੀਆਂ ਜਿਹੜੀਆਂ ਧਰਾਵਾਂ ਆ ਉਹ ਕੰਟਰੈਕਟ ਦੇ ਵਿੱਚ ਜਿਹੜੇ ਹੈਗੇ ਆ ਉਹ ਨਹੀਂ ਪਾ ਸਕਣਗੇ। ਬਿਲਕੁਲ, ਜਿੱਦਾਂ ਜਿਹੜੇ ਫੋਲਟੀ ਗੁੱਡਸ ਹੋ ਗਈਆਂ, ਹਾਂਜੀ, ਜਾਂ ਜਿੱਦਾਂ ਜੇ ਕੋਈ ਤੁਸੀਂ ਕਾਰ ਖਰੀਦਦੇ ਆ ਜੀ ਤਾਂ ਉਹਦੇ ਵਿੱਚੋਂ ਉਹ ਕਾਰ ਖਰਾਬ ਨਿਕਲਦੀ ਆ। ਤੇ ਫਿਰ ਇੱਕ ਹੋਰ ਸੀਗਾ ਕਿ ਜਿਹੜੀਆਂ ਸਰਕਾਰੀ ਸੰਸਥਾਵਾਂ ਹੈਗੀਆਂ, ਹਾਂਜੀ, ਜਾਂ ਹੋਰ ਛੋਟੀਆਂ ਸੰਸਥਾਵਾਂ ਜਿੱਦਾਂ ਚੈਰਿਟੀ ਦੀਆਂ ਸੰਸਥਾਵਾਂ, ਜੀ, ਤਾਂ ਉਹਨਾਂ ਨੂੰ ਕਾਨੂੰਨੀ ਤੌਰ ਤੇ ਸ਼ਿਕਾਇਤ ਜਿਹੜੇ ਹੈਗੇ ਆ ਉਹਦੇ ਨਿਯਮ ਕੀ ਆ, ਤਾਂ ਉਹ ਨਿਯਮ ਦੇ ਵਿੱਚ ਰੱਖਣਾ। ਹਾਂਜੀ, ਤਾਂ ਇਹ ਜਿਹੜੀਆਂ ਤਿੰਨੇ ਚੀਜ਼ਾਂ ਸੀ ਉਹ ਉਸ ਕਾਨੂੰਨ ਦੇ ਵਿੱਚ ਪਾ ਦਿੱਤੀਆਂ ਗਈਆਂ। ਠੀਕ ਆ, ਤਾਂ ਕਿ ਉਹ ਜਿਹੜਾ ਇੱਕ ਕਾਨੂੰਨ ਹੈਗਾ ਆ ਉਹਦੇ ਵਿੱਚ ਇਹ ਸੰਭੀਆਂ ਜਾ ਸਕਣ। ਤੇ ਇੱਕ ਆਪਾਂ ਗੱਲ ਕਰਦੇ ਸੀ ਕਿ ਜਿਸ ਵੇਲੇ ਜਿੱਦਾਂ ਅਸੀਂ ਕਾਰਾਂ ਕਈ ਵਾਰੀ ਖਰੀਦਦੇ ਹਾਂ, ਹਾਂਜੀ, ਜਿਸ ਤਰ੍ਹਾਂ ਕਿ ਮਿਸਾਲ ਦੇ ਤੌਰ ਤੇ ਅਸੀਂ ਆਕਸ਼ਨ ਤੋਂ ਕੋਈ ਕਾਰ ਖਰੀਦਦੇ ਹਾਂ ਜੀ, ਤੇ ਆਕਸ਼ਨ ਤੋਂ ਜਦੋਂ ਕਾਰ ਖਰੀਦਦੇ ਤਾਂ ਉਹਨਾਂ ਨੇ ਵੀ ਕਈ ਵਾਰੀ ਇੱਦਾਂ ਹੁੰਦੀ ਆ ਕਿ ਸੋਲਡ ਐਜ਼ ਸੀਨ, ਹਾਂਜੀ, ਕਿ ਜਿਸ ਤਰ੍ਹਾਂ ਤੁਸੀਂ ਆਪ ਦੇਖ ਲਵੋ, ਹਾਂਜੀ, ਆਪ ਉਹਦੀ ਜਾਂਚ ਪੜਤਾਲ ਜਿੰਨੀ ਕਿ ਤੁਸੀਂ ਕਰ ਸਕਦੇ ਕਰੋ, ਪਤਾ ਕਰ ਲਓ, ਤੇ ਜਿਸ ਵੇਲੇ ਤੁਸੀਂ ਖਰੀਦ ਲਈ ਤੁਸੀਂ ਉਹ ਆਪਣੀ ਮਰਜ਼ੀ ਤੇ ਆਪ ਦੇਖ ਕੇ ਉਹ ਖਰੀਦੀ ਆ, ਹਾਂਜੀ, ਤੇ ਤੁਸੀਂ ਮੁੜ ਕੇ ਨਹੀਂ ਉਹਨੂੰ ਲਿਆ ਸਕਦੇ। ਸੋ ਮੋਟਾ ਮਤਲਬ ਇਹੀ ਆ ਵੀ ਜੋ ਕੋਈ ਤੁਹਾਡੇ ਸਾਹਮਣੇ ਆ ਇਹੀ ਆ, ਇਹ ਚੰਗਾ ਆ ਜਾਂ ਮਾੜਾ ਆ, ਇਹ ਤੁਹਾਡੀ ਜ਼ਿੰਮੇਵਾਰੀ ਆ, ਤੁਸੀਂ ਇਹ ਲੈ ਲਓ ਜਾਂ ਨਾ ਲੈ ਲਓ, ਬਾਅਦ ਵਿੱਚ ਸਾਨੂੰ ਨਾ ਕੇ ਕਿਹੋ, ਸਾਨੂੰ ਨਾ ਕੇ ਕਿਹੋ। ਠੀਕ ਆ। ਤੇ ਕਈ ਵਾਰੀ ਇਦਾਂ ਹੁੰਦੀ ਆ ਕਿ ਜਿਸ ਵੇਲੇ ਅਸੀਂ ਆਕਸ਼ਨ ਤੋਂ ਕਾਰ ਖਰੀਦਦੇ ਆ ਜੀ, ਉਹਨਾਂ ਨੇ ਕੁਝ ਟਾਈਮ ਦਿੱਤਾ ਹੁੰਦਾ ਕਿ ਤੁਸੀਂ 2 ਦਿਨ ਦੇ ਵਿੱਚ, 3 ਦਿਨ ਦੇ ਵਿੱਚ ਜਾਂ 4 ਦਿਨ ਦੇ ਵਿੱਚ ਕੁਝ ਵੀ ਸਮਾਂ ਹੈਗਾ, ਤਾਂ ਜੇ ਤੁਹਾਨੂੰ ਇਹਦੇ ਵਿੱਚ ਕੋਈ ਫੋਲਟ ਲੱਭਦੀ ਹੈ ਤਾਂ ਤੁਸੀਂ ਇਹਨੂੰ ਮੁੜ ਕੇ ਲਿਆ ਸਕਦੇ। ਹਾਂਜੀ, ਪਰ ਅਸੀਂ ਇਸ ਚੀਜ਼ ਦੀ ਗੌਰ ਨਹੀਂ ਕਰਦੇ ਜਾਂ ਇਸ ਚੀਜ਼ ਦਾ ਪਤਾ ਨਹੀਂ ਕਰਦੇ, ਤਾਂ ਜਦੋਂ ਫਿਰ ਸਾਨੂੰ ਕੋਈ ਉਹਦੇ ਵਿੱਚ ਖਰਾਬੀ ਲੱਭਦੀ ਆ, ਅਸੀਂ ਮੁੜ ਕੇ ਲਾ ਕੇ ਜਾਂਦੇ ਆ, ਤਾਂ ਉਹ ਕਹਿੰਦੇ ਭਾਈ ਜਿਹੜੀ ਤੁਹਾਡੀ ਉਹ ਕੰਪਲੇਂਟ ਕਰਨੇ ਦੀ ਮਨਿਆਦ ਸੀ ਮੁੱਕ ਚੁੱਕੀ ਹੈ, ਸਮਾਂ ਲੱਗ ਚੁੱਕਾ, ਤਾਂ ਹੁਣ ਤੁਸੀਂ ਉਹ ਸ਼ਿਕਾਇਤ ਨਹੀਂ ਕਰ ਸਕਦੇ। ਠੀਕ ਆ। ਸੋ ਇਸ ਕਰਕੇ ਇਹਨਾਂ ਗੱਲਾਂ ਤੋਂ ਜਾਣੂ ਹੋਣਾ, ਜਿਸ ਵੇਲੇ ਅਸੀਂ ਕੋਈ ਚੀਜ਼ ਖਰੀਦਦੇ ਆ ਜਾਂ ਕੋਈ ਚੀਜ਼ ਵੇਚਦੇ ਆ, ਉਹ ਤੁਹਾਨੂੰ ਆਪਣੇ ਹੱਕਾਂ ਦਾ ਤੇ ਦੂਜੇ ਦੇ ਹੱਕਾਂ ਦਾ ਉਹ ਪੂਰਾ ਉਹਦੀ ਜਾਣਕਾਰੀ ਹੋਣੀ ਲਾਜ਼ਮੀ ਆ। ਬਿਲਕੁਲ, ਕਿਉਂਕਿ ਜਦੋਂ ਅਸੀਂ ਆਪੇ ਨਹੀਂ ਇਸ ਚੀਜ਼ ਉੱਤੇ ਗੌਰ ਕਰਦੇ, ਅਸੀਂ ਬਹੁਤ ਵਾਰੀ ਇਹਨਾਂ ਚੀਜ਼ਾਂ ਦਾ ਨੋਟਿਸ ਨਹੀਂ ਲੈਂਦੇ ਕਿ ਜਿਹੜੇ ਕਾਨੂੰਨ ਹੈਗੇ ਉਹ ਕੀ ਹੈਗੇ ਆ, ਤਾਂ ਜਾਂ ਅਸੀਂ ਉਹਨਾਂ ਦੀ ਕਿੱਦਾਂ ਵਰਤੋਂ ਕਰ ਸਕਦੇ ਆ। ਤਾਂ ਜੇ ਅਸੀਂ ਥੋੜਾ ਜਿਹਾ ਆਪਣੀ ਜਿਸ ਤਰ੍ਹਾਂ ਕਹਿ ਲਓ ਕਿ ਬੁੱਧੀ ਵਰਤ ਕੇ ਇਹਨਾਂ ਗੱਲਾਂ ਤੋਂ ਜਾਣੂ ਹੋਈਏ ਤਾਂ ਸਾਨੂੰ ਬਹੁਤ ਸਾਰੇ ਫਾਇਦੇ ਹੋ ਸਕਦੇ ਆ। ਠੀਕ ਆ, ਠੀਕ ਆ। ਜਿਹੜਾ ਮੇਰਾ ਅਗਲਾ ਸਵਾਲ ਹੈਗਾ ਜੀ, ਜਾਂ ਸਾਡੇ ਸਾਰਿਆਂ ਲਈ ਇਹ ਹੈਗਾ ਕਿ ਜਦੋਂ ਅਸੀਂ ਸ਼ਿਕਾਇਤ ਕਰਨੀ ਆ, ਹਾਂਜੀ, ਤੇ ਸਾਨੂੰ ਕਿਹੜੀਆਂ ਗੱਲਾਂ ਜਿਹੜੀਆਂ ਹੈਗੀਆਂ ਉਹ ਧਿਆਨ 'ਚ ਰੱਖਣੀਆਂ ਚਾਹੀਦੀਆਂ ਤਾਂ ਕਿ ਜਿਹੜੀ ਸਾਡੀ ਸ਼ਿਕਾਇਤ ਆ, ਹਾਂਜੀ, ਉਹ ਪ੍ਰਭਾਵਸ਼ਾਲੀ ਹੋਵੇ। ਪ੍ਰਭਾਵਸ਼ਾਲੀ ਤੋਂ ਮਤਲਬ ਇਹ ਹੋਵੇ ਕਿ ਜੋ ਵੀ ਤੁਸੀਂ ਅਚੀਵ ਕਰਨਾ ਚਾਹੁੰਦੇ ਆ, ਜੋ ਵੀ ਤੁਸੀਂ ਸਿੱਟਾ ਕੱਢਣਾ ਚਾਹੁੰਦੇ ਆ, ਉਹ ਸਾਡਾ ਸਿੱਟਾ ਜਿਹੜਾ ਹੈਗਾ ਉਹ ਨਿਕਲ ਸਕੇ। ਸੋ ਕੁਛ ਇੱਦਾਂ ਦੀਆਂ ਟਿਪਸ ਜਿਹੜੀਆਂ ਹੈਗੀਆਂ ਉਹ ਕੀ ਹੋ ਸਕਦੀਆਂ ਜਾਂ ਕਿਹਨਾਂ ਗੱਲਾਂ ਬਾਰੇ ਸਾਨੂੰ ਧਿਆਨ ਰੱਖਣਾ ਚਾਹੀਦਾ? ਹਾਂਜੀ ਨਵਦੀਪ ਜੀ, ਜਦੋਂ ਵੀ ਅਸੀਂ ਸ਼ਿਕਾਇਤ ਕਰਦੇ ਹਾਂ, ਹਾਂਜੀ, ਤੁਹਾਨੂੰ ਕੋਈ ਨਾ ਕੋਈ ਸ਼ਿਕਾਇਤ ਹੁੰਦੀ ਆ। ਬਿਲਕੁਲ, ਕਿ ਇਸ ਚੀਜ਼ ਦੇ ਵਿੱਚ ਆਹ ਖਰਾਬੀ ਆ ਜਾਂ ਇਸ ਕੰਮ ਦੇ ਵਿੱਚ ਆਹ ਖਰਾਬੀ ਆ। ਜੇ ਮਿਸਾਲ ਦੇ ਤੌਰ ਤੇ ਤੁਸੀਂ ਇਹ ਦੇਖ ਲਓ ਕਿ ਸਟਰੀਟ ਦੇ ਵਿੱਚ ਲਾਈਟ ਹੀ ਖਰਾਬ ਹੋਈ ਆ, ਹਾਂਜੀ, ਤਾਂ ਉਹ ਲਾਈਟ ਜਿਹੜੀ ਹੈਗੀ ਆ ਉਹ ਕਾਫੀ ਦੇਰ ਤੋਂ ਖਰਾਬ ਹੋਈ ਉਹ ਆ, ਤਾਂ ਉਹਦੇ ਵਿੱਚ ਜਿਹੜੇ ਲੋਕੀ ਲੰਘਦੇ ਵੜਦੇ ਹੈਗੇ ਆ ਜਾਂ ਜੇ ਤੁਹਾਡੇ ਆਪਣੀ ਸਟਰੀਟ ਦੇ ਵਿੱਚ ਹੈਗੀ ਆ ਤਾਂ ਫਿਰ ਉੱਥੇ ਹਨੇਰਾ ਰਹਿੰਦਾ। ਬਿਲਕੁਲ, ਤੇ ਕਈ ਵਾਰੀ ਜਿਹੜੀ ਗਲੀਆਂ ਦੇ ਵਿੱਚ ਲਾਈਟਾਂ ਹੁੰਦੀਆਂ ਤੇ ਜਿੱਥੇ ਕੋਈ ਲਾਈਟਿੰਗ ਜ਼ਰੂਰੀ ਹੁੰਦੀ ਆ, ਤੇ ਇਹ ਸਾਡਾ ਫਰਜ਼ ਬਣਦਾ ਕਿ ਅਸੀਂ ਕਾਉਂਸਲ ਵਾਲਿਆਂ ਨੂੰ ਦੱਸੀਏ। ਜੀ, ਐਂਡ ਆਮ ਕਰਕੇ ਜਿੱਦਾਂ ਹੁਣ ਖੰਭੇ ਦੇ ਉੱਪਰ ਵੀ ਉਹਨਾਂ ਨੂੰ ਟੈਲੀਫੋਨ ਨੰਬਰ ਵਗੈਰਾ ਦਿੱਤੇ ਹੁੰਦੇ ਆ, ਜੀ, ਕਿ ਤੁਸੀਂ ਆਹ ਨੰਬਰ ਕਰਕੇ ਤਾਂ ਤੁਸੀਂ ਇਹਦੀ ਰਿਪੋਰਟ ਕਰ ਸਕਦੇ ਆ। ਤੇ ਅਸੀਂ ਕਈ ਵਾਰੀ ਇੰਨੇ ਘੋਲੇ ਹੋ ਜਾਂਦੇ ਆ, ਅਸੀਂ ਇਹ ਵੀ ਨਹੀਂ ਕਰ ਸਕਦੇ। ਹਾਂਜੀ, ਤਾਂ ਉਹਦੇ ਵਿੱਚ ਜਿਹੜਾ ਤੁਹਾਨੂੰ ਵੀ ਫਾਇਦਾ ਹੁੰਦਾ ਤੇ ਬਾਕੀ ਦੀ ਵੀ ਜਿਹੜੀ ਪਬਲਿਕ ਹੈਗੀ ਆ ਉਹਨੂੰ ਫਾਇਦਾ ਹੁੰਦਾ। ਤਾਂ ਉਹਦੇ ਨਾਲ ਤੁਸੀਂ ਜਿਹੜੇ ਅਥਾਰਟੀਜ਼ ਹੈਗੀਆਂ ਉਹਨਾਂ ਦੀ ਵੀ ਮਦਦ ਕਰ ਰਹੇ ਹੁੰਦੇ ਆ। ਜੀ, ਤੇ ਪਰ ਤੁਹਾਨੂੰ ਜਿਹੜਾ ਤੁਹਾਡਾ ਤਰੀਕਾ, ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਤੁਹਾਡਾ ਤਰੀਕਾ ਸਹੀ ਹੋਣਾ ਚਾਹੀਦਾ ਉਹ ਸ਼ਿਕਾਇਤ ਕਰਨੇ ਦਾ। ਤੇ ਜਦੋਂ ਜੇ ਤੁਸੀਂ ਉਹਦੀ ਸ਼ਿਕਾਇਤ ਕਰੋਗੇ ਜੀ ਤਾਂ ਤੁਹਾਨੂੰ ਫਾਇਦਾ ਹੋ। ਹੁਣ ਦੂਜੀ ਗੱਲ ਮੈਂ ਇਹ ਵੀ ਸੋਚਦਾ ਸੀ, ਹਾਂਜੀ, ਕਿ ਮੈਂ ਆਮ ਕਰਕੇ ਜੇ ਇੱਥੇ ਇਹ ਗੱਲ ਢੁੱਕਦੀ ਹੋਵੇ, ਹਾਂਜੀ, ਕਿ ਆਮ ਕਰਕੇ ਮੈਂ ਦੇਖਦਾ ਕਿ ਜਿਹੜੇ ਇਨਰ ਸਿਟੀ ਏਰੀਆਜ਼ ਹੁੰਦੇ ਆ ਜੀ, ਉਹਨਾਂ ਦੇ ਵਿੱਚ ਬਹੁਤ ਵਾਰੀ ਜਿਹੜੀ ਹੈਗੀ ਆ ਉੱਥੇ ਜਿੱਥੇ ਕਿ ਜ਼ਿਆਦਾ ਕਰਕੇ ਏਸ਼ੀਅਨ ਲੋਕੀ ਰਹਿੰਦੇ ਆ ਜੀ, ਤੇ ਉਹ ਬਹੁਤ ਜਿਹੜੇ ਇਲਾਕੇ ਹੁੰਦੇ ਆ ਗੰਦੇ ਹੁੰਦੇ ਆ ਉਹ।
ਤੇ ਅਸੀਂ ਫਿਰ ਇਦਾਂ ਸੋਚਦੇ ਕਿ ਅਸੀਂ ਇੱਥੇ ਰਹਿੰਦੇ ਤੇ ਇਹ ਇਲਾਕੇ ਕਾਹਦੇ ਇੰਨੇ ਗੰਦੇ ਤੇ ਜਿਹੜੇ ਬਾਕੀ ਦੇ ਹੋਰ ਇਲਾਕੇ ਹੈਗੇ ਉਹ ਕਾਹਦੇ ਸਾਫ਼ ਆ। ਹਾਂਜੀ। ਅਸੀਂ ਕਦੇ ਉਹਦੇ ਬਾਰੇ ਸ਼ਿਕਾਇਤ ਹੀ ਨਹੀਂ ਕਰਦੇ ਜਾਂ ਅਸੀਂ ਇਕੱਠੇ ਹੋ ਕੇ ਉਹਦੇ ਬਾਰੇ ਕੋਈ ਕਦਮ ਹੀ ਨਹੀਂ ਚੁੱਕਦੇ ਕਿ ਇਹਦੇ ਬਾਰੇ ਕੁਝ ਕੀਤਾ ਜਾਵੇ। ਹਾਂਜੀ। ਤਾਂ ਅਗਲੇ ਵੀ ਉਹ ਵੀ ਸੋਚਦੇ ਰਹਿੰਦੇ ਆ ਜਿੱਦਾਂ ਇਹ ਗੱਲ ਚੱਲਦੀ ਠੀਕ ਹੀ ਆ ਜੀ, ਲੋਕੀ ਵੀ ਖੁਸ਼ ਆ, ਕੁਝ ਨਹੀਂ ਕਹਿੰਦੇ। ਹਾਂਜੀ। ਤਾਂ ਇਹ ਗੱਲ ਜਿੱਦਾਂ ਚੱਲਦੀ ਆ ਉਹ ਚੱਲੀ ਜਾਣ ਦਿਓ ਜੀ। ਸੋ ਸਾਡਾ ਫਰਜ਼ ਬਣਦਾ ਕਿ ਅਸੀਂ ਪਛਾਣ ਕਰੀਏ ਕਿ ਸਹੀ ਕੀ ਆ, ਗਲਤ ਕੀ ਆ, ਸਾਨੂੰ ਕਾਹਦੀ ਸ਼ਿਕਾਇਤ ਕਰਨੀ ਚਾਹੀਦੀ ਹੈ, ਕਿਹਦੇ ਕੋਲ ਸ਼ਿਕਾਇਤ ਕਰਨੀ ਚਾਹੀਦੀ ਆ ਤੇ ਕਿੱਦਾਂ ਸ਼ਿਕਾਇਤ ਕਰਨੀ ਚਾਹੀਦੀ ਹੈ ਤਾਂ ਕਿ ਉਹਦਾ ਜਿਹੜਾ ਹੈਗਾ ਆ ਉਹ ਫਾਇਦਾ ਹੋ ਸਕੇ। ਹਾਂਜੀ। ਉਹਦਾ ਜਿਹੜਾ ਫਾਇਦਾ ਇਦਾਂ ਕਿ ਦੇਖੋ ਜਿਹੜੇ ਤੁਸੀਂ ਆਲੇ ਦੁਆਲੇ ਦੇ ਵਿੱਚ ਰਹਿੰਦੇ ਆ, ਜਿਹੜੇ ਤੁਸੀਂ ਵਾਤਾਵਰਣ 'ਚ ਇਨਵਾਇਰਨਮੈਂਟ 'ਚ ਰਹਿੰਦੇ ਆ ਕਿ ਜੇ ਉਹ ਸਾਫ਼ ਸੁਥਰੀ ਹੋਊਗੀ ਤਾਂ ਤੁਹਾਡਾ ਵੀ ਅੰਦਰ ਬਾਹਰ ਤੁਰਦਿਆਂ ਫਿਰਦਿਆਂ ਦਾ, ਬਾਹਰ ਨਿਕਲਦਿਆਂ ਦਾ, ਆਉਂਦੇ ਜਾਂਦਿਆਂ ਦਾ ਜਿਹੜਾ ਹੈਗਾ ਮਨ ਖੁਸ਼ ਹੋਊ। ਬਿਲਕੁਲ। ਤੇ ਨਹੀਂ ਤਾਂ ਤੁਸੀਂ ਫਿਰ ਉਦਾਸ ਮਨ ਦੇ ਨਾਲ ਤੁਰੂ ਫਿਰੋਗੇ ਕਿ ਤੁਹਾਡੇ ਏਰੀਆ ਦੇ ਵਿੱਚ, ਇਲਾਕੇ ਦੇ ਵਿੱਚ ਸਫਾਈ ਨਹੀਂ ਹੈਗੀ। ਤਾਂ ਇਸ ਕਰਕੇ ਤੁਸੀਂ ਆਪਣਾ ਭਲਾ ਜਿਹੜਾ ਹੈਗਾ ਆ ਆਪ ਕਰਨੇ ਦਾ ਤੁਹਾਡਾ ਹੀ ਜਿਹੜਾ ਹੈਗਾ ਉਹ ਫਰਜ਼ ਬਣਦਾ। ਹਾਂਜੀ। ਮੈਂ ਬਲਵੀਰ ਜੀ ਇਹ ਗੱਲ ਕਰਦਾ ਸੀਗਾ, ਜਿਹੜੇ ਤੁਸੀਂ ਗੱਲਾਂ ਕੀਤੀਆਂ ਹੈਗੀਆਂ ਬਹੁਤ ਰੈਲੇਵੈਂਟ ਹੈਗੀਆਂ ਜੀ। ਉਹ ਇਹ ਆ ਵੀ ਜਦੋਂ ਅਸੀਂ ਸ਼ਿਕਾਇਤ ਨਹੀਂ ਕਰਦੇ, ਉਹ ਮੇਰਾ ਖਿਆਲ ਉਹ ਤੁਹਾਡਾ ਜਿਹੜਾ ਸੀਗਾ ਪੁਆਇੰਟ ਬੜਾ ਕਲੀਅਰ ਹੋ ਗਿਆ ਜੀ ਕਿ ਅਸੀਂ ਬਹੁਤ ਸਾਰੀਆਂ ਗੱਲਾਂ ਨੂੰ ਗ੍ਰਾਂਟਿਡ ਲੈ ਲੈਂਦੇ ਆ ਕਿ ਬਸ ਜੀ ਇਹ ਤਾਂ ਇੱਦਾਂ ਹੀ ਹੋਣਾ, ਇਹਦੇ ਬਾਰੇ ਕੁਝ ਨਹੀਂ ਹੋ ਸਕਦਾ। ਪਰ ਜਿਹੜਾ ਮੇਰਾ ਸਵਾਲ ਸੀਗਾ ਉਹ ਇਹ ਸੀਗਾ ਵੀ ਜਦੋਂ ਅਸੀਂ ਸ਼ਿਕਾਇਤ ਕਰਨੀ ਆ, ਅਸੀਂ ਕਿਹਨਾਂ ਗੱਲਾਂ ਦਾ ਧਿਆਨ ਰੱਖਣਾ। ਜਿਵੇਂ ਫਰਜ਼ ਕਰੋ ਕਿ ਸਭ ਤੋਂ ਪਹਿਲਾਂ ਜਦੋਂ ਤੁਸੀਂ ਕੋਈ ਸ਼ਿਕਾਇਤ ਕਰਨੀ ਆ ਤਾਂ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਜਿਹੜਾ ਹੈਗਾ ਉਹ ਜ਼ਰੂਰ ਤੁਸੀਂ ਗੱਲ ਕਰੋ। ਜਿੱਦਾਂ ਤੁਸੀਂ ਪਹਿਲਾਂ ਉਦਾਹਰਨ ਦਿੱਤੀ ਸੀ ਕਿ ਉਹ 2 ਲੇਡੀਜ਼ ਆਈਆਂ ਸੀਗੀਆਂ ਪੁਲਿਸ ਸਟੇਸ਼ਨ, ਸੋ ਉਹਦਾ ਕੀ ਸਿੱਟਾ ਨਿਕਲਣਾ। ਕਈ ਵਾਰੀ ਤੁਹਾਡੀ ਜਿਹੜੀ ਕੰਪਲੇਂਟ ਹੁੰਦੀ ਆ ਉਹ ਸੀਰੀਅਸ ਕਿਸਮ ਦੀ ਹੁੰਦੀ ਆ ਔਰ ਉਹਨੇ ਬਹੁਤ ਦੂਰ ਤੱਕ ਜਾਣਾ ਹੁੰਦਾ। ਸੋ ਉਹਦੇ ਲਈ ਤੁਹਾਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਜਿਹੜੀ ਸਹਾਇਤਾ ਦੀ ਔਰ ਸਹਿਯੋਗ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਆ। ਸੋ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਇਹਦੇ ਬਾਰੇ ਜਿਹੜਾ ਹੈਗਾ ਉਹ ਜ਼ਰੂਰ ਗੱਲ ਕਰੋ ਕਿ ਤੁਸੀਂ ਉਹਨਾਂ ਨੂੰ ਪਤਾ ਹੋਵੇ ਜੀ। ਇਹਦੇ ਨਾਲ ਇਹ ਵੀ ਹੈਗਾ ਵੀ ਤੁਹਾਡਾ ਜਿਹੜਾ ਸ਼ਿਕਾਇਤ ਆ ਉਹਦਾ ਕਾਰਨ ਕੀ ਆ। ਬਿਲਕੁਲ। ਜਿਵੇਂ ਤੁਸੀਂ ਕਿਹਾ ਜੀ ਕਿ ਜੇ ਅਸੀਂ ਇਹੀ ਨਹੀਂ ਦੱਸਣਾ ਵੀ ਮੈਂ ਆ ਫਲਾਨੀ ਚੀਜ਼ ਲਈ ਸੀ, ਇਹ ਖਰਾਬ ਨਿਕਲੀ ਆ। ਬਿਲਕੁਲ। ਜੇ ਸਿਰਫ ਸਾਡਾ ਸ਼ਿਕਾਇਤ ਕਰਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਨਾਂ ਨੂੰ ਫੋਨ ਕਰਕੇ, ਚਿੱਠੀ ਲੈ ਕੇ, ਈਮੇਲ ਪਾ ਕੇ ਤੇ ਅਸੀਂ ਉਹਨਾਂ ਨੂੰ ਗਾਲਾਂ ਹੀ ਕੱਢਣੀਆਂ, ਉਹੀ ਸ਼ਿਕਾਇਤ ਆ। ਪਰ ਸਾਰਿਆਂ ਨਾਲੋਂ ਪਹਿਲਾ ਜਿਹੜਾ ਫੰਡਾਮੈਂਟਲ ਰੂਲ ਇਹ ਹੈਗਾ ਆ, ਬੇਸਿਕ ਰੂਲ ਇਹ ਹੈਗਾ ਕਿ ਅਸੀਂ ਉਹਨਾਂ ਨੂੰ ਇਹ ਜ਼ਰੂਰ ਦੱਸੀਏ ਕਿ ਤੁਸੀਂ ਸ਼ਿਕਾਇਤ ਕਿਸ ਚੀਜ਼ ਬਾਰੇ ਕਰ ਰਹੇ ਆ। ਸੋ ਇਹ ਇਕੱਲੀ ਚੀਜ਼ਾਂ ਬਾਰੇ ਨਹੀਂ ਹੈਗੀ, ਇਹ ਸਰਵਿਸਿਜ਼ ਬਾਰੇ ਵੀ ਹੈਗੀ ਆ। ਹਾਂਜੀ ਬਿਲਕੁਲ। ਮੰਨ ਲਓ ਤੁਸੀਂ ਕਿਸੇ ਕੋਲ ਮੌਰਗੇਜ ਵਾਲੇ ਕੋਲ ਗਏ ਆ, ਉਹ ਕਹਿੰਦਾ ਜੀ ਮੈਂ ਤੁਹਾਨੂੰ ਮੌਰਗੇਜ ਦਵਾਉਂਗਾ, 500 ਪਾਉਂਡ ਲਊਂਗਾ। ਅਗਰ ਉਹਨੇ 500 ਪਾਉਂਡ ਵੀ ਲੈ ਲਿਆ ਪਰ ਤੁਹਾਨੂੰ ਮੌਰਗੇਜ ਵੀ ਨਹੀਂ ਦਵਾਈ ਜੀ, ਜਾਂ ਜਿੱਦਾਂ ਦੀ ਤੁਸੀਂ ਚਾਹੁੰਦੇ ਸੀ ਉੱਦਾਂ ਦੀ ਨਹੀਂ ਦਵਾਈ, ਤੇ ਉਹ ਵੀ ਇਹਦੇ ਘੇਰੇ ਦੇ ਵਿੱਚ ਜਿਹੜੀ ਆ ਉਹ ਗੱਲ ਆ ਜਾਂਦੀ ਆ। ਸੋ ਤੁਸੀਂ ਸ਼ਿਕਾਇਤ ਕਰਨ ਦੇ ਲਈ ਇਹ ਯਕੀਨੀ ਬਣਾਓ ਕਿ ਤੁਸੀਂ ਕਿਸ ਚੀਜ਼ ਦੀ ਸ਼ਿਕਾਇਤ ਜਿਹੜੀ ਆ ਉਹ। ਬਿਲਕੁਲ। ਇਹਦੇ ਨਾਲ ਹੀ ਨਵਦੀਪ ਜੀ ਇਕੱਲਾ ਜਿੱਦਾਂ ਹੁਣ ਕਈ ਵਾਰੀ ਤੁਸੀਂ ਵਕੀਲ ਦੇ ਕੋਲ ਵੀ ਜਾਂਦੇ ਆ ਜੀ, ਤੇ ਵਕੀਲ ਨੇ ਤੁਹਾਡਾ ਜਿਹੜਾ ਵੀ ਕੇਸ ਹੈਗਾ ਤੇ ਉਹਨੇ ਤੁਹਾਡੀ ਮਦਦ ਕਰਨੀ ਹੁੰਦੀ ਆ। ਬਿਲਕੁਲ। ਤੇ ਜਿੱਦਾਂ ਸਾਰਿਆਂ ਨੂੰ ਸਾਨੂੰ ਪਤਾ ਹੀ ਹੈ ਕਿ ਵਕੀਲਾਂ ਦੀਆਂ ਫੀਸਾਂ ਤਾਂ ਬਹੁਤ ਹੁੰਦੀਆਂ ਤੇ ਉਹ ਵਕੀਲ ਜਿਹੜੀ ਆਪਣੀਆਂ ਫੀਸਾਂ ਵੀ ਲੈ ਲੈਂਦੇ ਆ ਤੇ ਤੁਹਾਡਾ ਉਹ ਕੰਮ ਵੀ ਸਹੀ ਨਹੀਂ ਕਰਦੇ। ਤੇ ਇਹਦੇ ਲਈ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜੇ ਮੈਂ ਆਪਣੇ ਵਕੀਲ ਦੀ ਵੀ ਸ਼ਿਕਾਇਤ ਕਰਨੀ ਹੈ ਕਿ ਮੇਰੇ ਕੋਲੋਂ ਪੈਸੇ ਵੀ ਇੰਨੇ ਲੈ ਲਏ ਤਾਂ ਮੇਰਾ ਜਿਹੜਾ ਉਹਨਾਂ ਨੇ ਕੰਮ ਵੀ ਨਹੀਂ ਕੀਤਾ, ਜਿਹੜਾ ਕਿ ਤੁਹਾਡਾ ਕਾਨੂੰਨੀ ਤੌਰ ਤੇ ਹੱਕ ਬਣਦਾ। ਬਿਲਕੁਲ। ਕਿ ਤੁਸੀਂ ਉਹਨਾਂ ਦੀ ਵੀ ਜਿਹੜੀ ਹੈਗੀ ਉਹ ਸ਼ਿਕਾਇਤ ਕਰ ਸਕਦੇ ਆ। ਤਾਂ ਤੁਸੀਂ ਕਿਸੇ ਦੀ ਵੀ ਜਦੋਂ ਕੋਈ ਬੇਇਨਸਾਫੀ ਹੁੰਦੀ ਹੈ ਜਾਂ ਸਹੀ ਕੰਮ ਨਹੀਂ ਕੀਤਾ ਜਾਂਦਾ ਜਾਂ ਹੁੰਦਾ ਜਿਹੜਾ ਕਿ ਉਹ ਸਹੀ ਤਰੀਕੇ ਨਾਲ ਜਿੱਦਾਂ ਹੋਣਾ ਚਾਹੀਦਾ, ਬਿਲਕੁਲ, ਤਾਂ ਫਿਰ ਤੁਹਾਡਾ ਹੱਕ ਬਣਦਾ ਕਾਨੂੰਨੀ ਤੌਰ ਤੇ ਕਿ ਤੁਸੀਂ ਉਹਦੀ ਸ਼ਿਕਾਇਤ ਕਰੋ। ਤਾਂ ਕਿ ਉਹਦੇ ਨੂੰ ਫਿਰ ਤੁਹਾਡੇ ਜਿਹੜਾ ਹੈਗਾ ਆ ਕੰਮ ਵੀ ਹੋ ਜਾਵੇ। ਤਾਂ ਦੂਸਰੇ ਬੰਦੇ ਨੂੰ ਵੀ ਪਤਾ ਲੱਗ ਜਾਂਦਾ ਕਿ ਹਾਂ ਵਾਕਿਆ ਹੀ ਆਹ ਜਿਹੜੀ ਚੀਜ਼ ਹੈਗੀ ਆ ਮੈਂ ਉਹ ਗਲਤ ਕੀਤੀ ਆ। ਹਾਂਜੀ। ਜਿਹੜੇ ਤੀਸਰਾ ਨੁਕਤਾ ਹੈਗਾ ਜਿਹਦੇ ਵੱਲ ਸਾਨੂੰ ਧਿਆਨ ਰੱਖਣ ਦੀ ਲੋੜ ਹੈਗੀ ਆ, ਜਿਵੇਂ ਬਲਵੀਰ ਜੀ ਉਹਨਾਂ ਨੇ ਪਹਿਲਾਂ ਕਿਹਾ ਸੀ ਆਕਸ਼ਨ 'ਚੋਂ ਕਾਰ ਲੈਣ ਦੀ ਐਗਜ਼ਾਮਪਲ ਤੁਹਾਡੇ ਨਾਲ ਸਾਂਝੀ ਕੀਤੀ ਆ, ਉਹਦੇ ਵਿੱਚ ਇਹ ਬਹੁਤ ਜ਼ਰੂਰੀ ਆ ਕਿ ਤੁਸੀਂ ਇਸ ਗੱਲ ਨੂੰ ਪੱਕਿਆਂ ਕਰੋ, ਸ਼ੋਰ ਕਰੋ ਕਿ ਜਿਹੜਾ ਤੁਹਾਡਾ ਸ਼ਿਕਾਇਤ ਕਰਨ ਦਾ ਸਮਾਂ ਆ ਉਹ ਲੰਘ ਤਾਂ ਨਹੀਂ ਗਿਆ। ਕਈ ਵਾਰੀ ਇਹ ਹੁੰਦੀ ਆ ਕਿ ਸ਼ਿਕਾਇਤ ਕਰਨ ਦਾ ਸਮਾਂ 14 ਦਿਨਾਂ ਦਾ ਹੁੰਦਾ, ਕਿਸੇ ਦਾ ਮਹੀਨੇ ਦਾ ਹੁੰਦਾ, ਕਿਸੇ ਦਾ 2 ਸਾਲਾਂ ਦਾ ਹੁੰਦਾ, ਕਿਸੇ ਦਾ 2-4 ਸਾਲ ਦਾ ਵੀ ਹੋ ਸਕਦਾ। ਸੋ ਜਿਹੜੀ ਤੁਹਾਡੀ ਸ਼ਿਕਾਇਤ ਆ ਕਿ ਉਹ ਸਮੇਂ ਦੇ ਅੰਦਰ ਹੈ। ਬਿਲਕੁਲ। ਅਗਰ ਉਹ ਸਮਾਂ ਹੀ ਲੰਘ ਗਿਆ ਫਿਰ ਤੁਹਾਡਾ ਸ਼ਿਕਾਇਤ ਕਰਨ ਦਾ ਕੋਈ ਬਹੁਤਾ ਫਾਇਦਾ ਨਹੀਂ ਹੁੰਦਾ, ਕਰਕੇ ਉਹ ਤੁਸੀਂ ਸਮਾਂ ਖੁੰਝਾ ਦਿੱਤਾ ਹੁੰਦਾ। ਹਾਂਜੀ। ਇੱਕ ਗੱਲ ਨਵਦੀਪ ਜੀ ਮੈਂ ਨੋਟਿਸ ਕੀਤੀ ਆ ਜੀ ਕਿ ਇਸ ਮੁਲਕ ਦੇ ਵਿੱਚ
ਜਿਹੜੇ ਨਾ ਦੁਕਾਨਾਂ ਵਾਲੇ ਆ, ਹਾਂਜੀ, ਉਹ ਤੁਸੀਂ ਉਹਨਾਂ ਨੂੰ ਵਧੀਆ ਤਰੀਕੇ ਦੇ ਨਾਲ ਜਾ ਕੇ ਸਮਝਾਓ। ਤਾਂ ਜੇ ਤੁਹਾਡੇ ਕੋਲ ਕੋਈ ਅੱਛਾ ਖਾਸਾ ਰੀਜ਼ਨ ਹੈਗਾ, ਵਜ੍ਹਾ ਹੈਗੀ ਆ, ਤਾਂ ਬੇਸ਼ੱਕ ਉਹ ਤੁਹਾਡੀ ਮਿਆਦ ਲੰਘ ਵੀ ਚੁੱਕੀ ਜਾਂ ਹੋਵੇ, ਉਹ ਫਿਰ ਵੀ ਉਹ ਜਿਹੜਾ ਹੈਗਾ ਤੁਹਾਡੀ ਗੱਲ ਮੰਨ ਜਾਂਦੇ ਆ। ਬਿਲਕੁਲ, ਤੁਹਾਡੀ ਕੋਈ ਅੱਛੀ ਕੋਈ ਵਜ੍ਹਾ ਹੈਗੀ ਆ, ਜਾਂ ਕੋਈ ਬੰਦਾ ਬਿਮਾਰ ਸੀਗਾ ਜਾਂ ਕਿਸੇ ਵਜ੍ਹਾ ਦੇ ਕਰਕੇ ਅੰਦਰ ਬਾਹਰ ਨਹੀਂ ਆ ਜਾ ਸਕਦਾ ਜਿਹਨੇ ਕਰ ਸਕਦਾ ਸੀ ਇਸ ਮੁਲਕ ਦੇ ਵਿੱਚ, ਕਿਉਂਕਿ ਇਹ ਜਿਹੜੇ ਲੋਕੀ ਇਸ ਮੁਲਕ ਦੇ ਵਿੱਚ ਹੈਗੇ ਆ ਤਰਕ ਨੂੰ ਵਰਤ ਕੇ ਤਾਂ ਉਹ ਫੈਸਲੇ ਲੈਂਦੇ ਆ ਤਰਕ ਦੇ ਆਧਾਰ ਤੇ। ਹਾਂਜੀ, ਤੇ ਇਹਨਾਂ ਦੇ ਵਿੱਚ ਇਹ ਜਿਹੜੀ ਸਮਝ ਹੈਗੀ ਆ ਤਾਂ ਉਹ ਜ਼ਿਆਦਾ ਸਮਝ ਰੱਖਦੇ ਆ ਜੀ। ਜਦੋਂ ਕਿ ਮੈਂ ਤੁਹਾਨੂੰ ਇੱਕ ਹੋਰ ਆਪਣਾ ਤਜਰਬਾ ਦੱਸਦਾ ਕਿ 2 ਸਾਲ ਹੋ ਗਏ ਮੈਂ ਇੰਡੀਆ ਦੇ ਵਿੱਚ ਗਿਆ। ਇੰਡੀਆ ਦੇ ਵਿੱਚੋਂ ਮੈਂ 1 ਦਰਜਨ ਜਿਹੜੇ ਲਾਈਟ ਬਲਬ ਹੁੰਦੇ ਆ, ਅੱਛਾ, ਉਹ ਖਰੀਦੇ। ਸਾਰੇ ਫਿਊਜ਼ ਹੋਏ ਸੀ ਉਹਨਾਂ ਦੇ ਵਿੱਚੋਂ। ਜਦੋਂ ਘਰ ਆਇਆ ਨਾ, ਉਹ ਜਿਸ ਤਰ੍ਹਾਂ ਮੈਂ ਕਿਹਾ ਕਿ ਚਲੋ ਇੱਕ ਕੀ ਲੈਣਾ, ਤੇ ਉਹ ਇਕੱਠੇ ਲੈ ਲੈਂਦੇ ਆ, ਠੀਕ ਆ। ਤੇ ਉਹ ਮੈਂ ਲਏ, ਤੇ ਜਦੋਂ ਮੈਂ ਘਰ ਆਇਆ ਤਾਂ ਉਹਦੇ ਵਿੱਚੋਂ 9 ਨਹੀਂ ਸੀ ਚੱਲਦੇ। ਅੱਛਾ, ਤੇ ਜਦੋਂ ਉਹਨਾਂ ਨੇ ਉਹ 12 ਦੇ ਵਿੱਚੋਂ ਇੱਕ ਉਹਨੇ ਮੈਨੂੰ ਉੱਥੇ ਚਲਾ ਕੇ ਦਿਖਾ ਲਿਆ, ਠੀਕ ਆ, ਤੇ ਉਹ ਆ ਦੇਖੋ ਜੀ ਸਾਰੇ ਚੱਲਦੇ ਆ। ਮੈਂ ਕਹਿੰਦਾ ਫਿਰ ਵੀ ਤੁਸੀਂ ਵਧੀਆ ਰਹਿ ਗਏ, ਤੁਹਾਡੇ 3 ਚੱਲਦੇ ਸੀ, ਕਿਤੇ ਕੋਈ ਨਹੀਂ ਚੱਲਦਾ ਨਿਕਲਿਆ। ਤੇ ਉਹ ਜਦੋਂ ਮੈਂ ਘਰ ਆਇਆ ਤਾਂ ਉਹ ਜਿਹੜੇ 9 ਫਿਊਜ਼ ਸੀਗੇ। ਅੱਛਾ, ਮੈਨੂੰ ਬੜਾ ਗੁੱਸਾ ਆਇਆ ਵੀ ਚਲੋ ਇੱਕ ਅੱਧਾ ਤਾਂ ਹੋ ਸਕਦਾ, ਵੀ ਉਹਦੇ ਵਿੱਚੋਂ 9 ਨਹੀਂ ਚੱਲਦੇ। ਹਾਂਜੀ, ਤੇ ਉਹ ਦੂਜੇ ਦਿਨ ਮੈਂ ਉਹ ਦੁਕਾਨ ਨੂੰ ਗਿਆ ਤੇ ਮੈਂ ਉਹ ਬਲਬ ਹੱਥ ਵਿੱਚ ਫੜਿਓ। ਹਾਂਜੀ, ਤੇ ਉਹ ਬੜੀ ਜਾਣੀ ਪਛਾਣੀ ਦੁਕਾਨ, ਉਹ ਬੰਦਾ ਮੇਰੇ ਵੱਲ ਨੂੰ ਦੇਖੇ ਨਾ। ਅੱਛਾ ਜੀ, ਮੈਂ ਉੱਥੇ ਖੜਾ ਕਿਊ ਦੇ ਵਿੱਚ ਖੜਾ, ਮੇਰੀ ਬਾਰੀ ਵੀ ਆ ਗਈ ਤਾਂ ਮੇਰੇ ਵੱਲ ਨੂੰ ਦੇਖੇ ਹੀ ਨਾ। ਹਾਂਜੀ, ਮੈਂ ਸੋਚਿਆ ਵੀ ਜਾਂ ਤਾਂ ਇਹਨੂੰ ਪਤਾ ਹੋ ਵੀ ਮੈਨੂੰ ਉਹ ਗਲਤ ਵਿੱਚੇ ਆ, ਖਰਾਬ ਆ ਉਹ, ਵੀ ਵਜ੍ਹਾ ਕੀ ਹੋ ਸਕਦੀ ਆ, ਤਾਂ ਇਹੀ ਹੋ ਸਕਦਾ। ਤੇ ਜਦੋਂ ਮੇਰੇ ਵੱਲ ਧਿਆਨ ਇਹਨਾਂ ਦੇਵੇ ਤਾਂ ਮੈਂ ਉਹਨੂੰ ਕਿਹਾ, ਸਰਦਾਰ ਜੀ ਵੀ ਮੈਂ ਵੀ ਇੱਥੇ ਖੜਾ, ਮੇਰੀ ਵੀ ਗੱਲ ਸੁਣੋ, ਬਾਰੀ ਆ, ਮੇਰੀ ਵੀ ਗੱਲ ਸੁਣੋ। ਨਹੀਂ ਕੋਈ ਨਹੀਂ, ਤੁਸੀਂ 1 ਮਿੰਟ ਠਹਿਰੋ ਜੀ। ਅੱਛਾ, ਉਹ ਕਾਰ ਕਰਾ ਕੇ ਮੇਰੀ ਉਹਨੇ ਗੱਲ ਹੀ ਨਾ ਸੁਣੀ। ਅੱਛਾ, ਤਾਂ ਉੱਥੇ ਫਿਰ ਮੈਨੂੰ ਉਹ ਕਹਿਣਾ ਪਿਆ ਵੀ ਬਹੁਤ ਸਾਰੇ ਬੰਦੇ ਉੱਥੇ ਖੜੇ ਆ। ਮੈਂ ਕਿਹਾ ਦੇਖੋ ਸਰਦਾਰ ਜੀ, ਆਹ ਜਿਹੜੇ ਬਲਬ ਹੈਗੇ ਆ ਮੈਂ ਤੁਹਾਡੀ ਦੁਕਾਨ ਤੇ ਮੂਹਰੇ ਇੱਥੇ ਤੋੜ ਦੇਣੇ ਆ, ਠੀਕ ਆ, ਤੁਹਾਡੇ ਸਾਹਮਣੇ ਤੋੜ ਦੇਣੇ, ਨਾਲੇ ਮੈਂ ਰੌਲਾ ਪਾਉਣਾ, ਨਾਲੇ ਸਾਰੇ ਲੋਕੀ ਦੇਖਣਗੇ ਵੀ ਕੀ ਹੋ ਰਿਹਾ, ਕਾਹਤੇ ਹੋ ਰਿਹਾ, ਹੁਣ ਤੁਸੀਂ ਦੱਸੋ। ਨਹੀਂ ਕੋਈ ਨਹੀਂ ਲਿਆਓ ਦੇਖੋ ਕਿ ਤੁਹਾਡੀ ਕੀ ਸਮੱਸਿਆ ਜੀ, ਦੱਸੋ ਜੀ। ਮੈਂ ਕਿਹਾ ਦੇਖੋ ਜੀ ਵੀ ਮੈਂ 12 ਲੈ ਕੇ ਗਿਆ, ਉਹ 'ਚ 9 ਨਹੀਂ ਚੱਲਦੇ। ਉਹ ਕਹਿੰਦੇ ਮੇਰੇ ਕੋਲ ਛੱਡ ਜਾਓ ਤੁਸੀਂ, ਤਾਂ ਜਿਹੜਾ ਵੇਚਣ ਆਉਂਦਾ ਉਹਨੂੰ ਅਸੀਂ ਦੱਸਾਂਗੇ, ਉਹ ਆ ਕੇ ਫੈਸਲਾ ਕਰੂ। ਅੱਛਾ, ਕਿ ਇਹ ਖਰਾਬ ਹੈ ਜਾਂ ਨਹੀਂ ਹੈ, ਠੀਕ ਹੈ। ਫਿਰ ਕੱਲ ਨੂੰ ਵੀ ਆਇਓ ਤੁਸੀਂ। ਕਮਾਲ ਦੀ ਗੱਲ ਹੈ ਵੀ ਤੁਸੀਂ ਸ਼ਿਕਾਇਤ ਵੀ ਕਰਦੇ ਆ ਤਾਂ ਉੱਥੇ ਇਦਾਂ ਹੁੰਦੀ ਆ। ਉਹਦੇ ਨਾਲ ਕਾਫੀ ਝਗੜਾ ਕਰਨ ਤੋਂ ਬਾਅਦ ਫਿਰ ਉਹਨੇ ਜਿਹੜੇ ਸੀਗੇ ਮੇਰੇ, ਮੈਂ ਉਹਨੂੰ ਕਿਹਾ ਕਿ ਜਿਹੜੇ ਤੂੰ ਹੋਰ ਦੇਣੇ ਆ ਮੈਨੂੰ, ਉਹ ਪਤਾ ਨਹੀਂ ਕਿੰਨੇ ਚਿਰ ਚੱਲਣੇ ਕਿੰਨੇ ਨਹੀਂ, ਤੂੰ ਮੇਰੇ ਪੈਸੇ ਵਾਪਸ ਕਰ। ਜਦੋਂ ਕਿ ਇਸ ਮੁਲਕ ਦੇ ਵਿੱਚ ਨੌਬਤ ਇੱਥੇ ਤੱਕ ਨਹੀਂ ਆਉਂਦੀ। ਹਾਂਜੀ ਹਾਂ, ਇਹੀ ਹੁੰਦਾ ਕਿ ਜ਼ਿਆਦਾਤਰ ਜਿਹੜੇ ਇੱਥੇ ਬਿਜ਼ਨਸ ਹੈਗੇ ਆ ਉਹ ਇਹੀ ਚਾਹੁੰਦੇ ਆ ਕਿ ਉਹਨਾਂ ਦੇ ਜਿਹੜੇ ਗਾਹਕ ਹੈਗੇ ਆ ਉਹ ਸੰਤੁਸ਼ਟ ਰਹਿਣ, ਔਰ ਉਹਨਾਂ ਨੂੰ ਸ਼ਿਕਾਇਤ ਦਾ ਮੌਕਾ ਨਾ ਮਿਲੇ। ਜਿਹੜੀ ਆਪਾਂ ਗੱਲ ਕਰਦੇ ਸੀਗੇ ਵੀ ਕਿਹੜੀਆਂ ਨੁਕਤਿਆਂ ਦਾ ਸਾਨੂੰ ਸ਼ਿਕਾਇਤ ਕਰਨ ਵੇਲੇ ਧਿਆਨ ਰੱਖਣਾ ਚਾਹੀਦਾ, ਉਹਦੇ ਵਿੱਚ ਇੱਕ ਇਹ ਵੀ ਗੱਲ ਹੈਗੀ ਆ ਕਿ ਜਿੰਨੇ ਵੀ ਤੁਹਾਡੇ ਕੋਲ ਐਵੀਡੈਂਸ ਹੈਗੇ ਆ ਉਹ ਤੁਸੀਂ ਜ਼ਰੂਰ ਉਹਨਾਂ ਨੂੰ ਨਾਲ ਭੇਜੋ। ਮੰਨ ਲਓ ਤੁਹਾਡੇ ਕੋਲ ਰਸੀਦ ਹੈਗੀ ਆ, ਕੰਟਰੈਕਟ ਹੈਗਾ ਆ, ਤੁਸੀਂ ਕਿੱਥੋਂ ਲਿਆ ਸੀ, ਕਿਹੜੇ ਦਿਨ ਨੂੰ ਲਿਆ ਸੀ। ਸੋ ਅਗਰ ਉਹ ਤੁਸੀਂ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਲਿਖ ਕੇ ਉਹਨਾਂ ਨੂੰ ਭੇਜ ਦਿੰਦੇ ਆ ਤੇ ਉਹਨਾਂ ਨੂੰ ਫਿਰ ਉਹਦੇ ਬਾਰੇ ਪਤਾ ਲਾਉਣਾ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਸੌਖਾ ਹੋ ਜਾਂਦਾ। ਔਰ ਉਹਦੇ ਨਾਲ ਉਹਨਾਂ ਨੂੰ ਤੁਹਾਡੀ ਸ਼ਿਕਾਇਤ ਬਾਰੇ ਉਹਦੀ ਜਿਹੜੀ ਹੈਗੀ ਆ ਤਫਤੀਸ਼ ਕਰਨੀ ਆ ਉਹ ਸੌਖੀ ਹੋ ਜਾਂਦੀ ਆ, ਔਰ ਉਹਨੂੰ ਸਮਾਂ ਘੱਟ ਲੱਗਦਾ, ਔਰ ਜਿਹੜਾ ਤੁਹਾਡਾ ਹੱਲ ਜਿਹੜਾ ਉਹ ਛੇਤੀ ਹੋ ਜਾਂਦਾ। ਮੇਰੀ ਪਹਿਲੀ ਜੌਬ ਜਿਹੜੀ ਸੀਗੀ ਉਹਦੇ ਵਿੱਚ ਮੇਰਾ ਇੱਕ ਹਿੱਸਾ ਇਹ ਵੀ ਸੀਗਾ ਕਿ ਮੈਨੂੰ ਕੰਪਲੇਂਟਸ ਹੈਂਡਲ ਕਰਨੀਆਂ ਪੈਂਦੀਆਂ ਸੀ ਜੀ। ਉਹਦੇ ਵਿੱਚ ਮੇਰਾ ਤਜਰਬਾ ਇਹ ਬਲਵੀਰ ਜੀ ਰਿਹਾ ਕਿ ਬਹੁਤੀ ਵਾਰੀ ਜਿਹੜੇ ਲੋਕ ਹੈਗੇ ਆ ਸ਼ਿਕਾਇਤ ਕਰਨ ਵੇਲੇ ਉਹ ਇਹ ਲਿਖਣਾ ਭੁੱਲ ਜਾਂਦੇ ਆ ਜਾਂ ਦੱਸਣਾ ਭੁੱਲ ਜਾਂਦੇ ਆ ਕਿ ਉਹ ਜਿਹੜੀ ਸ਼ਿਕਾਇਤ ਕਰ ਰਹੇ ਆ ਉਹਦਾ ਸਮੱਸਿਆ ਦਾ ਹੱਲ ਉਹ ਕੀ ਚਾਹੁੰਦੇ ਆ ਜੀ। ਜਿਵੇਂ ਤੁਸੀਂ ਕਿਹਾ, ਉਹਨੂੰ ਦੱਸ ਦਿੱਤਾ ਵੀ ਆਹ ਤੇਰੇ ਬੱਲੇ ਫਿਊਜ਼ ਆ, ਮੈਨੂੰ ਹੁਣ ਭਰੋਸਾ ਨਹੀਂ ਰਿਹਾ ਤਾਂ ਤੂੰ ਮੇਰੇ ਜਿਹੜੇ ਹੈਗੇ ਆ ਉਹ ਪੈਸੇ ਮੋੜ ਦੇ ਜੀ, ਜਾਂ ਤੁਸੀਂ ਉਹਦੇ ਬੱਟੇ ਵੱਲੋਂ ਵੀ ਹੋਰ ਲੈ ਸਕਦੇ ਸੀਗੇ ਜੀ। ਸੋ ਇਹ ਅਕਸਰ ਸਾਡੀ ਸ਼ਿਕਾਇਤ ਕਰਨ ਦੇ ਵੇਲੇ ਇਹ ਸਾਡੇ ਕੋਲੋਂ ਖਾਮੀ ਰਹਿ ਜਾਂਦੀ ਆ ਕਿ ਅਸੀਂ ਜਿਹਦੇ ਕੋਲ ਸ਼ਿਕਾਇਤ ਕਰਦੇ ਹਾਂ ਅਸੀਂ ਉਹਨਾਂ ਨੂੰ ਇਹ ਨਹੀਂ ਦੱਸਦੇ ਕਿ ਤੁਸੀਂ ਇਸ ਸਮੱਸਿਆ ਦਾ ਹੱਲ ਕੀ ਚਾਹੁੰਦੇ ਆ। ਸੋ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਕਿ ਤੁਸੀਂ ਉਹਨਾਂ ਨੂੰ ਇਹ ਜ਼ਰੂਰ ਦੱਸੋ ਕਿ ਜਿਹੜਾ ਇਹਦਾ ਮੈਂ ਭਾਈ ਮੈਨੂੰ ਤੁਸੀਂ ਪੈਸੇ ਮੋੜ ਦਿਓ
ਇਹਦੀ ਤੁਸੀਂ ਮੈਨੂੰ ਚੀਜ਼ ਨਵੀਂ ਦੇ ਦਿਓ, ਇਹਦਾ ਬੱਟਾ ਕਰ ਦਿਓ, ਜਾਂ ਤੁਸੀਂ ਇਹਦੀ ਰਿਪੇਅਰ ਕਰ ਦਿਓ, ਜੋ ਵੀ ਹੈਗਾ ਉਹ ਤੁਸੀਂ ਕਲੀਅਰ ਕਰ ਦਿਓ, ਤਾਂ ਕਿ ਉਹ ਫਿਰ ਤੁਹਾਨੂੰ ਦੱਸ ਸਕਦੇ ਆ ਕਿ ਅਗਰ ਉਹ ਕਰ ਸਕਦੇ ਆ ਕਿ ਨਹੀਂ ਕਰ ਸਕਦੇ, ਜਾਂ ਉਹ ਤੁਹਾਨੂੰ ਕੀ ਜਿਹੜਾ ਹੈਗਾ ਆਪਸ਼ਨ ਦਿੰਦੇ ਹੈਗੇ ਆ। ਸੋ ਇਹਦਾ ਵੱਧ ਤੋਂ ਵੱਧ ਜਿਹੜੀਆਂ ਇੱਦਾਂ ਦੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ। ਇੱਕ ਗੱਲ ਹੋਰ ਜਿਹੜੀ ਆਉਂਦੀ ਆ ਨੋਟਿਸ ਦੇ ਵਿੱਚ, ਉਹ ਬਲੂ ਜੀ ਇਹ ਕਿ ਬਹੁਤੀ ਵਾਰੀ ਅਸੀਂ ਚਿੱਠੀ ਲਿਖ ਕੇ ਪਾ ਦਿੰਦੇ ਆ ਜੀ, ਜਾਂ ਈਮੇਲ ਭੇਜ ਦਿੰਦੇ ਆ, ਔਰ ਸੰਬੰਧਿਤ ਡਿਪਾਰਟਮੈਂਟ ਕੋਲ ਨਹੀਂ ਜਾਂਦੀ। ਹਾਂਜੀ। ਸੋ ਸਾਡੇ ਲਈ ਇਹ ਪਤਾ ਲਾਉਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਆ ਕਿ ਤਾਂ ਕਿ ਤੁਹਾਡਾ ਜਿਹੜੀ ਆ ਸ਼ਿਕਾਇਤ ਦਾ ਨਿਪਟਾਰਾ ਛੇਤੀ ਤੋਂ ਛੇਤੀ ਹੋ ਸਕੇ। ਹਾਂਜੀ। ਕਿ ਤੁਸੀਂ ਉਸ ਸੰਬੰਧਿਤ ਵਿਅਕਤੀ ਨੂੰ, ਸੰਬੰਧਿਤ ਡਿਪਾਰਟਮੈਂਟ ਨੂੰ, ਹਾਂਜੀ, ਜੇ ਉਹ ਮੰਨ ਲਓ ਸੰਸਥਾ ਬਹੁਤ ਜ਼ਿਆਦਾ ਵੱਡੀ ਆ, ਮੰਨ ਲਓ ਹੁਣ ਜਿਵੇਂ ਕਈ ਵਾਰੀ ਬੈਂਕਾਂ ਹੁੰਦੀਆਂ, ਠੀਕ ਹੈ, ਉਹ ਬੈਂਕਾਂ ਦੇ ਵੱਖ-ਵੱਖ ਜਿਹੜੇ ਹੈਗੇ ਆ ਉਹ ਡਿਪਾਰਟਮੈਂਟ ਹੁੰਦੇ ਆ, ਪਰ ਜੇ ਤੁਸੀਂ ਉਹ ਕੰਪਲੇਂਟ ਵਾਲੇ ਡਿਪਾਰਟਮੈਂਟ ਨੂੰ ਆਪਣੀ ਨਹੀਂ ਭੇਜਦੇ ਤੇ ਚਿੱਠੀ ਤੁਸੀਂ ਆਪਣੀ ਲੋਕਲ ਮੈਨੇਜਰ ਨੂੰ ਹੱਥ ਫੜਾਏ ਆਉਂਦੇ ਆ, ਤੇ ਪਹਿਲਾਂ ਤਾਂ ਤੁਸੀਂ ਉਹਨੂੰ ਫੜਾ ਕੇ ਆਉਂਦੇ ਆ, ਫਿਰ ਉਹਨੇ ਅੱਗੇ ਜਾ ਕੇ ਭੇਜਣੀ ਹੁੰਦੀ ਆ, ਹਾਂਜੀ, ਤੇ ਉਹਨੂੰ ਸਮਾਂ ਲੱਗਦਾ। ਸੋ ਇਸ ਕਰਕੇ ਤੁਸੀਂ ਇਹ ਮੇਕ ਸ਼ੋਰ ਕਰੋ ਕਿ ਜਿਹੜੀ ਤੁਹਾਡੀ ਕੰਪਲੇਂਟ ਆ ਉਹ ਸਹੀ ਬੰਦੇ ਕੋਲ ਔਰ ਸਹੀ ਡਿਪਾਰਟਮੈਂਟ ਦੇ ਕੋਲ ਜਿਹੜੀ ਹੈਗੀ ਆ ਉਹ ਜਾਵੇ। ਔਰ ਦੂਸਰਾ ਤੁਸੀਂ ਜਿਹੜੀ ਇੱਕ ਹੋਰ ਗੱਲ ਕਰ ਸਕਦੇ ਹੋ, ਉਹ ਇਹ ਗੱਲ ਕਰ ਸਕਦੇ ਹੋ ਕਿ ਤੁਸੀਂ ਉਹਨਾਂ ਨੂੰ ਟਾਈਮ ਦਿਓ ਜੀ, ਕਿ ਬਈ ਮੈਂ ਤੁਹਾਡੀ 2 ਹਫ਼ਤੇ ਜਿਹੜੀ ਹੈਗੀ ਆ ਉਹ ਵੇਟ ਕਰੂੰਗਾ, ਜਾਂ 3 ਹਫ਼ਤੇ ਵੇਟ ਕਰੂੰਗਾ, ਜਾਂ ਮਹੀਨਾ ਤੁਹਾਡੀ ਵੇਟ ਕਰੂੰਗਾ, ਉਨੇ ਚਿਰ ਦੇ ਵਿੱਚ ਤੁਸੀਂ ਮੈਨੂੰ ਕੋਈ ਇਹਦੀ ਸਮੱਸਿਆ ਦਾ ਹੱਲ ਕਰਕੇ ਦਿਓ, ਤਾਂ ਕਿ ਇੱਦਾਂ ਨਾ ਹੋਵੇ ਉਹ ਤੁਹਾਡੀ ਕੰਪਲੇਂਟ ਲੈ ਕੇ ਬੈਠੇ ਰਹਿਣ ਤੇ ਤੁਸੀਂ 6 ਮਹੀਨੇ ਉਹਨੂੰ ਉਡੀਕਦੇ ਰਹੋ। ਸੋ ਇਹ 5-4 ਗੱਲਾਂ ਜਿਹੜੀਆਂ ਹੈਗੀਆਂ, ਇਹਨਾਂ ਨੁਕਤਿਆਂ ਦਾ ਸਾਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ, ਤਾਂ ਕਿ ਜਦੋਂ ਵੀ ਅਸੀਂ ਕੰਪਲੇਂਟ ਕਰੀਏ ਤਾਂ ਇਹਨਾਂ ਨੁਕਤਿਆਂ 'ਤੇ ਜੇ ਅਗਰ ਅਸੀਂ ਚੱਲੀਏ ਤਾਂ ਜਿਹੜੀ ਸਾਡੀ ਸ਼ਿਕਾਇਤ ਦਾ ਜਿਹੜਾ ਹੈਗਾ ਹੱਲ ਆ ਉਹ ਛੇਤੀ ਨਿਕਲ ਸਕਦਾ। ਹਾਂਜੀ। ਸੋ ਅਗਰ ਤੁਸੀਂ ਕੰਪਲੇਂਟ ਵੀ ਕਰਦੇ ਆ, ਸਮਾਂ ਵੀ ਲਾਉਂਦੇ ਆ, ਚਿੱਠੀ ਵੀ ਲਿਖਦੇ ਆ, ਕਿਸੇ ਨੂੰ ਫੋਨ ਵੀ ਕਰਦੇ ਆ, ਹਾਂਜੀ, ਪਰ ਫਿਰ ਵੀ ਤੁਹਾਡੀ ਸਮੱਸਿਆ ਦਾ ਜਿਹੜਾ ਆ ਉਹ ਹੱਲ ਨਹੀਂ ਹੁੰਦਾ, ਹਾਂਜੀ, ਤਾਂ ਫਿਰ ਇਹਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ? ਅਗਲਾ ਸਟੈਪ ਅਸੀਂ ਜਿਹੜਾ ਹੈਗਾ ਉਹ ਕੀ ਲੈ ਸਕਦੇ ਹਾਂ? ਜੀ, ਆਪਾਂ ਨਵਦੀਪ ਜੀ ਜੇ ਇੱਥੇ ਤੱਕ ਨੌਬਤ ਪਹੁੰਚਦੀ ਆ, ਹਾਂਜੀ, ਤੇ ਫਿਰ ਜਿਸ ਤਰ੍ਹਾਂ ਜਿਹੜਾ ਤੁਹਾਡੇ ਲਾਗੇ ਦਾ ਕੋਈ ਵੈਲਫੇਅਰ ਸੈਂਟਰ ਹੈਗਾ, ਹਾਂਜੀ, ਉੱਥੋਂ ਸਲਾਹ ਲੈ ਸਕਦੇ ਆ ਜੀ, ਆਪਣੀ ਜਿਹੜੀ ਹੈਗੀ ਉਹ ਸਪੋਰਟ ਜਿਹੜੇ ਗਰੁੱਪਸ ਹੈਗੇ ਆ, ਹਾਂਜੀ, ਤੇ ਜਾਂ ਸਿਟੀਜ਼ਨਸ ਐਡਵਾਈਸ ਬਿਊਰੋ, ਹਾਂਜੀ, ਉੱਥੋਂ ਵੀ ਜਿਹੜੇ ਹੈਗੇ ਕੋਈ ਤੁਸੀਂ ਉਹਨਾਂ ਨੂੰ ਦੱਸ ਸਕਦੇ ਆ ਕਿ ਸਾਡੀ ਆਹ ਸਮੱਸਿਆ ਆ ਤੇ ਸਾਡੀ ਇਹਦੇ ਵਿੱਚ ਮਦਦ ਹੋਣੀ ਚਾਹੀਦੀ ਆ ਜੀ। ਫਿਰ ਤੁਸੀਂ ਟ੍ਰੇਡਿੰਗ ਸਟੈਂਡਰਡਸ ਦੇ ਕੋਲ ਜਾ ਸਕਦੇ ਆ ਜੀ, ਤਾਂ ਉਹਨਾਂ ਦੇ ਜਿਹੜੇ ਹੈਗੇ ਆ ਆਮ ਇੰਟਰਨੈਟ ਤੋਂ, ਜਾਂ ਜੇ ਤੁਸੀਂ ਜਿਹੜੇ ਸਿਟੀਜ਼ਨ ਐਡਵਾਈਸ ਬਿਊਰੋ ਵਗੈਰਾ ਤੋਂ ਜਾਂ ਹੋਰ ਕਿਸੇ ਨੂੰ ਪੁੱਛ ਲਓ, ਤੁਹਾਨੂੰ ਜਾਣਕਾਰੀ ਮਿਲ ਸਕਦੀ ਹੈ। ਹਾਂਜੀ। ਜਾਂ ਜਿਹੜੇ ਲੋ ਸੈਂਟਰਸ ਹੈਗੇ ਆ, ਹਾਂਜੀ, ਉਹ ਵੀ ਤੁਹਾਨੂੰ ਉਸ ਡਾਇਰੈਕਸ਼ਨ ਦੇ ਵਿੱਚ ਭੇਜ ਸਕਦੇ ਆ, ਤੁਹਾਡੀ ਉਹ ਮਦਦ ਕਰ ਸਕਦੇ ਆ, ਹਾਂਜੀ, ਤੇ ਜਾਂ ਜਿਹੜੇ ਹੋਰ ਪ੍ਰੋਫੈਸ਼ਨਲ ਜਿਸ ਤਰ੍ਹਾਂ ਵਕੀਲ ਹੋ ਗਏ ਜਾਂ ਅਕਾਊਂਟੈਂਟ ਹੋ ਗਏ, ਹਾਂਜੀ, ਤਾਂ ਤੁਸੀਂ ਉਹਨਾਂ ਤੋਂ ਵੀ ਜਿਹੜੀ ਆ ਮਦਦ ਵਗੈਰਾ ਮੰਗ ਸਕਦੇ ਆ। ਠੀਕ ਆ। ਤਾਂ ਇਹ ਸਾਨੂੰ ਮਤਲਬ ਇਸ ਜੇ ਅਸੀਂ ਪੁੱਛਾਂਗੇ ਜਾਂ ਜਾਣਕਾਰੀ ਹਾਸਲ ਕਰਨ ਦੀ ਹਿੰਮਤ ਕਰਾਂਗੇ, ਹਾਂਜੀ, ਤਾਂ ਸਾਨੂੰ ਜਿਹੜੀ ਜਾਣਕਾਰੀ ਹੈਗੀ ਆ ਉਹ ਜ਼ਰੂਰ ਮਿਲ ਜਾਵੇਗੀ। ਬਿਲਕੁਲ। ਲੇਕਿਨ ਜੇ ਅਸੀਂ ਪਤਾ ਨਹੀਂ ਕਰਦੇ ਤਾਂ ਫਿਰ ਤਾਂ ਜਿਹੜਾ ਮਾਮਲਾ ਉੱਥੇ ਦਾ ਉਹ ਉੱਥੇ ਹੀ ਰਹਿਣਾ। ਬਿਲਕੁਲ। ਹਾਂਜੀ, ਹਾਂਜੀ, ਜਿਹੜਾ ਤੁਸੀਂ ਨਾ ਇਹ ਨੁਕਤਾ ਮੈਂਸ਼ਨ ਕੀਤਾ ਹੈਗਾ ਸਿਟੀਜ਼ਨ ਐਡਵਾਈਸ ਬਿਊਰੋ ਦਾ, ਹਾਂਜੀ, ਬਹੁਤ ਸਾਰੇ ਸਾਡੇ ਭੈਣ ਭਰਾ ਜਿਹੜੇ ਹੈਗੇ ਉਹ ਕਈ ਵਾਰੀ ਜੱਕ ਜਾਂਦੇ ਆ ਕਿ ਅਸੀਂ ਉਹਨਾਂ ਕੋਲ ਕਿੱਦਾਂ ਜਾਈਏ, ਉੱਥੇ ਉਹਨਾਂ ਕੋਲ ਅੰਗਰੇਜ਼ੀ ਬੋਲਣੀ ਪਊਗੀ ਜਾਂ ਕੁਛ ਕਿਸੇ ਵੀ ਕਾਰਨ ਕਰਕੇ ਥੋੜ੍ਹਾ ਉਹ ਹਿਚਕਚਾਹਟ ਜਿਹੜੀ ਮਹਿਸੂਸ ਕਰਦੇ ਆ। ਹਾਂਜੀ। ਸਿਟੀਜ਼ਨ ਐਡਵਾਈਸ ਬਿਊਰੋ ਦੇ ਇਹ ਚੈਰਿਟੀ ਹੈਗੀ ਆ, ਹਾਂਜੀ, ਔਰ ਇਹ ਬਹੁਤ ਵਧੀਆ ਜਿਹੜੀ ਸਰਵਿਸ ਹੈਗੀ ਆ ਉਹ ਪ੍ਰੋਵਾਈਡ ਕਰਦੇ ਆ, ਔਰ ਤਕਰੀਬਨ ਇਹਨਾਂ ਦੇ ਹਰ ਛੋਟੇ ਵੱਡੇ ਸ਼ਹਿਰ ਦੇ ਵਿੱਚ ਇਹਨਾਂ ਦੇ ਆਫਿਸ ਹੈਗੇ ਆ। ਔਰ ਜਿਹੜੀ ਵਧੀਆ ਗੱਲ ਇਹ ਹੈਗੀ ਆ ਕਿ ਜਿਹੜੇ ਇਹਨਾਂ ਦੇ ਐਡਵਾਈਜ਼ਰ ਹੈਗੇ ਆ, ਹਾਂਜੀ, ਉਹ ਆਪੋ ਆਪਣੇ ਖੇਤਰ ਦੇ ਉਹ ਤਕਰੀਬਨ ਮਾਹਰ ਆ। ਮੰਨ ਲਓ ਜੇ ਕੋਈ ਉਹ ਬੈਨੀਫਿਟ ਬਾਰੇ ਗੱਲ ਕਰਦਾ ਤਾਂ ਉਹਨੂੰ ਬੈਨੀਫਿਟਸ ਬਾਰੇ ਪਤਾ ਹੋਊਗਾ ਜੀ, ਜੇ ਉਹ ਇੰਟਰਨੈਟ ਟੈਲੀਫੋਨ ਬਾਰੇ ਕੋਈ ਗੱਲ ਕਰਦਾ ਹੈਗਾ, ਉਹਨਾਂ ਕੰਪਨੀਆਂ ਨਾਲ ਕਿੱਦਾਂ ਨਜਿੱਠਣਾ, ਤਾਂ ਉਹਨੂੰ ਉਹਦੇ ਬਾਰੇ ਪਤਾ ਹੈਗਾ। ਸੋ ਇਹਨਾਂ ਦੀ ਟ੍ਰੇਨਿੰਗ ਵੀ ਜਿਹੜੀ ਹੈਗੀ ਆ ਉਹ ਹਮੇਸ਼ਾ ਅਪਡੇਟ ਹੁੰਦੀ ਰਹਿੰਦੀ ਆ, ਔਰ ਨਵੇਂ ਜੇ ਕੋਈ ਕਾਨੂੰਨ ਆਉਂਦੇ ਆ ਜਾਂ ਕਾਨੂੰਨਾਂ ਦੇ ਵਿੱਚ ਕੋਈ ਤਬਦੀਲੀ ਹੁੰਦੀ ਆ ਤਾਂ ਇਹਨਾਂ ਦਾ ਆਪਣਾ ਹੀ ਇੱਕ ਟ੍ਰੇਨਿੰਗ ਦਾ ਡਿਪਾਰਟਮੈਂਟ ਹੈਗਾ, ਜਿਹੜਾ ਉਹ ਉਹਨਾਂ ਨੂੰ ਸਲਾਹ ਦੇਣ ਵਾਲਿਆਂ ਨੂੰ, ਜਿਹੜੇ ਉਹਨਾਂ ਦੇ ਐਡਵਾਈਜ਼ਰ ਹੈਗੇ ਆ, ਉਹਨਾਂ ਨੂੰ ਟ੍ਰੇਨ ਕਰਦੇ ਰਹਿੰਦੇ ਆ। ਸੋ ਇਹਨਾਂ ਦੇ ਕੋਲ ਬਹੁਤ ਹੱਦ ਤੱਕ ਜਿਹੜੀ ਹੈਗੀ ਆ ਉਹ ਅਪ ਟੂ ਡੇਟ ਇਨਫੋਰਮੇਸ਼ਨ ਜਿਹੜੀ ਇਹਨਾਂ ਦੇ ਕੋਲ ਹੁੰਦੀ ਆ। ਸੋ ਤੁਸੀਂ ਇਹਨਾਂ ਕੋਲ ਬੜੇ ਭਰੋਸੇ ਨਾਲ ਜਿਹੜਾ ਜਾ ਕੇ ਇਹਨਾਂ ਕੋਲੋਂ ਸਲਾਹ ਲੈ ਸਕਦੇ ਆ। ਦੂਜੇ ਨਵਦੀਪ ਜੀ, ਜੇ ਤੁਹਾਨੂੰ ਬੋਲੀ ਦੀ ਦਿੱਕਤ ਆਉਂਦੀ ਆ, ਹਾਂਜੀ,
ਤੇ ਜਿਸ ਤਰ੍ਹਾਂ ਹੁਣ ਲੋ ਸੈਂਟਰ ਵਗੈਰਾ ਹੈਗੇ ਆ ਤੇ ਜਾਂ ਈਵਨ ਸਿਟੀਜ਼ਨਸ ਐਡਵਾਈਸ ਬਿਊਰੋ ਆ ਜੀ ਤੇ ਜਾਂ ਹੋਰ ਵੀ ਜਿਹੜੇ ਅਦਾਰੇ ਹੈਗੇ ਆ ਹਾਂਜੀ ਜਿਨ੍ਹਾਂ ਤੋਂ ਤੁਸੀਂ ਮਦਦ ਲੈਣ ਜਾਂਦੇ ਆ ਹਾਂਜੀ ਬਹੁਤੀ ਵਾਰੀ ਤਾਂ ਤੁਹਾਨੂੰ ਉੱਥੇ ਹੀ ਗੱਲਬਾਤ ਕਰਨ ਵਾਲੇ ਜਾਂ ਹੋ ਸਕਦਾ ਤੁਹਾਨੂੰ ਕੋਈ ਪੰਜਾਬੀ ਬੋਲਣ ਵਾਲਾ ਮੋਰੇ ਬੰਦਾ ਕੰਮ ਕਰਦਾ ਹੋਵੇ ਹਾਂਜੀ ਜਾਂ ਹਿੰਦੀ ਬੋਲਣ ਵਾਲਾ ਹੋਵੇ ਜਾਂ ਉਰਦੂ ਬੋਲਣ ਵਾਲਾ ਹੋਵੇ ਜੀ ਤੇ ਕਈ ਦਫਾ ਤਾਂ ਅਸੀਂ ਇਦਾਂ ਵੀ ਹੁੰਦੇ ਆ ਕਿ ਜੇ ਅਸੀਂ ਕੋਈ ਕੰਮ ਕਰਨਾ ਜਾਂ ਕੋਈ ਸ਼ਿਕਾਇਤ ਕਰਨੀ ਆ ਹਾਂਜੀ ਤੇ ਜੇ ਸਾਨੂੰ ਇੰਗਲਿਸ਼ ਨਹੀਂ ਆਉਂਦੀ ਤਾਂ ਅਸੀਂ ਇਸ ਚੱਕਰ ਦੇ ਵਿੱਚ ਫਸੇ ਰਹਿੰਦੇ ਆ ਕਿ ਮੈਨੂੰ ਕੋਈ ਇੰਗਲਿਸ਼ ਬੋਲਣ ਵਾਲਾ ਬੰਦਾ ਚਾਹੀਦਾ ਨਾ ਤਾਂ ਹੀ ਮੈਂ ਜਾ ਕੇ ਸ਼ਿਕਾਇਤ ਕਰ ਸਕਦਾ ਬਿਲਕੁਲ ਤੇ ਨਾ ਤੁਹਾਨੂੰ ਕੋਈ ਇੰਗਲਿਸ਼ ਬੋਲਣ ਵਾਲਾ ਬੰਦਾ ਲੱਭੇ ਹਾਂਜੀ ਤੁਹਾਡੀ ਇੰਗਲਿਸ਼ ਵਿੱਚ ਬੋਲੀ ਦੇ ਵਿੱਚ ਮਦਦ ਕਰਨ ਵਾਲਾ ਬੰਦਾ ਲੱਭੇ ਤੇ ਨਾ ਹੀ ਤੁਹਾਡਾ ਕੰਮ ਹੋਵੇ ਹਾਂਜੀ ਤੇ ਜੇ ਤੁਸੀਂ ਹਿੰਮਤ ਕਰਕੇ ਤੁਸੀਂ ਪਹਿਲਾਂ ਕਮ ਸੇ ਕਮ ਆਪ ਹਿੰਮਤ ਤਾਂ ਕਰੋ ਜੀ ਤੇ ਉੱਥੇ ਜਾ ਆਓ ਤਾਂ ਹੋ ਸਕਦਾ ਮੋਹਰੇ ਜਿਸ ਕੋਲ ਤੁਸੀਂ ਜਾਣਾ ਹੈ ਉਹੀ ਤੁਹਾਡੀ ਬੰਦਾ ਬੋਲਦਾ ਹੋਵੇ ਬਿਲਕੁਲ ਹਾਂਜੀ ਤੇ ਨਹੀਂ ਤਾਂ ਬਹੁਤ ਸਾਰੇ ਜਿਹੜੇ ਅਦਾਰੇ ਹੈਗੇ ਆ ਉਹਨਾਂ ਨੇ ਜਿਹੜੇ ਆ ਇੰਟਰਪ੍ਰੀਟਿੰਗ ਸਰਵਿਸ ਉਹ ਹੁੰਦੀ ਆ ਹਾਂਜੀ ਤੇ ਜਾਂ ਤੇ ਉਹ ਟੈਲੀਫੋਨ ਦੇ ਉੱਤੇ ਇਹ ਸਰਵਿਸ ਜਿਹੜੀ ਹੈਗੀ ਉਹ ਉਪਲਬਧ ਹੁੰਦੀ ਆ ਤੇ ਉਹ ਵਰਤ ਕੇ ਤੇ ਗੱਲਬਾਤ ਜਿਹੜੀ ਉਹ ਕਰ ਲੈਂਦੇ ਆ ਜੀ ਤੇ ਜਾਂ ਫਿਰ ਉਹ ਜਿਸ ਤਰ੍ਹਾਂ ਮੈਂ ਦੱਸਿਆ ਕਿ ਉਹ ਸਟਾਫ ਹੀ ਹਾਂਜੀ ਜਿਹੜੇ ਹੈਗੇ ਆ ਉਹਨਾਂ ਦੇ ਕੋਲ ਹੁੰਦਾ ਹਾਂਜੀ ਕੋਈ ਨਾ ਕੋਈ ਮੈਂਬਰ ਜਿਹੜਾ ਉਹ ਤੁਹਾਡੀ ਬੋਲੀ ਬੋਲ ਸਕਦਾ ਹੁੰਦਾ ਆ ਬਿਲਕੁਲ ਤੇ ਹੁਣ ਮੈਂ ਕਈ ਵਾਰੀ ਇਹ ਵੀ ਦੇਖਦਾ ਕਿ ਜੇ ਬੰਦੇ ਨੇ ਕਈਆਂ ਨੇ ਪੁਲਿਸ ਦੇ ਕੋਲ ਵੀ ਜਾਣਾ ਹੋਵੇ ਹਾਂਜੀ ਤਾਂ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਮੈਂ ਜਾ ਕੇ ਸ਼ਿਕਾਇਤ ਕਿੱਦਾਂ ਕਰਾਂ ਰਾਈਟ ਤੇ ਜੇ ਤੁਸੀਂ ਪੁਲਿਸ ਦੇ ਕੋਲ ਵੀ ਜਾਣਾ ਹੋਵੇ ਹਾਂਜੀ ਤਾਂ ਕੋਈ ਆਪਣੀ ਗੱਲ ਕਹਿਣੀ ਹੋਵੇ ਤਾਂ ਕਰਨੀ ਹੋਵੇ ਤਾਂ ਉਹਨਾਂ ਨੂੰ ਤੁਸੀਂ ਕਹਿ ਸਕਦੇ ਆ ਕਿ ਮੈਨੂੰ ਇੰਗਲਿਸ਼ ਨਹੀਂ ਆਉਂਦੀ ਤਾਂ ਉਹ ਆਮ ਕਰਕੇ ਯੂਜੂਅਲੀ ਤੁਹਾਡੇ ਲਈ ਇੰਟਰਪ੍ਰੀਟਰ ਦਾ ਉਹ ਬੰਦੋਬਸਤ ਕਰ ਹੀ ਦਿੰਦੇ ਆ ਬਿਲਕੁਲ ਤੇ ਇਸ ਤਰ੍ਹਾਂ ਕੋਰਟਾਂ ਦੇ ਵਿੱਚ ਪੁਲਿਸ ਸਟੇਸ਼ਨਾਂ ਦੇ ਵਿੱਚ ਤਾਂ ਇਸ ਮੁਲਕ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਸਾਰੀਆਂ ਸਹੂਲਤਾਂ ਹੈਗੀਆਂ ਜੀ ਤਾਂ ਉਹ ਮਿਲ ਜਾਂਦੀਆਂ ਬਿਲਕੁਲ ਹਾਂਜੀ ਇਹ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਇੱਕ ਜਿਹੜੇ ਹੈਗੇ ਆ ਕਿ ਕਈ ਵਾਰੀਆਂ ਜਿਹੜੀਆਂ ਬਹੁਤ ਸਾਰੀਆਂ ਇੰਡਸਟਰੀਜ਼ ਹੈਗੀਆਂ ਜਿੱਦਾਂ ਟੈਲੀਫੋਨ ਦੀ ਹੈਗੀ ਆ ਗੈਸ ਦੀ ਹੈਗੀ ਆ ਬਿਜਲੀ ਦੀ ਹੈਗੀ ਆ ਜਾਂ ਹੋਰ ਵੀ ਇੱਦਾਂ ਦੀਆਂ ਵੱਡੀਆਂ ਸਰਵਿਸਿਜ਼ ਜਿਹੜੀਆਂ ਹੈਗੀਆਂ ਕਮੋਡਿਟੀਜ਼ ਜਿਹਨੂੰ ਅਸੀਂ ਕਹਿੰਦੇ ਹੈਗੇ ਆ ਹਾਂਜੀ ਉਹਨਾਂ ਦਾ ਗੌਰਮੈਂਟ ਵੱਲੋਂ ਇੱਕ ਅਦਾਰਾ ਸਥਾਪਿਤ ਕੀਤਾ ਹੁੰਦਾ ਹਾਂਜੀ ਜਿਵੇਂ ਆਫ ਜੈਮ ਹੈਗਾ ਉਹ ਜਿਹੜਾ ਐਨਰਜੀ ਦੇ ਬਾਰੇ ਗੱਲ ਕਰਦਾ ਹੈਗਾ ਹਾਂਜੀ ਉਹ ਉਹਨਾਂ ਕੋਲ ਜਿਹੜੀ ਸ਼ਿਕਾਇਤ ਹੈਗੀ ਉਹ ਜੇ ਹੇਠਾਂ ਕਿਤੇ ਸੋਲਵ ਨਹੀਂ ਹੁੰਦੀ ਹਾਂਜੀ ਤੇ ਉਹਨਾਂ ਦੇ ਕੋਲ ਵੀ ਤੁਸੀਂ ਲਿਜਾ ਸਕਦੇ ਹੈਗੇ ਆ ਕਰਕੇ ਉਹ ਫਿਰ ਤੁਹਾਡੇ ਦੋਵੇਂ ਤਰ੍ਹਾਂ ਦੀ ਜਿਹੜੀ ਗੱਲ ਆ ਉਹ ਸੁਣਦੇ ਹੈਗੇ ਆ ਸੋ ਇਹ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਸ਼ਿਕਾਇਤ ਕੀਤੀ ਆ ਅਗਰ ਤੁਹਾਡੀ ਸ਼ਿਕਾਇਤ ਦਾ ਜਿਹੜਾ ਸਮੱਸਿਆ ਦਾ ਹੱਲ ਪੂਰਾ ਉਹ ਨਹੀਂ ਨਿਕਲਿਆ ਤੁਹਾਡੀ ਮਰਜ਼ੀ ਮੁਤਾਬਕ ਨਹੀਂ ਨਿਕਲਿਆ ਔਰ ਤੁਹਾਨੂੰ ਇਹ ਲੱਗਦਾ ਕਿ ਤੁਹਾਡਾ ਇਹ ਹੱਕ ਬਣਦਾ ਆ ਜਾਂ ਤੁਸੀਂ ਆਪਣੀ ਜਗ੍ਹਾ ਤੇ ਰਾਈਟ ਹੈਗੇ ਆ ਤੇ ਉਹਦੇ ਵਿੱਚ ਇਹ ਜਿਹੜੇ ਸਿਟੀਜ਼ਨ ਐਡਵਾਈਸ ਬਿਊਰੋ ਵਾਲੇ ਹੈਗੇ ਆ ਉਹ ਤੁਹਾਨੂੰ ਉਹਦੇ ਬਾਰੇ ਵੀ ਜਿਹੜਾ ਹੈਗਾ ਉਹ ਜਾਣਕਾਰੀ ਤੁਹਾਨੂੰ ਉਹ ਦੇ ਦਿੰਦੇ ਆ ਬਹੁਤ ਸਾਰੀਆਂ ਪ੍ਰੋਫੈਸ਼ਨਲ ਬੋਡੀਜ਼ ਹੁੰਦੀਆਂ ਪ੍ਰੋਫੈਸ਼ਨਲ ਬੋਡੀਜ਼ ਤੋਂ ਮਤਲਬ ਸਾਡਾ ਇਹ ਹੈਗਾ ਕਿ ਜਿੱਦਾਂ ਵਕੀਲਾਂ ਦੀ ਆਪਣੀ ਇੱਕ ਜਥੇਬੰਦੀ ਆਰਗੇਨਾਈਜੇਸ਼ਨ ਹੁੰਦੀ ਆ ਜਿਹੜੇ ਅਕਾਊਂਟੈਂਟ ਆ ਉਹਨਾਂ ਦੀ ਆਪਣੀ ਹੁੰਦੀ ਆ ਡਾਕਟਰਾਂ ਦੀ ਆਪਣੀ ਹੁੰਦੀ ਆ ਸੋ ਉਹਨਾਂ ਦੇ ਕੋਲ ਵੀ ਅਗਰ ਤੁਸੀਂ ਸ਼ਿਕਾਇਤ ਬਹੁਤ ਉੱਪਰ ਤੱਕ ਲੈ ਕੇ ਜਾਣੀ ਚਾਹੁੰਦੇ ਆ ਜਾਂ ਤੁਹਾਨੂੰ ਚਾਹੁੰਦੇ ਆ ਤੁਸੀਂ ਉਹਦੇ ਬਾਰੇ ਇੰਨਾ ਮਹਿਸੂਸ ਕਰਦੇ ਆ ਇੱਥੋਂ ਤੱਕ ਕਿ ਨਵਦੀਪ ਜੀ ਜਿਹੜੀ ਹੈਗੀ ਆ ਪੁਲਿਸ ਵਾਲੇ ਆ ਜੇ ਉਹਨਾਂ ਦੇ ਪ੍ਰਤੀ ਕੋਈ ਤੁਹਾਡੀ ਸ਼ਿਕਾਇਤ ਹੈਗੀ ਆ ਤੇ ਉਹਨਾਂ ਦੀ ਵੀ ਉੱਪਰ ਬੋਡੀ ਹੈਗੀ ਆ ਜਿਹਦੇ ਕੋਲ ਜਾ ਕੇ ਤੁਸੀਂ ਪੁਲਿਸ ਦੀ ਵੀ ਸ਼ਿਕਾਇਤ ਕਰ ਸਕਦੇ ਆ ਇਹ ਕਿਹੜੀ ਬੋਡੀ ਆ ਜੀ ਮੈਨੂੰ ਉਹਦਾ ਹੁਣ ਨਾਂ ਨਹੀਂ ਚੇਤੇ ਆਉਂਦਾ ਤੇ ਇਹ ਜਿਹੜੀ ਜਾਣਕਾਰੀ ਹੈਗੀ ਆ ਇਹ ਪੁਲਿਸ ਸਟੇਸ਼ਨ ਚੋਂ ਵੀ ਮਿਲ ਜਾਂਦੀ ਆ ਕਿ ਤੁਸੀਂ ਪੁਲਿਸ ਸਟੇਸ਼ਨ ਜਾ ਕੇ ਉਹਨਾਂ ਨੂੰ ਕਹੋ ਕਿ ਮੈਂ ਸ਼ਿਕਾਇਤ ਕਰਨੀ ਆ ਤੇ ਉਹ ਫਿਰ ਤੁਹਾਨੂੰ ਦੱਸ ਦਿੰਦੇ ਆ ਕਿ ਆਹ ਉਹਨਾਂ ਦਾ ਨੰਬਰ ਹੈਗਾ ਤੇ ਤੁਸੀਂ ਮੈਨੂੰ ਉਹਦਾ ਹੁਣ ਨਾਂ ਚੇਤੇ ਨਹੀਂ ਆਉਂਦਾ ਇੰਡੀਪੈਂਡੈਂਟ ਪੁਲਿਸ ਅਥਾਰਟੀ ਮੇਰੇ ਖਿਆਲ ਹੈਗਾ ਕਿ ਉਹਨਾਂ ਦੇ ਕੋਲ ਜਾ ਕੇ ਤੁਸੀਂ ਆਪਣੀ ਸ਼ਿਕਾਇਤ ਕਰ ਸਕਦੇ ਆ ਤੇ ਇਹ ਵੀ ਨਹੀਂ ਸਾਨੂੰ ਸੋਚਣਾ ਚਾਹੀਦਾ ਕਿ ਜੇ ਮੈਂ ਸ਼ਿਕਾਇਤ ਕੀਤੀ ਕਿਉਂਕਿ ਇਸ ਮੁਲਕ ਦੇ ਵਿੱਚ ਕਮ ਸੇ ਕਮ ਇੱਥੇ ਤੱਕ ਤਾਂ ਗੱਲ ਹੈਗੀ ਆ ਕਿ ਉਸ ਤੁਹਾਡੀ ਸ਼ਿਕਾਇਤ ਕੀਤੇ ਦਾ ਤੁਹਾਨੂੰ ਕੋਈ ਨੁਕਸਾਨ ਨਾ ਹੋਵੇ ਨਹੀਂ ਹੁੰਦਾ ਤਾਂ ਜਾਂ ਤਾਂ ਉਸ ਜਾਣਕਾਰੀ ਨੂੰ ਗੁਪਤ ਰੱਖਿਆ ਜਾਵੇ ਤੇ ਜਾਂ ਫਿਰ ਇਸ ਕਦਰ ਉਹਦੇ ਉੱਤੇ ਗੌਰ ਕਰਦੇ ਆ ਕਿ ਤੁਹਾਡੀ ਸ਼ਿਕਾਇਤ ਕਰਨੇ ਦੇ ਕਰਕੇ ਤੁਹਾਡੇ ਉੱਤੇ ਕੋਈ ਜਿਹੜਾ ਹੈਗਾ ਬੁਰਾ ਪ੍ਰਭਾਵ ਨਾ ਪਵੇ ਬਿਲਕੁਲ ਸੋ ਇਸ ਕਰਕੇ ਸਾਨੂੰ ਇਹਦੇ ਵਿੱਚ ਕੋਈ ਜਿਹੜੀ ਹੈਗੇ ਕੋਈ ਸੰਕੋਚ ਨਹੀਂ ਕਰਨਾ ਚਾਹੀਦਾ ਤਾਂ ਜੇ ਸ਼ਿਕਾਇਤ ਕਰਨ ਦੀ ਜ਼ਰੂਰਤ ਹੈਗੀ ਆ ਤਾਂ ਉਹਦੀ ਜਿਹੜੀ ਸ਼ਿਕਾਇਤ ਹੈਗੀ ਆ ਉਹ ਜ਼ਰੂਰ ਕਰਨੀ ਚਾਹੀਦੀ ਆ ਇਹਦੇ ਨਾਲ ਹੀ ਲੱਗਦਾ ਪੁਆਇੰਟ ਵੀ ਜੀ ਇੱਕ ਇਹ ਹੈਗਾ ਕਿ ਜਿਹੜਾ ਆਪਾਂ ਤੁਸੀਂ ਐਕਟ ਦਾ ਮੈਂਸ਼ਨ ਕੀਤਾ ਸੀਗਾ ਜਿਹੜਾ ਕੰਜ਼ਿਊਮਰ ਰਾਈਟ ਐਕਟ ਹੈਗਾ 2015 ਉਹਦੇ ਵਿੱਚ ਇਹ ਵੀ ਹੈਗਾ ਕਿ ਜਿਹੜੀਆਂ ਇਹ ਆਰਗੇਨਾਈਜੇਸ਼ਨਸ ਹੈਗੀਆਂ ਵੱਡੀਆਂ ਆਰਗੇਨਾਈਜੇਸ਼ਨ ਹੈਗੀਆਂ ਖਾਸ ਕਰਕੇ ਜਿਹੜੀਆਂ ਗੌਰਮੈਂਟ ਦੀਆਂ ਆਰਗੇਨਾਈਜੇਸ਼ਨਸ ਹੈਗੀਆਂ
ਉਹਨਾਂ ਦੇ ਕੋਲ ਕੰਪਲੇਂਟ ਪ੍ਰੋਸੀਜਰ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ। ਬਿਲਕੁਲ। ਅਗਰ ਤੁਸੀਂ ਇਸ ਗੱਲ ਦੀ ਮੰਗ ਕਰਦੇ ਹੋ ਕਿ ਤੁਸੀਂ ਉਹ ਤੁਹਾਨੂੰ ਲਿਖਤੀ ਰੂਪ ਦੇ ਵਿੱਚ ਦੱਸਣ ਕਿ ਉਹਨਾਂ ਦਾ ਕੰਪਲੇਂਟ ਕਰਨ ਦਾ ਕੀ ਢੰਗ ਆ, ਤਾਂ ਉਹ ਉਹਨਾਂ ਨੂੰ ਤੁਹਾਨੂੰ ਦੱਸਣਾ ਹੀ ਪਊਗਾ। ਇਹ ਤੁਹਾਡਾ ਕਾਨੂੰਨੀ ਅਧਿਕਾਰ ਆ। ਇਹ ਕਾਨੂੰਨੀ ਅਧਿਕਾਰ ਆ। ਸੋ ਇਸ ਕਰਕੇ ਤੁਸੀਂ ਉਹਨਾਂ ਕੋਲੋਂ ਵੀ ਪੁੱਛ ਸਕਦੇ ਆ ਕਿ ਅਗਰ ਤੁਸੀਂ ਇਸ ਗੱਲ ਨਾਲ ਸੈਟੀਸਫਾਈ ਨਹੀਂ ਹੁੰਦੇ ਤਾਂ ਫਿਰ ਤੁਸੀਂ ਇਹਦੇ ਤੋਂ ਉੱਪਰ ਕਿੱਥੇ ਜਾ ਸਕਦੇ ਆ। ਹਾਂਜੀ। ਸੋ ਉਹਨਾਂ ਦਾ ਇਹ ਵੀ ਤੁਹਾਨੂੰ ਹੈਗਾ ਕਿ ਉਹ ਪ੍ਰੋਸੀਜਰ ਦੱਸਦੇ ਆ, ਔਰ ਇਹ ਵੀ ਦੱਸਦੇ ਆ ਕਿ ਅਗਰ ਤੁਸੀਂ ਸਾਡੇ ਫੈਸਲੇ ਨਾਲ ਸਹਿਮਤ ਨਹੀਂ ਹੈਗੇ ਤਾਂ ਤੁਸੀਂ ਸਾਡੇ ਤੋਂ ਉੱਪਰ ਕਿੱਥੇ ਜਾ ਕੇ ਕੰਪਲੇਨ ਕਰ ਸਕਦੇ ਹੈਗੇ। ਬਿਲਕੁਲ ਬਿਲਕੁਲ। ਹਾਂਜੀ। ਸੋ ਇਹ ਜਿਹੜੀਆਂ ਗੱਲਾਂ ਹੈਗੀਆਂ ਇਹ ਤੁਹਾਡਾ ਧਿਆਨ ਮੰਗਦੀਆਂ ਹੈਗੀਆਂ। ਇਹਦੇ ਤੋਂ ਇਲਾਵਾ ਵੀ ਅਗਰ ਫਿਰ ਵੀ ਤੁਸੀਂ ਸੈਟੀਸਫਾਈਡ ਨਹੀਂ ਹੈਗੇ ਤਾਂ ਜਿਹੜੇ ਤੁਹਾਡੇ ਚੁਣੇ ਹੋਏ ਪ੍ਰਤੀਨਿਧ ਹੈਗੇ ਆ, ਹਾਂਜੀ, ਜਿਵੇਂ ਕਿ ਤੁਹਾਡਾ ਕਾਉਂਸਲਰ ਹੈਗਾ ਆ ਜਾਂ MP ਹੈਗਾ ਆ, ਤੇ ਤੁਸੀਂ ਉਹਨਾਂ ਦੇ ਨਾਲ ਵੀ ਰਾਬਤਾ ਕਾਇਮ ਕਰ ਸਕਦੇ ਹੈਗੇ ਆ। ਕਈ ਵਾਰੀ ਸ਼ਿਕਾਇਤਾਂ ਐਡੀਆਂ ਹੁੰਦੀਆਂ ਕਿ ਜਿੱਥੇ ਤੁਹਾਨੂੰ ਜਿਹੜੇ ਤੁਹਾਡੇ ਚੁਣੇ ਹੋਏ ਪ੍ਰਤੀਨਿਧ ਹੁੰਦੇ ਆ ਉਹਨਾਂ ਦੀ ਜਿਹੜੀ ਹੈਗੀ ਆ ਉਹ ਲੋੜ ਪੈਂਦੀ ਆ, ਔਰ ਤੁਹਾਨੂੰ ਉਹਨਾਂ ਦੀ ਲੈਣੀ ਵੀ ਚਾਹੀਦੀ ਹੈ। ਇਹ ਬਹੁਤ ਵੱਡੀ ਗੱਲ ਹੈ ਨਵਦੀਪ ਜੀ। ਹਾਂਜੀ। ਕਿ ਇੱਕ ਤਾਂ ਜੀ ਆਪਾਂ ਸੌਰੀ ਮੈਂ ਤੁਹਾਨੂੰ ਇੰਟਰਪਟ ਕੀਤਾ। ਆਪਣਾ ਜਿਹੜਾ ਪ੍ਰੋਗਰਾਮ ਹੈ ਉਹ ਮੇਰਾ ਖਿਆਲ ਖਤਮ ਹੋਣ ਵਾਲੇ ਪਾਸੇ ਜਾ ਰਿਹਾ। ਬਿਲਕੁਲ। ਆਪਾਂ ਹੁਣ ਇਹਨੂੰ ਰੈਪ ਅਪ ਦੇ ਕਰਨ ਦੇ ਪਾਸੇ ਨੂੰ ਤੁਰੀਏ ਜੀ, ਵੀ ਇਹਦਾ ਨਿਚੋੜ ਕੱਢੀਏ ਕਿ ਅਸੀਂ ਅੱਜ ਦੀ ਸਾਡੀ ਗੱਲਬਾਤ ਜਿਹੜੀ ਹੈਗੀ ਆ ਉਹ ਕਿੱਦਾਂ ਰਹੀ। ਹਾਂਜੀ, ਤੁਸੀਂ ਆਪਣਾ ਪੁਆਇੰਟ ਪਹਿਲਾਂ ਦੱਸ ਦਿਓ, ਉਹਦੇ ਤੋਂ ਬਾਅਦ ਸਮ ਆਪਾਂ ਇਹਨੂੰ ਕਰੀਏ। ਮੈਂ ਸਿਰਫ ਇਹੀ ਕਹਿਣਾ ਸੀਗਾ ਕਿ ਹਾਂਜੀ, ਜਿਸ ਤਰ੍ਹਾਂ ਤੁਸੀਂ ਆਪਣੇ ਜਿਹੜੇ ਹੈਗੇ ਆ ਰਿਪਰੈਜ਼ੈਂਟੇਟਿਵ, ਜਿਸ ਤਰ੍ਹਾਂ ਕਾਉਂਸਲਰ ਹੋ ਗਏ ਜੀ ਤੇ ਜਾਂ MP ਹੋ ਗਏ, ਅਸੀਂ ਬਹੁਤੀ ਵਾਰੀ ਉਹਨਾਂ ਤੱਕ ਅਪਰੋਚ ਨਹੀਂ ਕਰਦੇ ਜੀ, ਕਿਉਂਕਿ ਸਾਨੂੰ ਜਾਣਕਾਰੀ ਨਹੀਂ ਹੁੰਦੀ ਕਿ ਅਸੀਂ ਕਿਹੜੀਆਂ ਗੱਲਾਂ ਲੈ ਕੇ, ਕਿਹੜੇ ਮਸਲੇ ਮੁੱਦੇ ਲੈ ਕੇ ਉਹਨਾਂ ਦੇ ਕੋਲ ਜਾ ਸਕਦੇ ਹਾਂ, ਕਿੱਦਾਂ ਦੇ ਜਿਹੜੀ ਗੱਲਾਂ ਉਹਨਾਂ ਦੇ ਨਾਲ ਸਾਂਝੀਆਂ ਕੀਤੀਆਂ ਜਾ ਸਕਦੀਆਂ। ਸੋ ਇਸ ਕਰਕੇ ਸਾਨੂੰ ਇਹਨਾਂ ਗੱਲਾਂ ਤੋਂ ਜਾਣੂ ਹੋਣਾ ਬਹੁਤ ਹੀ ਜ਼ਰੂਰੀ ਆ ਜੀ। ਤੇ ਸੋ ਆਪਾਂ ਬਾਕੀ ਸਮਿੰਗ ਅਪ ਦੇ ਵਿੱਚ ਤਾਂ ਇਹੀ ਹੈਗਾ ਕਿ ਇੱਕ ਤਾਂ ਸਾਨੂੰ ਆਪ ਹਿੰਮਤ ਕਰਨ ਦੀ ਜ਼ਰੂਰਤ ਆ ਜੀ, ਤੇ ਆਪ ਹਿੰਮਤ ਕਰਕੇ ਜਾਣਕਾਰੀ ਹਾਸਲ ਕਰਨੀ ਚਾਹੀਦੀ ਆ। ਹਾਂਜੀ। ਸਾਡੀ ਸ਼ਿਕਾਇਤ ਕੀ ਹੈਗੀ ਆ, ਕਿਹਦੇ ਕੋਲ ਕਿੱਦਾਂ ਸ਼ਿਕਾਇਤ ਕਰਨੀ ਆ, ਤਾਂ ਸਾਡੇ ਕੋਲ ਕੀ ਜਾਣਕਾਰੀ ਹੋਣੀ ਚਾਹੀਦੀ ਆ, ਤਾਂ ਕਿ ਜਿਹੜੀ ਉਹ ਸ਼ਿਕਾਇਤ ਹੈਗੀ ਆ ਪੂਰੀ ਐਨ ਉਹ ਅਸਰਦਾਇਕ ਹੋ ਸਕੇ। ਤਾਂ ਜਿਹੜੇ ਸਿੱਟੇ ਦੇ ਉੱਤੇ ਅਸੀਂ ਪਹੁੰਚਣਾ ਚਾਹੁੰਦੇ ਆ ਕਿ ਉਹ ਇਸ ਸਾਡੀ ਸ਼ਿਕਾਇਤ ਦਾ ਆਹ ਸਿੱਟਾ ਨਿਕਲੇ ਜੀ, ਤਾਂ ਉਹ ਅਸੀਂ ਹਾਸਲ ਕਰ ਸਕੀਏ। ਬਿਲਕੁਲ ਜੀ, ਬਿਲਕੁਲ। ਜਿਵੇਂ ਅਸੀਂ ਤੁਹਾਨੂੰ ਕਿਹਾ ਕਿ ਸਾਡਾ ਪ੍ਰੋਗਰਾਮ ਜਿਹੜਾ ਹੈਗਾ ਉਹ ਆਪਣੇ ਖਾਤਮੇ ਦੇ ਲਾਗੇ ਬਿਲਕੁਲ ਪਹੁੰਚ ਚੁੱਕਾ। 1 ਮਿੰਟ ਦਾ ਸਾਡੇ ਕੋਲ ਸਿਰਫ ਸਮਾਂ ਹੈਗਾ। ਸਾਡੇ ਅੱਜ ਦੇ ਪ੍ਰੋਗਰਾਮ ਦਾ ਮਤਲਬ ਇਹ ਨਹੀਂ ਕਿ ਅਸੀਂ ਤੁਹਾਨੂੰ ਇਹ ਕਹਿੰਦੇ ਹਾਂ ਕਿ ਤੁਸੀਂ ਹਰੇਕ ਗੱਲ 'ਤੇ ਸ਼ਿਕਾਇਤ ਕਰੋ, ਪਰ ਸ਼ਿਕਾਇਤ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ। ਅਕਤੂਬਰ 2021 ਦੇ ਵਿੱਚ 2 ਮਹੀਨਿਆਂ ਤੱਕ ਇੱਕ ਨਵਾਂ ਕਾਨੂੰਨ ਆ ਰਿਹਾ ਹੈਗਾ, ਉਹਨੂੰ ਨਤਾਸ਼ਾਜ਼ ਲਾਅ ਕਹਿੰਦੇ ਹੈਗੇ ਆ। ਇਹਦੇ ਵਿੱਚ ਇੱਕ ਕੁੜੀ ਸੀਗੀ 15 ਸਾਲ ਦੀ, ਜਿਹਨੇ ਫਲਾਈਟ ਦੇ ਦੌਰਾਨ ਉਹਦੀ ਡੈਥ ਹੋ ਗਈ ਸੀ ਕਰਕੇ ਉਹਨੇ ਕੋਈ ਸੈਂਡਵਿਚ ਲੈ ਕੇ ਖਾ ਲਿਆ ਸੀ ਜਿਹਦੇ ਵਿੱਚ ਐਲਰਜੀ ਸੀਗੀ ਦੇ ਸੈਸਮੀ ਸੀਡ, ਤਿਲਾਂ ਦਾ ਜਿਹੜੇ ਸੀਗੇ ਉਹ ਸੀਡ ਸੀਗੇ। ਸੋ ਉਹਦੇ ਐਲਰਜੀ ਹੋਣ ਕਰਕੇ ਉਹਦੀ ਡੈਥ ਹੋ ਗਈ। ਬਹੁਤੀ ਵਾਰੀ ਅਸੀਂ ਇਹ ਸੋਚਦੇ ਹਾਂ ਕਿ ਚਲੋ ਜੀ ਹੁਣ ਸਾਨੂੰ ਕੀ, ਸਾਡਾ ਤਾਂ ਨੁਕਸਾਨ ਹੋ ਗਿਆ, ਪਰ ਨਹੀਂ। ਜਿਵੇਂ ਅਸੀਂ ਪਹਿਲਾਂ ਇਹ ਗੱਲ ਕੀਤੀ ਸੀ ਕਿ ਅਸੀਂ ਇਹ ਆਪਣੇ ਫਾਇਦੇ ਜਾਂ ਨੁਕਸਾਨ ਦੇ ਲਈ ਨਹੀਂ ਕਰਨਾ, ਅਸੀਂ ਸਮਾਜ ਨੂੰ ਇਹਦਾ ਕੀ ਫਾਇਦਾ ਹੋ ਸਕਦਾ ਉਹਦੇ ਬਾਰੇ ਵੀ ਸੋਚ ਕੇ ਜਿੱਥੇ ਸਾਡਾ ਸ਼ਿਕਾਇਤ ਕਰਨ ਦਾ ਬਣਦਾ ਤਾਂ ਸਾਨੂੰ ਉੱਥੇ ਜ਼ਰੂਰ ਸ਼ਿਕਾਇਤ ਕਰਨੀ ਚਾਹੀਦੀ ਹੈ। ਇਹਦੇ ਸ਼ਬਦਾਂ ਦੇ ਨਾਲ ਅਸੀਂ ਤੁਹਾਡੇ ਕੋਲੋਂ ਵਿਦਾ ਲੈਂਦੇ ਹਾਂ। ਇਹ ਵਾਅਦਾ ਕਰਦੇ ਹਾਂ ਕਿ ਅਸੀਂ ਅਗਲੇ ਹਫ਼ਤੇ ਫਿਰ ਤੁਹਾਡੇ ਨਾਲ ਜੁੜਾਂਗੇ। ਸਾਡੇ ਵੱਲੋਂ ਜੈ ਭੀਮ, ਜੈ ਇਨਸਾਨ।